ਭੈਣ ਜੀ ਨੇ ਕਿਸੇ ਦਾ ਬੁਰਾ ਨਹੀਂ ਕਰਨਾ, ਇਸ ਗੁਣ ਦੀ ਸਾਂਝ ਪਾਈ ਹੈ ਤੇ ਕੋਸ਼ਿਸ਼ ਕਰਦੀ ਏ ਮਨ ਨੂੰ ਸਮਝਾਈਏ। ਮਨ ਸਮਝਾਉਣ ਕਾਰਨ ਕੁਛ ਪੜ੍ਹੀਏ ਗਿਆਨ। ਗੁਰੂ ਸਾਹਿਬ ਕਹਿੰਦੇ ਆ ਵੀ ਕੁਛ ਗਿਆਨ ਕੁਛ ਪੜ੍ਹਨਾ ਪਊਗਾ, ਫੇਰ ਤੂੰ ਇਹਨਾਂ ਬੁਰੇ ਕੰਮਾਂ ਤੋਂ ਰੁਕ ਸਕਦਾ, ਫਿਰ ਤੇਰਾ ਮਨ ਕੰਟਰੋਲ ਵਿੱਚ ਆ ਜਾਊਗਾ। ਸਾਡੇ ਕੋਲੇ ਹਰ ਰੋਜ਼ ਇੱਕ ਵਿਸ਼ਾ ਹੁੰਦਾ ਹੈ, ਜਿਹੜਾ ਵਿਸ਼ਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਉਨੇ ਆ। ਤਾਂ ਉਸ ਵਿਸ਼ੇ ਤੇ ਇੱਕ ਵੀਰ ਇੱਕ ਭੈਣ ਉਹ ਵਿਸ਼ਾ ਡਿਟੇਲ ਨਾਲ ਤੁਹਾਡੇ ਨਾਲ ਡਿਸਕਸ ਕਰਦੇ ਆ ਤੇ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦੇ ਆ। ਤਾਂ ਅੱਜ ਸਾਡੇ ਕੋਲੇ ਸਾਡੇ ਬਹੁਤ ਹੀ ਪਿਆਰੇ ਵੀਰ ਰਣਜੀਤ ਸਿੰਘ ਖਚੜਾ ਜੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਦੇ ਪ੍ਰਧਾਨ ਹਨ। ਵੀਰ ਜੀ ਬੜਾ ਪਿਆਰ ਨਾਲ ਸਮਝਾਉਂਦੇ ਹੈ। ਪਿਛਲੇ ਸਮੇਂ ਵਿੱਚ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਵੀ ਪਾਈ ਹੈ, ਪੰਜਾਬੀ ਦੇ ਉਹ ਸ਼ਬਦ ਜਿਹੜੇ ਵਿਸਰ ਚੁੱਕੇ ਉਹਨਾਂ ਦੀ ਸਾਂਝ ਵੀ ਪਾਉਂਦੇ ਆ। ਤਾਂ ਅੱਜ ਦਾ ਵਿਸ਼ਾ ਸਾਡੇ ਕੋਲ ਹੈ ਸੇਵਾ ਤੇ ਸਿਮਰਨ। ਇਹ ਦੋਨੋਂ ਥੰਮ ਜ਼ਰੂਰੀ ਹਨ ਤੇ ਇਹ ਥੰਮਾਂ ਦੀ ਕੀ ਮਹਾਨਤਾ ਹੈ, ਅਸੀਂ ਇਹਨਾਂ ਨੂੰ ਕਿਵੇਂ ਕਮਾਉਣਾ, ਵੀਰ ਜੀ ਬੜੇ ਪਿਆਰ ਨਾਲ ਸੁਣਨਗੇ। ਤੇ ਮੈਂ ਫਿਰ ਅੱਜ ਬੇਨਤੀ ਕਰਦਾ ਵੀ ਡਾਇਰੀ ਤੇ ਪੈਨ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ। ਮੇਨ ਪੁਆਇੰਟ ਲਿਖ ਲਓ, ਕੁਐਸਚਨ ਵੀ ਵਿੱਚੋਂ ਲਿਖ ਲਓ, ਕਿਉਂਕਿ ਲਾਸਟ ਦੇ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਵੀ ਪ੍ਰਸ਼ਨ ਪੁੱਛਣਾ ਕਿਹੜਾ ਸੀਗਾ। ਤਾਂ ਜਿਹੜਾ ਵੀ ਪ੍ਰਸ਼ਨ ਮਨ ਵਿੱਚ ਆਵੇ ਨਾਲ ਦੀ ਨਾਲ ਡਾਇਰੀ ਤੇ ਲਿਖਿਓ, ਵੀਰ ਜੀ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ। ਤਾਂ ਵੀਰ ਜੀ ਮੈਂ ਬੇਨਤੀ ਕਰਦਾ ਵੀਰ ਜੀ ਰਣਜੀਤ ਸਿੰਘ ਖਚੜਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਓ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾਸ ਨੂੰ ਜੋ ਵਿਸ਼ਾ ਮਿਲਿਆ ਹੈ ਆਪ ਜੀ ਨਾਲ ਗੱਲਬਾਤ ਕਰਨ ਦਾ ਸੁਭਾਗ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਿਲਿਆ ਹੈ। ਉਸ ਸਮੇਂ ਦਾ ਅਸੀਂ ਸਦਉਪਯੋਗ ਕਰਦੇ ਹਾਂ। ਅੱਜ ਦਾ ਵਿਸ਼ਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਮੇਰਾ ਵਿਸ਼ਾ ਹੈ ਉਹ ਹੈ ਸੇਵਾ ਤੇ ਸਿਮਰਨ। ਜਿਵੇਂ ਵੀਰ ਜੀ ਨੇ ਗੱਲ ਕੀਤੀ ਹੈ ਕਿ ਸੇਵਾ ਤੇ ਸਿਮਰਨ ਸਾਡੇ ਸਿੱਖ ਕੌਮ ਦੇ ਵਿੱਚ ਦੋ ਵੱਡੇ ਥੰਮ ਮੰਨੇ ਗਏ ਨੇ। ਸੋ ਇਹ ਸੇਵਾ ਤੇ ਸਿਮਰਨ ਦੇ ਵਿੱਚ ਅਸੀਂ ਇਹਨਾਂ ਨੂੰ ਦੋਵਾਂ ਨੂੰ ਅੱਡੋ ਅੱਡੀ ਵੱਖ-ਵੱਖ ਪਾਰਟ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਹੈ ਸੇਵਾ। ਅਸੀਂ ਜਿਹੜਾ ਸੇਵਾ ਦਾ ਮਤਲਬ ਲੈਂਦੇ ਹਾਂ, ਆਮ ਕਰਕੇ ਅਸੀਂ ਸੇਵਾ ਇਹ ਸਮਝਦੇ ਹਾਂ ਕਿ ਜਿਹੜੀ ਭਾਂਡਿਆਂ ਦੀ ਸੇਵਾ ਕੀਤੀ ਗਈ, ਕੋਈ ਜੋੜਿਆਂ ਦੀ ਸੇਵਾ ਕੀਤੀ ਗਈ, ਜਾਂ ਸੇਵਾ ਸਭ ਤੋਂ ਪਹਿਲਾਂ ਤਾਂ ਸੇਵਾ ਜਿਵੇਂ ਅਸੀਂ ਦੇਖਦੇ ਹਾਂ ਨਾ ਵੀ ਆਮ ਹੀ ਅਸੀਂ ਕਹਿੰਦੇ ਹਾਂ ਵੀ ਉਹ ਅਸੀਂ ਤਾਂ ਜੀ ਤੁਹਾਡੀ ਖਿਦਮਤ 'ਚ। ਤਾਂ ਇਹ ਸੇਵਾ ਜਿਹੜਾ ਹੈ ਇਹ ਇੱਕ ਸ਼ਬਦ ਹੈ ਕਿਸੇ ਦੇ ਅੰਦਰ ਜਾਂ ਕਿਸੇ ਦੀ ਖੁਸ਼ਾਮਦੀ ਜਾਂ ਕਿਸੇ ਦੀ ਪਹਿਲ ਕੀਤੀ ਗਈ ਉਹ ਸੇਵਾ ਹੈ। ਤਾਂ ਸਾਡੇ ਲਈ ਸੇਵਾ ਕੀ ਹੈ? ਅਸੀਂ ਆਮ ਕਰਕੇ ਇਹ ਸਭ ਸਮਝਦੇ ਹਾਂ ਉਹ ਸੇਵਾ ਜਿਹੜੀ ਗੁਰੂ ਦੇ ਦਰ ਤੇ ਕੀਤੀ ਗਈ, ਕਿਸੇ ਧਾਰਮਿਕ ਸਥਾਨ ਤੇ ਕੀਤੀ ਗਈ, ਉਹ ਸੇਵਾ ਅਸੀਂ ਸਾਰੇ ਮੰਨਦੇ ਹਾਂ। ਤੇ ਸਤਿਗੁਰੂ ਵੀ ਇਹ ਗੱਲ ਕਹਿੰਦੇ ਨੇ, ਕਹਿੰਦੇ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਇਹਦਾ ਮਤਲਬ ਹੈ ਜਿਹੜੀ ਇਹ ਸੇਵਾ ਹੈ ਇਹ ਕਰਨ ਤੇ ਕਰਾਉਣ ਵਾਲੇ ਦੋਵਾਂ ਦੀ ਭਾਵਨਾ ਜਿਹੜਾ ਹੈ ਨਾ ਉਹ ਬੜੀ ਇਹਦੇ ਤੇ ਨਿਰਭਰ ਕਰਦੀ ਹੈ। ਹੁਣ ਇਹ ਕਿਵੇਂ ਹੈ ਕੀ ਹੈ ਅਸੀਂ ਅਗਲੀਆਂ ਸਲਾਈਡਾਂ ਦੇ ਵਿੱਚ ਦੇਖਾਂਗੇ ਜੋ ਬਣਾਇਆ ਹੋਇਆ ਹੈ ਵੀ ਕਿ ਜਿਹੜਾ ਸੇਵਾ ਹੈ ਮੇਨ ਇਹ ਅਸੀਂ ਇਹਨੂੰ ਕਿਹੜੇ ਢੰਗ ਨਾਲ ਦੇਖਦੇ ਹਾਂ ਤੇ ਕਿਹੜੇ ਢੰਗ ਨਾਲ ਇਹ ਕਮਾਈ ਜਾ ਸਕਦੀ ਹੈ। ਸੇਵਾ ਕਰਨਾ ਹਰ ਇੱਕ ਇਨਸਾਨ ਦਾ ਫਰਜ਼ ਹੈ। ਹੁਣ ਸੇਵਾ ਕਿੱਥੇ ਕੀਤੀ ਜਾ ਸਕਦੀ ਹੈ? ਸਭ ਤੋਂ ਪਹਿਲਾਂ ਵੱਡਾ ਤਾਂ ਸਵਾਲ ਇਹ ਹੈ, ਮੈਂ ਪਹਿਲਾਂ ਹੀ ਸ਼ੁਰੂ ਕਰਕੇ ਆਇਆ ਵੀ ਅਸੀਂ ਇਹ ਸਮਝਦੇ ਹਾਂ ਵੀ ਸੇਵਾ ਕੇਵਲ ਕਿਸੇ ਧਾਰਮਿਕ ਸਥਾਨ ਤੇ ਕੀਤੀ ਗਈ ਸੇਵਾ ਜਾਂ ਸੇਵਾ ਕਿਸੇ ਮੰਦਿਰ, ਗੁਰਦੁਆਰੇ, ਮਸਜਿਦ ਵਿੱਚ ਕੀਤੀ ਗਈ ਸੇਵਾ ਹੀ ਸੇਵਾ ਹੈ। ਤਾਂ ਜੇ ਗੁਰੂ ਸਾਹਿਬ ਨੂੰ ਪੁੱਛੀਏ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ 'ਚ ਆਸਥਾ ਰੱਖਣ ਵਾਲੇ ਹਾਂ ਤੇ ਗੁਰੂ ਸਾਹਿਬ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਭਾਈ ਸੇਵਾ ਕਰਨ ਦਾ ਸਥਾਨ ਕੋਈ ਇੱਕ ਵਿਸ਼ੇਸ਼ ਥਾਂ ਨਹੀਂ ਹੈ। ਸੇਵਾ ਕਰਨਾ ਕਿੱਥੇ ਹੈ? ਜਦੋਂ ਸਤਿਗੁਰੂ ਜੀ ਸ਼੍ਰੀ ਰਾਗ ਵਿੱਚ ਫਰਮਾਉਂਦੇ ਨੇ ਨਾ, ਸਤਿਗੁਰੂ ਕਹਿੰਦੇ ਨੇ ਕਿ ਵਿੱਚ ਦੁਨੀਆ ਸੇਵ ਕਮਾਈ ਹੈ। ਤਾਂ ਸਾਡਾ ਜਿਹੜਾ ਸੇਵਾ ਕਰਨ ਦਾ ਸਥਾਨ ਹੈ ਨਾ, ਸਾਡਾ ਜਿਹੜਾ ਸਕੋਪ ਹੈ, ਸਾਡਾ ਜਿਹੜਾ ਕਰਮ ਭੂਮੀ ਜਿਹਨੂੰ ਕਹਿ ਸਕਦੇ ਹਾਂ ਸੇਵਾ ਕਰਨ ਦੀ, ਉਹ ਕੋਈ ਪ੍ਰੋਪਰ ਇੱਕ ਲਿਮਟਿਡ ਸਥਾਨ ਨਹੀਂ ਹੈ। ਸਤਿਗੁਰੂ ਨੇ ਸਾਨੂੰ ਤਾਂ ਦੁਨੀਆ ਦੀ ਮਹਾਨ ਸੇਵਾ ਬਖਸ਼ੀ ਹੈ।
ਅਸੀਂ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੀ ਸੇਵਾ ਕਰਨੀ ਹੈ। ਜਿਵੇਂ ਹੁਣ ਅਸੀਂ ਦੇਖਦੇ ਹਾਂ, ਅਸੀਂ ਸਕੂਲਾਂ ਤੇ ਜਾਂਦੇ ਹਾਂ, ਸਾਰੇ ਪੜ੍ਹਦੇ ਹਾਂ ਨਾ ਜੀ, ਕੋਈ ਸਕੂਲ ਪੜ੍ਹਦਾ ਹੈ, ਕੋਈ ਕਾਲਜ ਪੜ੍ਹਦਾ ਹੈ। ਅਸੀਂ ਸਕੂਲਾਂ ਦੇ ਵਿੱਚ ਜਦੋਂ ਗੇਟ ਤੇ ਜਾਂਦੇ ਸੀ ਤੇ ਗੇਟ ਦੇ ਉੱਪਰ 2 ਸਤੰਭਾਂ ਦੇ ਉੱਪਰ, ਉਹਨਾਂ ਦੇ ਕੌਲਿਆਂ ਦੇ ਉੱਪਰ ਇੱਕ ਪਾਸੇ ਲਿਖਿਆ ਹੁੰਦਾ ਸੀ ਸਿੱਖਣ ਲਈ ਆਓ ਤੇ ਦੂਸਰੇ ਪਾਸੇ ਲਿਖਿਆ ਸੀ ਸੇਵਾ ਲਈ ਜਾਓ। ਹੁਣ ਸਾਡੇ ਲਈ ਇੱਥੇ ਕੀ ਸੀ? ਇਹੋ ਹੀ ਸਿਧਾਂਤ ਸਾਨੂੰ ਸਤਿਗੁਰੂ ਦਿੰਦੇ ਨੇ। ਸਤਿਗੁਰੂ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ। ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਸਤਿਗੁਰੂ ਦੇ ਦਰ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਅਸੀਂ ਮੁਬਾਰਕ ਹੈ ਸੇਵਾ ਕਰਨੀਆਂ ਨੇ। ਪਰ ਜਦੋਂ ਸਤਿਗੁਰੂ ਕਹਿੰਦੇ ਨੇ ਨਾ, ਭਾਈ ਆ ਮੇਰੇ ਕੋਲੇ ਸਿੱਖ, ਕੀ ਕਰਨਾ ਤੂੰ? ਇੱਥੋਂ ਸਿੱਖਣਾ ਹੈ। ਜਿਵੇਂ ਸਕੂਲ ਕਹਿੰਦਾ ਸਿੱਖਣ ਲਈ ਆਓ ਤੇ ਉਸ ਤੋਂ ਬਾਅਦ ਸੇਵਾ ਲਈ ਜਾਓ। ਪਰ ਸੇਵਾ ਤੂੰ ਕਰਨੀ ਕਿੱਥੇ ਆ? ਇਹ ਨਹੀਂ ਮੈਂ ਇੱਕ ਲਿਮਟਡ ਇੱਕ ਚਾਰ ਦੀਵਾਰੀ ਦੇ ਅੰਦਰ ਜੇ ਕੰਮ ਕੀਤਾ ਤਾਂ ਮੇਰੀ ਉਹੀ ਸੇਵਾ ਹੈ। ਗੁਰੂ ਸਾਹਿਬ ਕਹਿੰਦੇ ਭਾਈ ਇੱਥੇ ਤੇ ਤੈਨੂੰ ਦੱਸਣਾ ਹੈ ਕਿ ਤੇਰਾ ਸੇਵਾ ਵਾਲਾ ਜੀਵਨ ਮਨੋਰਥ ਕੀ ਹੈ, ਤੂੰ ਕਿੱਥੇ ਸੇਵਾ ਕਰਨੀ ਹੈ, ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ, ਕਿਹਦੀ ਸੇਵਾ ਕਰਨੀ ਹੈ। ਅਸਲ ਦੇ ਵਿੱਚ ਤੁਹਾਨੂੰ ਸੇਵਾ ਦੇ ਅਰਥ ਸਮਝਾ ਕੇ ਇੱਥੋਂ ਤੋਰਨਾ ਹੈ, ਤੈਨੂੰ ਇੱਕ ਤਰ੍ਹਾਂ ਮੋਟੀਵੇਟ ਕਰਨਾ ਹੈ। ਇਹ ਗੁਰੂ ਦਾ ਕੰਮ ਹੈ, ਬਖਸ਼ਿਸ਼ਾਂ ਦੇਣੀਆਂ। ਤਾਂ ਮੈਂ ਜਿਹੜੇ ਇਹ ਦੋਨੋਂ ਅੱਜ ਬਰਾਬਰ ਦੇ ਪਾਰਟ ਨੇ ਨਾ, ਸੇਵਾ ਦੀ ਗੱਲ ਕਰਦੇ ਹਾਂ, ਇਹ ਸੇਵਾ ਕਿਵੇਂ ਹੋ ਸਕਦੀ ਹੈ ਤੇ ਕੌਣ ਕਰ ਸਕਦਾ ਹੈ? ਇਹ ਸਤਿਗੁਰੂ ਜੀ ਅੱਗੇ ਸਾਨੂੰ ਬਖਸ਼ਿਸ਼ ਕਰਦੇ ਨੇ। ਸੇਵਾ ਉਹੀ ਇਨਸਾਨ ਕਰ ਸਕਦਾ ਹੈ। ਜਿਵੇਂ ਮੈਂ ਇੱਕ ਬੇਨਤੀ ਕਰਾਂ, ਅਸੀਂ ਕਹਿੰਦੇ ਹਾਂ ਜੀ ਕੋਈ ਦਾਨੀ ਸੱਜਣ ਹੈ, ਦਾਨ ਕਰਨ ਵਾਲਾ ਹੈ ਜੀ। ਹੁਣ ਦਾਨੀ ਕੌਣ ਹੈ? ਦਾਨ ਕਿਵੇਂ ਕਰੇਗਾ? ਦਾਨ ਗੁਰੂ ਪਿਆਰੋ ਉਹੀ ਕਰੂਗਾ ਨਾ ਜਿਹਦੇ ਕੋਲ ਧਨ ਇਕੱਠਾ ਕੀਤਾ, ਜਿਹਦੇ ਕੋਲ ਪੈਸਾ ਹੈ। ਤੇ ਜਿਹਦੇ ਕੋਲ ਦਾਨ ਦਾ ਦੇਣ ਜੋਗਾ ਪੈਸਾ ਹੀ ਇਕੱਠਾ ਨਹੀਂ, ਜਿਹਦੀ ਆਪਦੀ ਕਮਾਈ ਕੋਈ ਨਹੀਂ, ਜਿਹਦੇ ਕੋਲੇ ਆਪਦੇ ਕੋਲੇ ਜਿਹੜਾ ਸੋਰਸ ਕੋਈ ਨਹੀਂ ਹੈਗਾ, ਉਹ ਦੂਜੇ ਨੂੰ ਦਾਨ ਨਹੀਂ ਦੇ ਸਕਦਾ। ਤਾਂ ਸੇਮ ਥਿੰਗ ਇੱਥੇ ਹੈ, ਸੇਮ ਸਥਿਤੀ ਹੈ ਵੀ ਜੇਕਰ ਸੇਵਾ ਕਰਨੀ ਹੈ ਜਾਂ ਸੇਵਾ ਕਰਨ ਦਾ ਸਾਡੇ ਅੰਦਰ ਕਹਿੰਦੇ ਵੀ ਚਾਹ ਪੈਦਾ ਹੋਵੇ ਜਾਂ ਅਸੀਂ ਸੇਵਾ ਕਰ ਸਕੀਏ, ਤੇ ਉਹਦੇ ਲਈ ਸਾਡੇ ਕੋਲ ਬਰਾਬਰ ਦਾ ਸਾਡੇ ਕੋਲ ਸਰੋਤ ਜਿਹੜਾ ਹੈ ਨਾ, ਉਹ ਸਿਮਰਨ ਹੈ। ਠੀਕ ਹੈ ਜੀ। ਅਸੀਂ ਅੱਜ ਦੇ ਇਸ ਵਿਸ਼ੇ ਦੇ ਦੌਰਾਨ ਗੁਰੂ ਸਾਹਿਬ ਕਿਰਪਾ ਕਰਨ ਵੀ ਸਾਨੂੰ ਇੰਨੀ ਕੁ ਸਮੱਤ ਦੇ ਦੇਣ, ਮੈਨੂੰ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਦੀ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਮਝਣ ਦੀ, ਕਿ ਅਸੀਂ ਇਹਨਾਂ ਦੋਨਾਂ ਹੀ ਮਹਾਨ ਜਿਹੜਾ ਹੈ ਉਹ ਕਾਰਜਾਂ ਨੂੰ ਸਮਝ ਸਕੀਏ ਤੇ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਸਕੀਏ। ਸੋ ਅਸੀਂ ਸੇਵਾ ਤਾਂ ਹੀ ਕਰ ਸਕਦੇ ਹਾਂ ਜੇ ਸਾਡੇ ਕੋਲ ਸਿਮਰਨ ਹੋਊਗਾ। ਦੋਨੇ ਇੱਕ ਦੂਜੇ ਦੇ ਪੂਰਕ ਨੇ। ਸੋ ਮੈਂ ਬੇਨਤੀ ਕਰਾਂ ਵੀਰ ਜੀ ਨੂੰ, ਅਗਲੀ ਸਲਾਈਡ ਤੇ ਚਲੀਏ ਜੀ। ਅਸੀਂ ਆਮ ਕਰਕੇ ਸੇਵਾ ਕਿਹੜੀ ਕਿਹੜੀ ਮੰਨਦੇ ਆ? ਸੋ ਅਸੀਂ ਆਮ ਕਰਕੇ ਸੇਵਾ ਇਹ ਸਮਝਦੇ ਹਾਂ ਜੀ, ਤਨ ਦੀ ਸੇਵਾ ਹੈ, ਧਨ ਦੀ ਸੇਵਾ ਹੈ ਤੇ ਮਨ ਦੀ ਸੇਵਾ ਹੈ। ਤਨ, ਧਨ, ਮਨ, ਇਹ ਤਿੰਨ ਸੇਵਾਵਾਂ ਨੇ। ਗੁਰਬਾਣੀ ਵਿੱਚ ਵੀ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਨਾ, ਭਾਈ ਜਿਹੜਾ ਤੂੰ ਕਹਿਣਾ ਵੀ ਮੈਂ ਕੰਮ ਕਰਦਾ, ਕਾਦੇ ਕਾਦੇ ਕੰਮ ਕਰਦਾ, ਜਾਂ ਮੈਂ ਦਾਨ ਕਰਦਾ, ਮੈਂ ਕੀ ਦਾਨ ਕਰਦਾ, ਮੈਂ ਸੇਵਾ ਕਰਦਾ, ਕਿਹੜੀ ਦਾਨ ਕਰਦਾ, ਤੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਤਿੰਨੇ ਚੀਜ਼ਾਂ ਗੁਰੂ ਨੂੰ ਸੌਂਪ ਦੇ, ਫਿਰ ਤੇਰੀਆਂ ਇਹ ਪ੍ਰਵਾਨ ਹੋ ਜਾਣਗੀਆਂ। ਸੇਵਾ ਕਰਨਾ ਵੀ ਸਾਡਾ ਕਿਤੇ ਨਾ ਕਿਤੇ ਆਪਦੀ ਇਹਨਾਂ ਤਿੰਨਾਂ ਚੀਜ਼ਾਂ ਦੀ ਗੁਰੂ ਤੋਂ ਪ੍ਰਵਾਨਗੀ ਲੈਣਾ ਹੁੰਦਾ ਹੈ ਵੀ ਮੈਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਗੁਰੂ ਦੇ ਅਰਪਣ ਕਰਕੇ, ਗੁਰੂ ਦੀ ਸੇਵਾ ਦੇ ਵਿੱਚ ਲਾ ਕੇ ਇਹਨਾਂ ਨੂੰ ਸਫਲ ਕਰ ਲਵਾਂ। ਤਾਂ ਉਹ ਜਦੋਂ ਸਤਿਗੁਰੂ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਇਹ ਵੀ ਇੱਕ ਸੇਵਾ ਹੈ। ਆਪਾਂ ਅੱਗੇ ਜਾ ਕੇ ਇਹਨੂੰ ਵਿਸਤਾਰ 'ਚ ਗੱਲ ਕਰਾਂਗੇ। ਸੋ ਅਗਲੀ ਜਿਹੜੀ ਹੈ ਸਾਡੀ, ਅਸੀਂ ਇਹਨਾਂ ਤਿੰਨਾਂ ਸੇਵਾਵਾਂ ਨੂੰ ਜਿਹੜਾ ਹੈ ਉਹ ਮਤਲਬ ਵਿਸਥਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਆਪ ਜੀ ਨੇ ਬੜੇ ਇਕਾਗਰਚਿਤ ਹੋ ਕੇ ਸੁਣਨਾ ਹੈ ਜੀ। ਸਭ ਤੋਂ ਪਹਿਲੀ ਅਗਲੀ ਸੇਵਾ ਹੈ ਅਗਲੀ ਸਲਾਈਡ ਤੇ, ਉਹ ਹੈ ਜੀ ਤਨ ਦੀ ਸੇਵਾ। ਸੋ ਅਸੀਂ ਦੇਖਦੇ ਹਾਂ ਤਨ ਦੀ ਸੇਵਾ। ਅਸੀਂ ਜਿਹੜੀ ਤਨ 'ਚ ਕੀ ਸੇਵਾ ਕਰਦੇ ਹਾਂ ਜੀ? ਹੱਥਾਂ ਨਾਲ, ਪੈਰਾਂ ਨਾਲ। ਹੁਣ ਹੱਥਾਂ ਨਾਲ ਜਿਵੇਂ ਅਸੀਂ ਕਹਿੰਦੇ ਜੀ ਲੰਗਰ ਦੇ ਵਿੱਚ ਸੇਵਾ ਕਰਨੀ, ਲੰਗਰ ਦੇ ਵਿੱਚ ਹੋ ਗਈ ਬਰਤਨਾਂ ਦੀ ਸੇਵਾ, ਹੋ ਗਈ ਝਾੜੂ ਦੀ ਸੇਵਾ, ਹੋ ਗਈ ਅਸੀਂ ਜਿਹੜਾ ਹੈ ਉਹ ਪਵਿੱਤਰ ਥਾਵਾਂ ਦੇ ਉੱਪਰ ਜਾ ਕੇ ਸਫਾਈ ਦੀ ਸੇਵਾ ਕਰਦੇ ਹਾਂ, ਚੌਰ ਸਾਹਿਬ ਦੀ ਸੇਵਾ ਕਰਦੇ ਹਾਂ, ਹੋਰ ਬੜੀਆਂ ਸੇਵਾਵਾਂ ਨੇ ਜਿਨ੍ਹਾਂ ਦੇ ਵਿਸਥਾਰ ਦੇ ਵਿੱਚ ਮੈਂ ਜਾ ਨਹੀਂ ਸਕਦਾ। ਅਸੀਂ ਬੜੀਆਂ ਤਰ੍ਹਾਂ ਦੀਆਂ ਟਹਿਲ ਸੇਵਾਵਾਂ ਕਮਾਉਂਦੇ। ਤਾਂ ਇਹ ਸੇਵਾਵਾਂ ਸਾਡੇ ਲਈ ਮੁਤਬਰਕ ਨੇ, ਪਵਿੱਤਰ ਨੇ, ਸਾਡੇ ਲਈ ਮੁਬਾਰਕ ਨੇ। ਅਸੀਂ ਕਰੀਏ, ਰੱਜ ਰੱਜ ਕਰੀਏ, ਕਿਉਂਕਿ ਇਹਨਾਂ ਸੇਵਾਵਾਂ ਨੇ ਸਾਨੂੰ ਦੁਨੀਆ ਦੇ ਵਿੱਚ ਬੜਾ ਮਾਣ ਦਵਾਇਆ ਹੈ। ਅੱਜ ਦੇਖੋ ਜਿੱਥੇ ਵੀ ਕਿਤੇ ਸੰਸਾਰ ਦੇ ਵਿੱਚ ਕੋਈ ਆਫਤ ਆਈ, ਵਿਪਤਾ ਆਈ, ਕਿਤੇ ਵੀ ਲੋੜ ਬਣੀ, ਤੇ ਜੋ ਗੁਰੂ ਸਾਹਿਬ ਨੇ ਸਮਰੱਥਾ ਬਖਸ਼ੀ ਨਾ ਗੁਰੂ ਕੇ ਸਿੱਖ ਨੂੰ, ਤੇ ਅੱਜ ਇਹ ਗੁਰੂ ਕਾ ਸਿੱਖ ਆਪਣੇ ਉਹ ਬਾਟੇ ਲੈ ਕੇ ਉੱਥੇ ਪਹੁੰਚ ਗਿਆ। ਤੇ ਲੰਗਰਾਂ ਦੀ ਤੇ ਹੋਰ ਜਿਹੜੇ ਸਾਡੇ ਮਹਾਨ ਜਿਹੜੇ ਇਹ ਸੀਗੇ ਸਾਡੇ ਸੰਕਲਪ, ਇਹਨਾਂ ਦੇ ਰਾਹੀਂ ਅੱਜ ਦੇਖੋ ਵੀ ਦੁਨੀਆ ਦੇ ਵਿੱਚ ਉਹ ਥਾਵਾਂ ਵੀ ਜਿੱਥੇ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਚੀਜ਼ਾਂ
ਵਰਲਡ ਸਰਕਾਰ ਜਿਹਨੂੰ ਆਪਾਂ UNO ਵਗੈਰਾ ਕਹਿੰਦੇ ਆ, ਉਹ ਵੀ ਕੰਮ ਨਹੀਂ ਕਰ ਸਕੀ। ਉਹਨੇ ਵੀ ਇਹ ਗੱਲ ਮੰਨੀ ਵੀ ਜਿਹੜਾ UNO ਦਾ ਕੰਮ ਹੈ ਨਾ, ਅੱਜ ਉਹ ਸਿੱਖ ਕੌਮ ਕਰ ਰਹੀ ਹੈ। ਸੋ ਗੁਰੂ ਪਿਆਰੇ, ਇਹ ਮੁਬਾਰਕ ਹੈ। ਹੱਥਾਂ ਨਾਲ ਸੇਵਾ ਹੈ, ਲੰਗਰਾਂ ਦੀ, ਬਰਤਨਾਂ ਦੀ, ਝਾੜੂ ਦੀ, ਅਸੀਂ ਸਾਰੇ ਕਰਦੇ ਹਾਂ। ਤੇ ਹੋਰ ਵੀ ਅਸੀਂ ਸੇਵਾਵਾਂ ਕਰਦੇ ਹਾਂ, ਜਿਵੇਂ ਕਿਸੇ ਦੀ ਹੱਥੀਂ ਸੇਵਾ ਕਰਨੀ, ਕੋਈ ਸਾਡੇ ਘਰ ਦੇ ਵਿੱਚ ਬਜ਼ੁਰਗ ਹੈ, ਕੋਈ ਗੁਆਂਢ ਦੇ ਵਿੱਚ ਜਿਹੜਾ ਲੋੜਵੰਦ ਹੈ, ਅਸੀਂ ਉਹਦੀ ਸੇਵਾ ਕਰਦੇ ਹਾਂ, ਹੱਥੀਂ ਸੇਵਾ ਕਰਦੇ ਹਾਂ। ਇਹ ਹੱਥਾਂ ਨਾਲ ਸੇਵਾ ਹੈ। ਪਰ ਇੱਕ ਸੂਖਮ ਸੇਵਾ ਜਿਹੜੀ ਸਾਨੂੰ ਕਦੇ ਦਿਸਦੀ ਨਹੀਂ, ਮੈਂ ਇੱਥੇ ਉਹਨੂੰ ਤੁਹਾਡੇ ਸਾਹਮਣੇ ਉਹ ਵੱਖਰਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਕਾਰਨ ਹੀ ਇਹ ਹੈ ਕਿਉਂਕਿ ਇਹ ਸੇਵਾ ਜਿਹੜੀ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਸੇਵਾ ਨਹੀਂ। ਕੋਈ ਬੰਦਾ ਚੰਗਾ ਕੰਮ ਕਰ ਰਿਹਾ ਨਾ ਜੀ, ਕੋਈ ਵਧੀਆ ਕੰਮ ਕਰ ਰਿਹਾ ਹੈ, ਕੋਈ ਨੌਜਵਾਨ ਵਧੀਆ ਪੜ੍ਹ ਰਿਹਾ ਹੈ, ਕੋਈ ਆਪਣੇ ਖੇਤਰ ਦੇ ਵਿੱਚ ਤਰੱਕੀ ਕਰ ਰਿਹਾ ਹੈ, ਤੇ ਸਾਡੇ ਮਨ ਵਿੱਚ ਕਦੇ ਈਰਖਾ ਨਹੀਂ ਹੋਣੀ ਚਾਹੀਦੀ। ਇਹ ਹੱਥ ਉਹਦੀਆਂ ਲੱਤਾਂ ਖਿੱਚਣ ਵਾਲੇ ਪਾਸੇ ਨਹੀਂ ਹੋਣੇ ਚਾਹੀਦੇ, ਤੇ ਅਸੀਂ ਉਹਨੂੰ ਥਾਪੜੇ ਦੇਣੇ ਨੇ, ਉਹਨੂੰ ਉਤਸ਼ਾਹਿਤ ਕਰਨਾ ਹੈ। ਇਹ ਵੀ ਸੇਵਾ ਹੈ। ਕਿਸੇ ਬੰਦਾ ਕੋਈ ਮਨੋਬਲ ਹਾਰਿਆ ਹੈ, ਕੋਈ ਬੰਦਾ ਡਿੱਗਿਆ ਹੈ, ਅਸੀਂ ਉਹਨੂੰ ਕਮਜ਼ੋਰ ਹੈ, ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਨੀ ਹੈ, ਸਹਾਰਾ ਦੇਣਾ ਹੈ। ਤਾਂ ਇਹ ਹੱਥ ਦੇਣ ਦਾ ਮਤਲਬ ਇਹ ਹੁੰਦਾ, ਜਿਵੇਂ ਆਮ ਆਪਾਂ ਦੇਖਦੇ ਹਾਂ ਨਾ ਜੀ, ਵੀ ਦੁਨੀਆ ਜਿਹੜੀ ਉਹ ਹੱਥ ਨਹੀਂ ਦਿੰਦੀ, ਦੁਨੀਆ ਧੱਕੇ ਦਿੰਦੀ ਹੈ ਇਹਨਾਂ ਹੱਥਾਂ ਦੇ ਨਾਲ। ਪਰ ਸਾਨੂੰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ, ਭਾਈ ਤੂੰ ਸਦਾ ਦੁਨੀਆ ਦੇ ਵਿੱਚ ਸੇਵ ਕਮਾਉਣੀ ਹੈ ਨਾ, ਤੇ ਤੂੰ ਸਦਾ ਹਮੇਸ਼ਾ ਕਿਸੇ ਦਾ ਸਹਾਰਾ ਬਣ ਕੇ ਰਹਿਣਾ। ਹੱਥ ਦੇਣ ਤੋਂ ਭਾਵ ਹੈ ਸਹਾਰਾ ਬਣਨਾ ਅਸੀਂ। ਤੇ ਸਤਿਗੁਰੂ ਨੇ ਤਾਂ ਸਾਨੂੰ ਬੜਾ ਵੱਡਾ ਸੰਕਲਪ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਜੇ ਤੂੰ ਸੇਵਾ ਹੀ ਨਹੀਂ ਕਰਦਾ ਇਹਨਾਂ ਹੱਥਾਂ ਪੈਰਾਂ ਨਾਲ, ਤੇ ਫਿਰ ਤੇਰਾ ਜੀਵਨ ਹੈ ਜਿਹੜਾ ਉਹ ਸਫਲ ਨਹੀਂ ਕਿਹਾ ਜਾ ਸਕਦਾ। ਹੁਣ ਅਸੀਂ ਆਪਣੇ ਆਪ ਨੂੰ ਕਈ ਵਾਰੀ ਇਹ ਕਹਿੰਦੇ ਆ ਵੀ ਮੈਂ ਸਾਲ ਦੇ ਵਿੱਚ ਮੈਂ ਪਾਸ ਹੋ ਗਿਆ। ਹੁਣ ਪਾਸ ਉਹ ਵੀ ਹੋ ਜਾਂਦੇ ਨੇ ਜਿਹੜੇ ਮਿਹਨਤ ਨਹੀਂ ਕਰਦੇ, ਨਕਲ ਮਾਰਦੇ ਨੇ। ਪਰ ਸੱਚ ਜਾਣਿਓ, ਜਦੋਂ ਉਹ ਆਪਣੇ ਅੰਦਰ ਝਾਕਦੇ ਨੇ, ਉਹਨਾਂ ਨੂੰ ਵੀ ਮਹਿਸੂਸ ਹੁੰਦਾ ਹੈ ਵੀ ਇਹ ਜਿਹੜੀ ਮੇਰੀ ਸਫਲਤਾ ਹੈ, ਇਹ ਜਿਹੜਾ ਮੇਰਾ ਮਰਤਬਾ ਹੈ ਜਾਂ ਮੰਜ਼ਿਲ ਜਿਹੜੀ ਮੈਂ ਪਾਈ ਹੈ, ਮੇਰੀ ਆਪਦੀ ਨਹੀਂ, ਇਹ ਤਾਂ ਕਿਸੇ ਦੀ ਹੈ। ਤੇ ਜੇ ਕਿਤੇ ਉਹਨੇ ਉਹੀ ਮਿਹਨਤ ਕੀਤੀ ਹੋਵੇ ਤੇ ਉਹ ਬੰਦਾ ਆਪਣੀ ਮਿਹਨਤ ਤੇ ਮਾਣ ਕਰਦਾ, ਉਹਨੂੰ ਆਤਮਿਕ ਖੁਸ਼ੀ ਵੀ ਮਿਲਦੀ ਹੈ। ਸਤਿਗੁਰੂ ਇਸੇ ਕਰਕੇ ਕਹਿੰਦੇ ਨੇ, ਮਿਲ ਸੇਵਾ ਤਿਰਗ ਹੱਥ ਪੈਰ ਹੋਰ ਨੇ ਫਲ ਕਰਨੀ। ਇਹ ਸੇਵਾ ਕਰਕੇ ਹੀ ਜਿਹੜਾ ਸਾਡਾ ਜੀਵਨ ਸਫਲ ਹੁੰਦਾ ਹੈ। ਇਹ ਜਿਹੜਾ ਹੱਥਾਂ ਨਾਲ ਸੇਵਾ ਤੋਂ ਬਾਅਦ ਸਰੀਰਕ ਸਫਾਈ, ਜਿਹੜੀ ਤਨ ਦੀ ਸਫਾਈ ਹੈ, ਉਹ ਅੱਗੇ ਦੇਖਦੇ ਹਾਂ ਆਪਾਂ, ਉਹ ਹੈ ਜੀ ਪੈਰਾਂ ਨਾਲ। ਅੱਗੇ ਚੱਲੋ ਵੀ ਜੀ। ਸੋ ਹੱਥਾਂ ਨਾਲ ਜਿਹੜੀ ਅਸੀਂ ਸੇਵਾ ਕਰਨ ਤੋਂ ਬਾਅਦ ਨੈਕਸਟ ਜਿਹੜੀ ਸਲਾਈਡ ਹੈ ਉਹ ਸਾਡੀ ਹੈ ਪੈਰਾਂ ਨਾਲ। ਹੁਣ ਪੈਰਾਂ ਨਾਲ ਕਿਵੇਂ ਕਰਦੇ? ਹੁਣ ਪੈਰਾਂ ਨਾਲ ਅਸੀਂ ਦੇਖਦੇ ਹਾਂ ਆਮ ਕਰਕੇ ਸਾਡੇ ਜਦੋਂ ਅਸੀਂ ਕਿਤੇ ਅਧਿਆਤਮਿਕ ਤੇ ਜਾਂ ਕਿਸੇ ਧਾਰਮਿਕ ਵੀਰ ਦੇ ਵਿਚਾਰ ਸੁਣਦੇ ਹਾਂ ਤਾਂ ਉਹ ਕਹਿੰਦੇ ਨੇ ਜੀ ਹੱਥਾਂ ਨਾਲ ਸੇਵਾ ਕਰਨੀ ਹੈ। ਅਸੀਂ ਸਾਰੀ ਜਿਹੜੀ ਆਪਾਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ, ਤੇ ਪੈਰਾਂ ਨਾਲ ਇਹ ਵੱਡੀ ਸੇਵਾ ਹੈ। ਗੁਰਦੁਆਰੇ ਜਾਣਾ, ਸੰਗਤ ਵਿੱਚ ਜਾਣਾ, ਕਿਸੇ ਧਾਰਮਿਕ ਸਥਾਨ ਤੇ ਜਾਣਾ, ਚੰਗੇ ਪਾਸੇ ਜਾਣਾ, ਇਹ ਸੇਵਾ ਹੈ। ਬੜੀ ਵਧੀਆ ਗੱਲ ਹੈ ਜੀ। ਮੈਂ ਕਹਿੰਦਾ ਜੀ ਵਾਰ-ਵਾਰ ਮੈਂ ਇਹ ਬੇਨਤੀ ਕਰ ਰਿਹਾ ਵੀ ਅਸੀਂ ਕਦੇ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਾਂ ਕੋਈ ਵੀ ਵੀਰ ਭੈਣ ਜਿਹੜਾ ਗੁਰੂ ਕੀ ਬਾਣੀ ਪੜ੍ਹਦਾ ਹੈ, ਉਹ ਕਦੇ ਵੀ ਇਹਨਾਂ ਚੀਜ਼ਾਂ ਤੋਂ ਮੁਨਕਰ ਨਹੀਂ ਹੋ ਸਕਦਾ ਵੀ ਇਹ ਕਰਨੀਆਂ ਜਿਹੜੇ ਅਸੀਂ ਤਾਂ ਇਹਨਾਂ ਨੂੰ ਹਮੇਸ਼ਾ ਸਿਰ ਮੱਥੇ ਲੈਂਦੇ ਹਾਂ ਜੀ, ਇਹ ਚੀਜ਼ਾਂ ਕਰਨੀਆਂ ਨੇ, ਕਿਉਂਕਿ ਸੰਗਤ ਬਿਨਾਂ ਸਾਡਾ ਗੁਜ਼ਾਰਾ ਨਹੀਂ। ਗੁਰੂ ਕੇ ਸਿੱਖ ਦੇ ਲਈ ਤਿੰਨ ਮੇਨ ਚੀਜ਼ਾਂ ਨੇ, ਸੇਵਾ, ਸਿਮਰਨ ਤੇ ਸੰਗਤ। ਜਿੱਥੇ ਪਰਪੱਕਤਾ ਹੋਣੀ ਆ, ਜਿੱਥੇ ਅਸੀਂ ਘੜੇ ਜਾਂਦੇ ਹਾਂ। ਜੇ ਸਾਡੇ ਕੋਲ ਸਿਮਰਨ ਨਹੀਂ ਤਾਂ ਸੇਵਾ ਨਹੀਂ ਹੁੰਦੀ। ਸਿਮਰਨ ਹੈ, ਸੇਵਾ ਹੈ, ਪਰ ਜੇ ਸੰਗਤ ਨਹੀਂ ਤੇ ਅਸੀਂ ਕਿਤੇ ਫਿਰ ਵੀ ਡੋਲ ਸਕਦੇ ਹਾਂ। ਸੋ ਇਸ ਕਰਕੇ ਸਾਨੂੰ ਸਭ ਤੋਂ ਤਿੰਨੇ ਹੀ ਚੀਜ਼ਾਂ ਤੇ ਪਹਿਰਾ ਦੇਣਾ ਪਏਗਾ, ਸੇਵਾ, ਸਿਮਰਨ ਔਰ ਸੰਗਤ। ਸਹੀ ਹੈ ਜੀ, ਇਹਨਾਂ ਪੈਰਾਂ ਨਾਲ ਅਸੀਂ ਸੇਵਾ ਕਮਾਉਣੀ ਹੈ, ਸੰਗਤ ਵਿੱਚ ਜਾਣਾ ਹੈ। ਪਰ ਨਾਲ ਹੀ ਪੈਰਾਂ ਦੀ ਇੱਕ ਹੋਰ ਵੀ ਵੱਡੀ ਸੇਵਾ ਹੈ। ਹੁਣ ਆਮ ਅੱਜ ਕੱਲ ਅਸੀਂ ਕੀ ਦੇਖਦੇ ਹਾਂ ਸਮਾਜ ਦੇ ਵਿੱਚ, ਮੈਂ ਸਮਝਦਾ ਵੀ ਕੋਈ ਵੀ ਮਾਂ-ਬਾਪ ਨੂੰ ਇਹ ਚਿੰਤਾ ਨਹੀਂ ਵੀ ਮੇਰਾ ਧੀ ਪੁੱਤ ਵੱਡਾ ਹੋ ਕੇ ਅਫਸਰ ਬਣੇਗਾ, ਕਿੱਡਾ ਵੱਡਾ ਅਫਸਰ ਬਣੇਗਾ ਜਾਂ ਕੀ ਬਣੇਗਾ। ਉਹਦੇ ਨਾਲੋਂ ਪਹਿਲਾਂ ਇਹ ਚਿੰਤਾ ਪਈ ਹੋਈ ਹੈ ਕਿ ਮੇਰਾ ਧੀ ਪੁੱਤ ਅੱਜ ਜਵਾਨ ਹੋਏਗਾ ਕਿ ਨਹੀਂ ਹੋਏਗਾ। ਇਹ ਸਭ ਤੋਂ ਵੱਡੀ ਚਿੰਤਾ। ਕਿਉਂ ਚਿੰਤਾ ਬਣੀ? ਤੁਸੀਂ ਸਾਰੇ ਨੌਜਵਾਨ ਬੱਚੇ ਬੱਚੀਆਂ ਬੈਠੇ ਹੋ, ਸੂਝਵਾਨ ਬੈਠੇ ਹੋ, ਸਿਆਣੇ ਬੈਠੇ ਹੋ, ਇਹ ਕਿਉਂ ਬਣੀ ਅੱਜ? ਇਹਦਾ ਮਤਲਬ ਇਹੀ ਹੈ ਕਿ ਸਾਡੇ ਨੌਜਵਾਨ ਨੂੰ ਅੱਜ ਸਹੀ ਰਾਹ ਭੁੱਲ ਗਿਆ। ਤਾਂ ਮੈਂ ਬੇਨਤੀ ਕਰਾਂ, ਗੁਰੂ ਦੇ ਦੱਸੇ ਮਾਰਗ ਨਾਲ, ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਨਾ, ਬਾਣੀ ਦੇ ਉਪਦੇਸ਼ ਨੂੰ ਸਮਝ ਕੇ ਸਹੀ ਰਾਹ ਤੇ ਤੁਰੇ ਜਾਣਾ, ਇਹ ਵੀ ਪੈਰਾਂ ਦੀ ਸੇਵਾ ਹੈ ਗੁਰੂ ਪਿਆਰਿਓ। ਰਸਤੇ ਤੋਂ ਭਟਕਣਾ ਨਹੀਂ, ਸਹੀ ਰਾਹ ਤੁਰਨਾ। ਹੁਣ ਹਰ ਇੱਕ ਬੰਦਾ ਜਿਹੜਾ ਹੈ ਉਹ ਚਾਹੁੰਦਾ ਹੈ ਮੈਂ ਸਿਆਣਾ ਬਣਾ,
ਗੁਰੂ ਬਖਸ਼ਿਸ਼ ਕਰ ਦਿੰਦਾ। ਕਈ ਵਾਰੀ ਅਸੀਂ ਸਹੀ ਰਾਹ ਤੇ ਆਪ ਤੁਰਦੇ ਰਹਿੰਦੇ ਹਾਂ, ਪਰ ਕਈ ਵਾਰੀ ਸਾਨੂੰ ਇਹ ਹੁੰਦਾ ਹੈ ਵੀ ਯਾਰ ਆਪਾਂ ਤਾਂ ਠੀਕ, ਆਪਾਂ ਕਿਸੇ ਤੋਂ ਕੀ ਲੈਣਾ। ਨਹੀਂ ਗੁਰੂ ਪਿਆਰਿਓ, ਇਹ ਵੀ ਸੇਵਾ ਹੈ। ਜਿਵੇਂ ਅੱਜ ਤੁਸੀਂ ਸਾਰੇ ਜੁੜ ਬੈਠੇ ਹੋ ਨਾ, ਮੈਂ ਤੁਹਾਡਾ ਧੰਨਵਾਦ ਕਰਦਾ ਔਰ ਵਧਾਈ ਵੀ ਦਿੰਦਾ। ਇੱਥੇ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਹੈ ਅੱਜ ਦੇ ਇਸ ਸਮਰ ਕੈਂਪ ਦੇ ਵਿੱਚ, ਜਿੱਥੇ ਤੁਸੀਂ ਆਪ ਜੁੜੇ, ਤੁਸੀਂ ਆਪਣੇ ਸਾਥੀਆਂ ਨੂੰ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਰਾਹ ਤੋਂ ਹੋ ਸਕਦਾ ਹੈ ਅੱਜ ਤੁਸੀਂ ਕੁਰਬਾਨੀ ਕੀਤੀ। ਕਾਹਦੀ ਕੁਰਬਾਨੀ ਕੀਤੀ? ਜਿਵੇਂ ਕਈ ਅੱਜ ਬੈਠੇ ਕੇਵਲ ਮੋਬਾਈਲਾਂ ਦੇ ਵਿੱਚ ਗੇਮਾਂ ਖੇਡਦੇ ਪਏ ਹੋਣਗੇ, ਕਈ ਜਿਹੜਾ ਹੈ ਕਿਸੇ ਨਾਲ ਬੈਠੇ ਗੱਪਾਂ ਮਾਰ ਰਹੇ ਹੋਣਗੇ, ਕੋਈ ਕਿਸੇ ਟੀਵੀ ਦੇ ਸੀਰੀਅਲ ਲੱਗੇ ਬੈਠਾ, ਉਹ ਉਸ ਪਾਸੇ ਤੁਰਿਆ ਹੋਏਗਾ। ਪਰ ਤੁਸੀਂ ਆਪ ਸਹੀ ਰਾਹ ਚੁਣ ਕੇ ਅੱਜ ਅਸੀਂ ਸਰਬੱਤ ਦੇ ਭਲੇ ਦੀ ਸੋਚ ਨਾਲ ਜੁੜ ਬੈਠੇ ਆ ਨਾ, ਸੇਵਾ ਤੇ ਸਿਮਰਨ ਦੀ ਗੱਲ ਪਏ ਕਰਦੇ ਆ। ਤੇ ਗੁਰੂ ਪਿਆਰਿਓ, ਇਹ ਸਹੀ ਰਾਹ ਤੁਰਨ ਦਾ ਇੱਕ ਸੰਦੇਸ਼ ਹੈ। ਔਰ ਨਾਲ ਹੀ ਤੁਸੀਂ ਦੂਜੇ ਵੀਰ ਭੈਣਾਂ ਨੂੰ ਜੋੜਿਆ, ਇਹ ਵੀ ਗੁਰੂ ਪਿਆਰਿਓ ਕੋਈ ਛੋਟੀ ਸੇਵਾ ਨਹੀਂ ਹੈ, ਬੜੀ ਵੱਡੀ ਸੇਵਾ ਹੈ ਜਿਹੜੀ ਤੁਸੀਂ ਕਰ ਰਹੇ ਹੋ। ਅੱਜ ਸਾਰੇ ਵੀਰ ਜਿਹੜੇ ਕਰ ਰਹੇ ਨੇ, ਸਹੀ ਰਾਹ ਤੁਰਨਾ ਤੇ ਤੋਰਨਾ ਅੱਜ ਬੜੀ ਸਮੇਂ ਦੀ ਲੋੜ ਹੈ। ਕਿਉਂਕਿ ਸੇਵਾ ਨਾ ਜੀ ਜਿਹੜੀ, ਦੇਖਿਓ ਸਮੇਂ ਸਾਡੇ ਇਤਿਹਾਸ ਦੇ ਵਿੱਚੋਂ ਪ੍ਰੇਰਨਾਵਾਂ ਲੈ ਕੇ, ਵੀ ਜਦੋਂ ਕਦੇ ਵੀ ਜਿਹੜੇ ਢੰਗ ਦੀ ਸੰਸਾਰ ਨੂੰ ਲੋੜ ਪਈ, ਗੁਰੂ ਸਾਹਿਬ ਨੇ ਉਹੀ ਸੇਵਾ ਕੀਤੀ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਤੁਰ ਕੇ ਦੇਖਿਓ ਜਾ ਕੇ ਸੰਸਾਰ ਦੇ ਜਗਤ ਜਲੰਦੇ ਦੇ ਕੋਲ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਸੇਵਾ ਸੀ। ਗੁਰੂ ਸਾਹਿਬ ਭੁੱਖੇ ਪਿਆਸੇ ਰਹਿ ਕੇ, ਦੁੱਖਾਂ ਤਿਹਾਂ ਸਹਿ ਕੇ, ਰੋੜਾਂ ਤੇ ਸੌਂ ਕੇ ਗੁਰੂ ਸਾਹਿਬ ਨੇ ਉਹ ਸੇਵਾਵਾਂ ਨਿਭਾਈਆਂ, ਲੋਕਾਂ ਨੂੰ ਜਾਗਰਤ ਕੀਤਾ। ਬੜੀ ਇਹ ਗਿਆਨ ਦੀ ਮਿਸਾਲ ਲੈ ਕੇ ਅੱਗੇ ਤੁਰਦੇ ਰਹੇ ਹਾਂ। ਤੇ ਜਦੋਂ ਕਦੇ ਐਸਾ ਸਮਾਂ ਆਇਆ ਵੀ ਗੁਰੂ ਕੇ ਲੰਗਰ ਚੱਲਦੇ ਨੇ, ਪਰ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਨੂੰ ਭਾਈ ਫਲਾਣੇ ਥਾਂ ਜਿਹੜਾ ਹੈ ਕਾਲ ਪਿਆ ਹੋਇਆ ਹੈ, ਗੁਰੂ ਸਾਹਿਬ ਉੱਥੋਂ ਲੰਗਰ ਦੀ ਰਾਸ਼ਨ ਦੇ ਵਿੱਚੋਂ ਰਸਤ ਲੈ ਕੇ ਉੱਥੇ ਪਹੁੰਚੇ ਨੇ। ਜਿੱਥੇ ਪਤਾ ਲੱਗਿਆ ਭਾਈ ਆਹ ਬਿਮਾਰੀ ਕੋੜ ਦੀ ਹੋ ਗਈ, ਤੇ ਗੁਰੂ ਸਾਹਿਬ ਨੇ ਤਰਨ ਤਾਰਨ ਬੈਠ ਕੇ ਉਹ ਕੋੜੀ ਘਰ ਬਣਾ ਕੇ ਉਹ ਹੱਥੀ ਉਹ ਸੇਵਾ ਸ਼ੁਰੂ ਕੀਤੀ। ਆਪ ਜੀ ਨੇ ਦੇਖਿਆ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਨੇ ਦਿੱਲੀ ਦੇ ਵਿੱਚ ਚੇਚਕ ਦੇ ਰੋਗੀਆਂ ਦੀ ਸੇਵਾ ਕਰਦਿਆਂ ਆਪ ਉਸ ਅਕਾਲ ਪੁਰਖ ਦੀ ਜੋਤ ਦੇ ਵਿੱਚ ਮਿਲਣਾ ਕੀਤਾ। ਸੋ ਗੁਰੂ ਪਿਆਰਿਓ, ਜਿੱਥੇ ਵੀ ਜਿਵੇਂ ਵੀ ਲੋੜ ਪਈ, ਦੂਜੇ ਪਾਤਸ਼ਾਹ ਜੀ ਨੇ ਅੱਖਰ ਗਿਆਨ ਦੇ ਨਾਲ ਉਹ ਸਾਨੂੰ ਇਹ ਸੰਦੇਸ਼ ਦਿੱਤਾ। ਗੁਰੂ ਪਿਆਰਿਆ, ਸੇਵਾ ਕੇਵਲ ਇੱਕ ਨਹੀਂ ਹੁੰਦੀ, ਸੇਵਾ ਦੇ ਬੜੇ ਰਾਹ ਹੁੰਦੇ ਨੇ, ਬੜੇ ਥਾਂ ਹੁੰਦੇ ਨੇ। ਜਿੱਥੇ ਵੀ ਤੈਨੂੰ ਲੱਗੇ ਵੀ ਇੱਥੇ ਮੇਰੀ ਲੋੜ ਹੈ, ਤੂੰ ਉੱਥੇ ਹੀ ਉਸ ਦੀ ਲੋੜ ਪੂਰੀ ਕਰਨੀ ਹੈ, ਤੂੰ ਸਹੀ ਸੇਵਾ ਦੇ ਰਾਹ ਤੇ ਤੁਰਿਆ ਜਾ ਰਿਹਾ। ਸੋ ਮੈਂ ਬੇਨਤੀ ਕਰਾਂ, ਸਹੀ ਰਾਹ ਤੁਰਨਾ ਤੇ ਤੋਰਨਾ, ਕੌਮ ਤੇ ਸਰਬੱਤ ਦੇ ਭਲੇ ਲਈ ਨਾਲ ਲੈ ਕੇ ਤੁਰਨਾ, ਇਹ ਇੱਕ ਬੜੀ ਵੱਡੀ ਅੱਜ ਦੀ ਸੇਵਾ ਹੈ। ਗੁਰੂ ਪਿਆਰਿਓ, ਦੂਜੀਆਂ ਸੇਵਾਵਾਂ ਨਾਲ ਨਾਲ ਕਮਾਈ ਜਾਣੀਆਂ ਨੇ, ਹੱਥਾਂ ਦੀ ਸੇਵਾ, ਗੁਰੂ ਘਰ ਦੀ ਸੇਵਾ ਕਰਦੇ ਰਹਿਣਾ, ਸੰਗਤ ਵਿੱਚ ਜਾਂਦੇ ਰਹਿਣਾ, ਇਹ ਸਾਡੀ ਪ੍ਰਪੱਕਤਾ ਹੈ। ਸੋ ਸਹੀ ਰਾਹ ਅਸੀਂ ਜੇ ਆਪ ਤੁਰੇ ਆ ਨਾ, ਜੇ ਤੁਸੀਂ ਅੱਜ ਜਥੇਬੰਦੀ ਦੇ ਪਲੇਟਫਾਰਮ ਤੋਂ ਇੱਥੇ ਜਥੇਬੰਦਕ ਸੋਚ ਨੂੰ, ਗੋਬਿੰਦ ਦੇ ਭਲੇ ਦੇ ਸਰਬੱਤ ਦੇ ਭਲੇ ਦੀ ਸੋਚ ਨੂੰ ਲੈ ਕੇ ਤੁਰੇ ਹੋ, ਤੇ ਤੁਸੀਂ ਹੋਰਨਾਂ ਭੈਣ ਭਰਾਵਾਂ ਨੂੰ ਵੀ ਪ੍ਰੇਰਨਾ ਕਰਕੇ ਨਾਲ ਜੋੜ ਰਹੇ ਹੋ, ਤੇ ਇਹ ਵੀ ਕੋਈ ਵੱਡੀ ਸੇਵਾ, ਮਾਫ ਕਰਨਾ, ਇਹ ਵੀ ਕੋਈ ਛੋਟੀ ਸੇਵਾ ਨਹੀਂ ਹੈ। ਸੋ ਅਸੀਂ ਅੱਗੇ ਚੱਲੀਏ। ਹੱਥਾਂ ਨਾਲ ਸੇਵਾ, ਪੈਰਾਂ ਨਾਲ ਸੇਵਾ, ਇਹ ਜਿਹੜੀ ਹੈ ਇਹ ਤਨ ਦੀ ਸੇਵਾ ਹੈ। ਸੋ ਅਸੀਂ ਇਹ ਕਰਨੀਆਂ ਨੇ। ਉਸ ਤੋਂ ਬਾਅਦ ਅੱਗੇ ਆਉਂਦੀ ਹੈ ਜੀ ਧਨ ਦੀ ਸੇਵਾ। ਹੁਣ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿਰਤ ਕਰਨਾ, ਵੰਡ ਛਕਣਾ। ਹੁਣ ਕਈ ਵਾਰੀ ਇਹ ਹੁੰਦਾ ਜੀ ਕਿਰਤ ਕਰਨਾ ਤਾਂ ਤਨ ਦੀ ਸੇਵਾ ਹੈ। ਗੁਰੂ ਪਿਆਰਿਓ, ਕੱਲਾ ਕਿਰਤ ਕਰਨਾ ਕੱਲੀ ਸਰੀਰਕ ਸੇਵਾ ਨਹੀਂ ਹੁੰਦੀ। ਕੋਈ ਗੁਰੂ ਪਿਆਰਾ ਨੌਕਰੀ ਕਰਦਾ ਪਿਆ, ਜਿਹਨੇ ਜਿਹੜਾ ਹੈ ਕਈ ਵਾਹੁਣ ਦਾ ਜਾਂ ਹੋਰੋਂ ਕੰਮ ਨਹੀਂ ਕਰਨਾ, ਪਰ ਉਹਦੀ ਕਿਰਤ ਜਿਹੜੀ ਹੈਗੀ ਹੈ ਉਹ ਹੈ ਦੂਸਰਿਆਂ ਨੂੰ ਸੰਦੇਸ਼ ਦੇਣਾ, ਉਪਦੇਸ਼ ਦੇਣਾ, ਭਾਵ ਜਾਂ ਇਹ ਕਹਿ ਲਓ ਦੂਸਰਿਆਂ ਨੂੰ ਗਿਆਨ ਵੰਡਣਾ। ਜਿਸ ਤਰ੍ਹਾਂ ਸਾਡੇ ਅਧਿਆਪਕ ਸਾਹਿਬਾਨ ਕਰਦੇ ਪਏ ਨੇ, ਜਿਸ ਤਰ੍ਹਾਂ ਵੀਰ ਜੀ ਹੋਰੀ ਸੇਵਾ ਕਮਾ ਰਹੇ ਨੇ ਘਰਾਂ ਦੇ ਵਿੱਚ ਬੈਠ ਕੇ, ਇਹ ਵੀ ਇੱਕ ਕਿਰਤ ਹੈ। ਕਿਰਤ ਕਰਨਾ, ਕਿਰਤ ਬੜੇ ਤਰ੍ਹਾਂ ਦੀ ਹੁੰਦੀ ਹੈ। ਤਾਂ ਕਿਰਤ ਕਰਨਾ, ਦੂਸਰਾ ਵੰਡ ਕੇ ਛਕਣਾ। ਜਿਹੜਾ ਸਾਨੂੰ ਮਿਲਿਆ ਗੁਰੂ ਪਾਤਸ਼ਾਹ ਨੇ ਦਿੱਤਾ, ਉਹਨੂੰ ਵੰਡ ਕੇ ਛਕਣਾ, ਅਸੀਂ ਦਸਵੰਧ ਦੇ ਰੂਪ ਵਿੱਚ ਕਹਿੰਦੇ। ਹੁਣ ਦਸਵੰਧ ਹੈ ਜਿਹੜਾ, ਇਹ ਮੇਰਾ ਨਹੀਂ, ਦਸਵੰਧ ਕਿਸੇ ਬੰਦੇ ਨੇ ਨਹੀਂ ਕਿਹਾ। ਧਨ ਦੀ ਸੇਵਾ ਜਿਹੜੀ ਮੈਂ ਗੱਲ ਕਰ ਰਿਹਾ, ਅਸੀਂ ਗੁਰੂ ਘਰੇ ਜਿਹੜਾ ਹੈ ਉਹ ਦਿੰਨੇ ਆ। ਗੁਰੂ ਕੇ ਜਿਹੜਾ ਦੁਨੀਆ ਦੇ ਦਾਤਾ ਕੇਵਲ ਇੱਕ ਹੈ, ਜਿਹੜਾ ਸਾਰਿਆਂ ਨੂੰ ਦੇਣ ਵਾਲਾ ਹੈ। ਅਸੀਂ ਤੇ ਇੱਥੋਂ ਲੈ ਕੇ ਦੂਜੇ ਥਾਂ ਤੇ ਫਿਰ ਹੋਰ ਮੰਗਣ ਤੁਰ ਪੈਂਦੇ ਆ। ਗੁਰੂ ਸਾਹਿਬ ਕਹਿੰਦੇ ਦਾਤਾ ਇਹ ਨਾ ਆਖੀਏ ਫਿਰ ਮੰਗਣ ਜਾਈਏ। ਜਿਹੜਾ ਦਾਤਾ ਹੈ ਨਾ ਉਹ ਮੰਗਣ ਨਹੀਂ ਜਾਂਦਾ, ਦਾਤਾ ਕੇਵਲ ਇੱਕ ਹੈ। ਸੋ ਮੈਂ ਮਾਫ ਕਰਿਓ, ਮੇਰੇ ਤੋਂ ਸ਼ਬਦ ਵਰਤਿਆ ਗਿਆ ਸੀ। ਅਸੀਂ ਗੁਰੂ ਘਰਾਂ ਦੇ ਵਿੱਚ ਆਪਣੀ ਸੇਵਾ ਪਾਉਨੇ ਆ, ਇਹ ਮੁਬਾਰਕ ਹੈ, ਕਿਉਂਕਿ ਗੁਰੂ ਦਾ ਹੁਕਮ ਹੈ ਸਾਡੇ ਲਈ ਦਸਵੰਧ ਕੱਢਣਾ। ਗੁਰੂ ਸਾਹਿਬ ਕਹਿੰਦੇ ਦਸਨਖ ਜੋ ਨਾ ਦੇਵਈ, ਜਿਹੜਾ ਬੰਦਾ ਦਸਵੰਧ ਨਹੀਂ ਨਾ ਕੱਢਦਾ, ਦਸਨਖ ਜੋ ਨਾ ਦੇਵਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸਕਾ ਕਛ ਨਾ ਵਸਾਏ। ਹੇ ਨੰਦ ਲਾਲ ਜੀ, ਉਹਦਾ ਗੁਰੂ ਨੂੰ ਕੋਈ ਵਸਾ ਨਹੀਂ, ਭਰੋਸਾ ਨਹੀਂ। ਜਿਹੜਾ ਆਪਦਾ ਹਿੱਸਾ ਆਪ ਨਹੀਂ ਦੇ ਸਕਦਾ, ਤੇ ਉਹਦੇ
ਉਹ ਤਾਂ ਫਿਰ ਬੇਈਮਾਨੀ ਦੀ ਗੱਲ ਹੋਈ ਨਾ। ਤੇ ਗੁਰੂ ਸਾਹਿਬ ਕਹਿੰਦੇ ਭਾਈ ਧਨ ਦੀ ਸੇਵਾ, ਹੁਣ ਇਹ ਸੇਵਾ ਵੱਖ-ਵੱਖ ਢੰਗਾਂ ਦੇ ਰੂਪ ਵਿੱਚ ਕਮਾਈ ਜਾ ਸਕਦੀ। ਇਕੱਲੀ ਇਹ ਨਹੀਂ ਵੀ ਅਸੀਂ ਸਿਰਫ ਜਿਹੜਾ ਹੈ ਉਹ ਪੈਸਾ ਦੇ ਕੇ ਇੱਕ ਧਾਰਮਿਕ ਸਥਾਨ ਤੇ ਪੈਸਾ ਦੇਣਾ, ਚਾਹੇ ਉਹ ਸਾਡਾ ਗੁਰਦੁਆਰਾ ਸਾਹਿਬ ਹੋ ਸਕਦਾ ਹੈ, ਮੰਦਿਰ ਹੋ ਸਕਦਾ ਹੈ, ਮਸਜਿਦ ਹੋ ਸਕਦੀ ਹੈ, ਕੋਈ ਹੋਰ ਧਾਰਮਿਕ ਸਥਾਨ ਹੋ ਸਕਦਾ। ਗੁਰੂ ਪਿਆਰਿਓ, ਉੱਥੇ ਵੀ ਜੇ ਲੋੜ ਹੈ ਤਾਂ ਜਿੰਨੀ ਲੋੜ ਹੈ ਉੱਥੇ ਪੈਸਾ ਦੇਣਾ ਬਣਦਾ ਹੈ। ਪਰ ਕੁਝ ਕਾਰਜ ਐਸੇ ਪਏ ਨੇ ਹਜੇ ਜਿਹੜੇ ਪਾਸੋਂ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਸੇਵਾ ਨਹੀਂ। ਮੈਂ ਬੇਨਤੀ ਕਰਾਂ, ਕੋਈ ਲੋੜਵੰਦ ਵੀਰ ਹੈ, ਬੱਚਾ ਹੈ, ਬੜਾ ਹੁਸ਼ਿਆਰ ਹੈ, ਹੋ ਸਕਦਾ ਹੈ ਉਹ ਪੜ੍ਹ ਲਿਖ ਕੇ ਜਿੱਥੇ ਆਪਣਾ ਜੀਵਨ ਸਵਾਰ ਲਏਗਾ ਉੱਥੇ ਪਤਾ ਨਹੀਂ ਕਿੰਨਿਆਂ ਦੀਆਂ ਜ਼ਿੰਦਗੀਆਂ ਨੂੰ ਸਵਾਰਨ ਦੇ ਵਿੱਚ ਮਦਦ ਕਰੇਗਾ। ਤੇ ਉਹ ਬੱਚਾ ਅੱਜ ਫੀਸ ਦੇ ਪੱਖੋਂ ਜਾਂ ਕਦੇ ਨਾ ਕਦੇ ਹੋ ਸਕਦਾ ਹੈ ਕਿਸੇ ਉਹ ਆਪਦੀ ਕਿਤਾਬ ਦੇ ਪੱਖੋਂ ਜਾਂ ਇਸ ਤਰ੍ਹਾਂ ਦੇ ਕਿਸੇ ਕਾਰਨ ਕਰਕੇ ਪਛੜ ਜੇ, ਉਹ ਕਿਸੇ ਲੋੜ ਕਰਕੇ ਆਪਦੀ ਉਹ ਪੜ੍ਹਾਈ ਛੱਡ ਕੇ ਕਿਤੇ ਹੋਰ ਪਾਸੇ ਚਲਾ ਜਾਵੇ, ਤੇ ਇਹਦੀ ਪੜ੍ਹਾਈ ਜਾਰੀ ਰੱਖ ਦੇਣਾ, ਉਹਦੀ ਮਦਦ ਕਰ ਦੇਣਾ, ਇਹ ਵੀ ਅੱਜ ਬਹੁਤ ਵੱਡੀ ਸੇਵਾ ਹੈ, ਬੜੀ ਵਧੀਆ ਸੇਵਾ ਹੈ। ਤੁਸੀਂ ਦੇਖਦੇ ਹੋ ਨਾ, ਪਿਛਲੇ ਸਮੇਂ ਦੇ ਵਿੱਚ ਆਪਣੇ ਅਖਬਾਰਾਂ 'ਚ ਦੇਖਿਆ ਹੋਵੇਗਾ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਸਟੱਡੀ ਸਰਕਲ ਦੇ ਵੀਰਾਂ ਨੂੰ ਇੰਨੀ ਕੁ ਸਮੱਤ ਦਿੱਤੀ, ਇੰਨਾ ਕੁ ਬਲ ਦਿੱਤਾ ਕਿ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀ ਭਲਾਈ ਯੋਜਨਾ ਦੇ ਤਹਿਤ ਅਸੀਂ ਸਾਰੇ ਵੀਰਾਂ ਨੂੰ ਜਿਹੜੇ ਆਪਣੇ ਆਸੇ-ਪਾਸੇ ਸਾਡੇ ਸੰਪਰਕ ਵਿੱਚ ਆਉਂਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ, ਵੀਰ ਜੀ ਆਹ ਵੀ ਸੇਵਾ ਹੈ। ਤੇ ਉਹ ਵੀਰ ਤੁੱਛ ਜਿਹੜੀ ਮਾਇਆ ਜਿੰਨੀ ਕੁ ਅਸੀਂ ਕਰ ਸਕਦੇ ਹਾਂ, ਉਹ ਮਾਇਆ ਜਿਹੜੀ ਹੈ ਉਹ ਦਸਵੰਧ ਕੱਢਦੇ ਨੇ। ਤੇ ਅਸੀਂ ਬਹੁਤ ਸਕੂਲਾਂ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਵਿਦਿਆਰਥੀ ਭਲਾਈ ਯੋਜਨਾ ਦੇ ਤਹਿਤ ਤੁਸੀਂ ਦੇਖਦੇ ਹੋਵੋਗੇ ਉਹ ਵਜ਼ੀਫਿਆਂ ਵਾਲਾ ਕਾਰਜ ਆਪਾਂ ਸਾਰੇ ਨਾਲ ਮਿਲ ਕੇ ਕਰ ਰਹੇ ਹਾਂ। ਸੋ ਮੈਂ ਬੇਨਤੀ ਕਰ ਰਿਹਾ ਸਰ, ਫੀਸ ਦੇ ਰੂਪ ਵਿੱਚ, ਕਿਤਾਬਾਂ ਦੇ ਰੂਪ ਵਿੱਚ ਇਹ ਸਾਰੀ ਸੇਵਾਵਾਂ ਕਮਾਈਆਂ ਜਾ ਸਕਦੀਆਂ ਨੇ। ਹੁਣ ਸੇਵਾ ਕਾਰਜਾਂ ਲਈ, ਹੁਣ ਸੇਵਾ ਕਾਰਜ ਕੀ ਨੇ? ਕਈ ਵਾਰੀ ਅਸੀਂ ਇਹ ਸਮਝਦੇ ਹਾਂ ਜੀ ਕੇਵਲ ਲੰਗਰ ਲਈ ਪਾਵਾਂਗੇ ਤਾਂ ਉਹ ਸੇਵਾ ਹੈ। ਤੇ ਅਸੀਂ ਜੇ ਕਿਤੇ ਬੱਚਿਆਂ ਦਾ, ਹੁਣ ਜਿਵੇਂ ਤੁਸੀਂ ਕੈਂਪ ਲਾ ਰਹੇ ਹੋ, ਜੇ ਤੁਸੀਂ ਬੱਚੇ ਇਕੱਠੇ ਹੋ ਕੇ ਕਿਤੇ ਆਪਦੇ ਪਿੰਡ ਦੇ ਵਿੱਚ ਕਲਾਸ ਲਾਓਗੇ ਛੋਟੇ ਬੱਚਿਆਂ ਦੀ, ਉਹਨਾਂ ਨੂੰ ਕਿਤੇ ਤੁਸੀਂ ਰਿਫਰੈਸ਼ਮੈਂਟ ਦੇਣੀ ਹੈ, ਇਹ ਸੇਵਾ ਕਾਰਜ ਹੈ ਨਾ ਜੀ। ਇਹ ਵੀ ਗੁਰੂ ਦਰ ਤੇ ਪ੍ਰਵਾਨ ਹੈ। ਗੁਰੂ ਪਿਆਰੇ, ਮੈਂ ਬੇਨਤੀ ਕਰ ਚੁੱਕਿਆ, ਲੋੜਵੰਦਾਂ ਲਈ ਜਿੱਥੇ ਵੀ ਲੋੜ ਹੋਵੇ ਉੱਥੇ ਸਾਡੀ ਸੇਵਾ ਗੁਰੂ ਪ੍ਰਵਾਨ ਕਰਦਾ ਹੈ। ਗੁਰੂ ਸਾਹਿਬ ਦਾ ਸਾਡੇ ਲਈ ਹੁਕਮ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਭਗਤ ਪੂਰਨ ਸਿੰਘ ਜੀ ਉਹ ਕਹਿੰਦੇ ਆ ਵੀ ਜੇ ਆਪਣੀ ਅਮੀਰੀ ਦੇਖਣੀ ਹੈ ਨਾ ਤੇ ਲੋੜਵੰਦਾਂ ਦੀ ਸੇਵਾ ਕਰਕੇ ਦੇਖੋ। ਆਪਦੀ ਅਮੀਰੀ ਸ਼ੀਸ਼ੇ ਵਿੱਚ, ਆਪਦੇ ਵੱਡੇ ਮਹਿਲਾਂ ਦੇ ਵਿੱਚ, ਆਪਦੇ ਸੋਹਣੇ ਕੱਪੜਿਆਂ ਦੇ ਵਿੱਚ, ਆਪਦੇ ਪਾਏ ਹੋਏ ਸਿਉਨੇ ਵਿੱਚ ਦੀ ਨਾ ਦੇਖੋ, ਲੋੜਵੰਦਾਂ ਦੀ ਸੇਵਾ ਕਰਕੇ ਦੇਖੋ, ਅੱਗੇ ਚਲੀਏ। ਸੋ ਉਸ ਤੋਂ ਜਿਹੜੀ ਅਗਲੀ ਸੇਵਾ ਆਉਂਦੀ ਹੈ ਉਹ ਹੈ ਸਾਡੇ ਕੋਲੇ ਮਨ ਦੀ ਸੇਵਾ। ਹੁਣ ਮਨ ਦੀ ਸੇਵਾ ਬਾਰੇ ਅਸੀਂ ਗੱਲ ਕਰਦੇ, ਜਿਵੇਂ ਪਹਿਲਾਂ ਆਪ ਜੀ ਨਾਲ ਇੱਕ ਗੁਰੂ ਸਾਹਿਬ ਦਾ ਬਚਨ ਸਾਂਝਾ ਕੀਤਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਚਿੱਤ ਲਾ ਕੇ, ਚਿੱਤ ਦੀ ਸੇਵਾ, ਸਿਮਰਨ ਕਰਨਾ ਹੈ। ਉਸ ਤੋਂ ਬਾਅਦ ਇਹ ਜਿਹੜਾ ਹੈ ਗੁਰੂ ਕੀ ਸੇਵਾ ਕੀ ਹੈ, ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਵਿੱਚ ਮਨ ਆਉਣਾ, ਇਹ ਵੀ ਮਨ ਦੀ ਸੇਵਾ ਹੈ। ਆਪਣੇ ਅਧਿਆਤਮਿਕ ਰਾਹ ਤੇ ਤੁਰਨਾ, ਗੁਰੂ ਦੇ ਚਰਨਾਂ ਨਾਲ ਜੁੜਨਾ। ਗੁਰੂ ਪਿਆਰਿਓ, ਆਪ ਸਾਰੇ ਭਲੀ ਭਾਂਤ ਜਾਣਦੇ ਹੋ, ਉੱਚਾ ਆਚਰਣ ਰੱਖਣਾ, ਮਨ ਵਿੱਚ ਇਹ ਗੁਰੂ ਦੀ ਦਿੱਤੀ ਮੱਤ ਨੂੰ ਧਾਰਨ ਕਰਕੇ ਵੀ ਮੇਰਾ ਜਿਹੜਾ ਜੀਵਨ ਹੈ, ਮੈਨੂੰ ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਸਾਹਿਬ ਕਹਿੰਦੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ। ਗੁਰੂ ਦੇ ਉਪਦੇਸ਼ ਤੇ ਚੱਲ ਕੇ ਗੁਰੂ ਦੇ ਚਰਨਾਂ ਵਿੱਚ ਮਨ ਲਾਈ ਰੱਖਣਾ, ਉੱਚ ਆਚਰਣ ਰੱਖਣਾ, ਬੜੀ ਵੱਡੀ ਸੇਵਾ ਹੈ। ਸ਼ੁੱਧ ਵਿਚਾਰ ਰੱਖਣੇ, ਕਿਸੇ ਪ੍ਰਤੀ ਮਾੜਾ ਫੁਰਨਾ ਹੀ ਨਾ ਆਉਣ ਦੇਣਾ ਮਨ ਵਿੱਚ, ਕਿਸੇ ਪ੍ਰਤੀ ਨਫ਼ਰਤ, ਕਿਸੇ ਪ੍ਰਤੀ ਨਿੰਦਿਆ, ਕਿਸੇ ਪ੍ਰਤੀ ਈਰਖਾ ਇਹ ਮਨ ਵਿੱਚ ਹੀ ਨਾ ਆਉਣ ਦੇਣੀ। ਮੈਂ ਕਹਿੰਦਾ ਜੀ ਬਹੁਤ ਵੱਡੀ ਸੇਵਾ ਹੈ। ਇਹ ਸੇਵਾ ਕਰਨੀ ਅੱਜ ਕੱਲ੍ਹ ਸਭ ਤੋਂ ਔਖੀ ਹੋਈ ਹੈ, ਕਿਉਂਕਿ ਇਹ ਸੇਵਾ ਦਾ ਮੂਲ ਹੀ ਇਹ ਹੈ। ਗੁਰੂ ਸਾਹਿਬ ਕਹਿੰਦਾ ਪ੍ਰਥਮੇ ਛੋੜ ਪਰਾਈ ਨਿੰਦਾ, ਉਤਰ ਗਈ ਸਭ ਮਨ ਕੀ ਚਿੰਦਾ। ਜੇ ਸਭ ਤੋਂ ਪਹਿਲਾਂ ਤੂੰ ਦੂਜਿਆਂ ਦੀ ਨਿੰਦਾ ਛੱਡੇਗਾ ਨਾ, ਇਹ ਤੇਰਾ ਪਹਿਲਾ ਸਟੈਪ ਹੈ ਮਨ ਨੂੰ ਸੁੱਧਣ ਵਾਲੇ ਪਾਸੇ, ਆਪਦੇ ਵਿਚਾਰਾਂ ਨੂੰ ਸ਼ੁੱਧ ਕਰਨ ਵਾਲੇ ਪਾਸੇ। ਤਾਂ ਉਹ ਗੁਰੂ ਸਾਹਿਬ ਕਹਿੰਦੇ ਭਾਈ ਇਹ ਸ਼ੁੱਧ ਵਿਚਾਰ ਕਰਨੇ, ਰੱਖ ਲੈਣੇ, ਫੁਰਨਾ ਅਫੁਰ ਹੋ ਜਾਣਾ, ਮਾੜੇ ਵਿਚਾਰ ਮਨ ਚੋਂ ਤਿਆਗ ਦੇਣੇ, ਤੇ ਉਸ ਤੋਂ ਆਪਾਂ ਚਿੰਨਣ ਕਰਨਾ ਮੈਂ ਕੀ ਹਾਂ। ਅਸੀਂ ਦੂਜਿਆਂ ਦੇ ਔਗਣਾਂ ਬਾਰੇ ਜਾਣਦੇ ਹਾਂ ਗੁਰੂ ਪਿਆਰਿਓ, ਬੜੇ ਵਧੀਆ ਢੰਗ ਨਾਲ ਵੀ ਉਹਦੇ ਵਿੱਚ ਆਹ ਔਗਣ ਹੈ, ਉਹਦੇ ਵਿੱਚ ਆਹ ਹੈ, ਉਹਦੇ ਵਿੱਚ ਆਹ ਨੁਕਸ ਹੈ। ਪਰ ਜੇ ਨਹੀਂ ਜਾਣਦੇ, ਕੇਵਲ ਅਸੀਂ ਆਪਣੇ ਬਾਰੇ ਨਹੀਂ ਜਾਣਦੇ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਛਾਣਨਾ ਹੈ। ਗੁਰੂ ਸਾਹਿਬ ਦਾ ਸਾਨੂੰ ਉਪਦੇਸ਼ ਹੈ, ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪੱਛ ਹੈ ਅਵਰ ਰਿਝਾਵਾ ਹੈ। ਦੂਜਿਆਂ ਨੂੰ ਬਾਅਦ ਵਿੱਚ ਦੱਸਣਾ ਹੈ, ਪਹਿਲਾਂ ਆਪਣਾ ਆਪ ਸਾਫ਼ ਕਰਨਾ ਹੈ। ਇਹ ਨਾ ਹੋਵੇ ਭਈ ਤੂੰ ਆਪ ਤਾਂ ਕਾਲੇ ਕੱਪੜੇ ਲੈ ਕੇ ਤੁਰਿਆ ਫਿਰੇ, ਦੂਜਿਆਂ ਨੂੰ ਕਹਿ ਭਾਈ ਸਾਫ਼ ਕੱਪੜੇ ਪਾਇਆ ਕਰੋ। ਸਾਡਾ ਅਕਸਰ ਬਹੁਤਿਆਂ ਦਾ, ਮੇਰੇ ਸਮੇਤ ਇਹ ਹਾਲ ਹੈ ਗੁਰੂ ਪਿਆਰਿਓ ਅੱਜ। ਸੋ ਮਨ ਦੀ ਸੇਵਾ ਕੀ ਹੈ? ਗੁਰੂ ਕੇ ਚਰਨਾਂ ਦੇ ਵਿੱਚ ਚਿੱਤ ਲਾਉਣਾ, ਸਿਮਰਨ ਕਰਨਾ, ਵਿਚਾਰਾਂ ਤੋਂ ਰਹਿਤ, ਵਿਕਾਰਾਂ ਤੋਂ ਰਹਿਤ ਹੋਣਾ। ਸੋ ਉਸ ਤੋਂ ਨਾਲ ਨਾਲ ਅੱਗੇ ਵੀ ਮੈਂ ਆਪ ਜੀ ਨਾਲ ਗੱਲ ਕਰਾਂਗਾ, ਆਤਮ ਸਮਰਪਣ ਗੁਰੂ ਦੇ ਚਰਨਾਂ ਵਿੱਚ ਕਰ ਦੇਣਾ ਮਨ ਕਰਕੇ।
ਅਸੀਂ ਮੱਥਾ ਟੇਕਦੇ ਆ ਨਾ ਜੀ, ਸਾਰੇ ਮੱਥਾ ਕਿਉਂ ਟੇਕਦੇ ਆ? ਸਾਡੇ ਸਾਰੇ ਸਰੀਰ ਨੂੰ, ਸਾਡੇ ਸਾਰੇ ਕੰਮਾਂ ਨੂੰ, ਸਾਡੇ ਸਾਰੇ ਵਿਚਾਰਾਂ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਕਹਿੰਦੇ ਜੀ ਦਿਮਾਗ, ਉਹ ਹੈ ਸਾਡੇ ਸਿਰ ਦੇ ਅੰਦਰ। ਤੇ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਜਾਂ ਕਿਸੇ ਵੀ ਐਸੇ ਸਾਡੇ ਸਤਿਕਾਰਯੋਗ ਦੇ ਅਸੀਂ ਇਹ ਕਹਿੰਦੇ ਆ ਵੀ ਆਪਦਾ ਸਾਰਾ ਕੁਝ ਤੁਹਾਡੇ ਅੱਗੇ ਅਰਪਣ ਕਰ ਦਿੱਤਾ, ਆਤਮ ਸਮਰਪਣ ਕਰ ਦਿੱਤਾ। ਪਰ ਗੁਰੂ ਪਿਆਰਿਓ, ਸਮਰਪਣ ਕਰਨਾ ਇਹ ਬਹੁਤ ਵੱਡੀ ਸੇਵਾ ਪਰ ਵਿਰਲੇ ਦੇ ਹਿੱਸੇ ਹੁੰਦੀ ਹੈ। ਜਦੋਂ ਫਿਰ ਕੋਈ ਸਮਰਪਣ ਕਰ ਦਿੰਦਾ ਨਾ, ਤੇ ਫਿਰ ਗੁਰੂ ਉਹਨੂੰ ਆਪਣਾ ਰੂਪ ਦੇ ਦਿੰਦਾ ਹੈ, ਉਹਨੂੰ ਆਪਣਾ ਪਿਆਰਾ ਕਹਿ ਕੇ ਉਹਨੂੰ ਆਪਣਾ ਰੂਪ, ਜਿਵੇਂ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਤੇ ਖਾਲਸੇ ਨੂੰ ਆਪਣਾ ਰੂਪ ਦੇ ਦਿੱਤਾ। ਕਿਉਂ? ਕਿਉਂਕਿ ਉਹਨਾਂ ਨੇ ਆਪਾ ਸਮਰਪਣ ਕਰਕੇ ਗੁਰੂ ਕੀ ਸਿੱਖੀ ਖੰਡੇ ਕੀ ਪਾਹ ਲਈ ਸੀ। ਤੇ ਫੇਰ ਹੀ ਕਿਹਾ ਸੀ ਗੁਰੂ ਨੇ, ਕਹਿੰਦੇ ਮੈਂ ਤੇ ਖਾਲਸਾ ਤਾਂ ਮੈਂ ਭੇਦ ਨਾ ਰੰਚ ਕਮਾਨ, ਮੈਂ ਇਹਨਾਂ ਦੇ ਵਿੱਚ ਤੇ ਮੇਰੇ ਤੇ ਖਾਲਸੇ ਚ ਭੇਦ ਨਾ ਜਾਣੋ। ਖਾਲਸਾ ਮੇਰਾ ਗੁਰੂ ਹੈ। तो एक क्यों क्या? क्योंकि जो गुरु का सिख कोई भी सही राह ते तुरन वाला आत्म समर्पण कर दिंदा है ते ओह मन की सेवा कमा रहा हुंदा है। सो अगे असीं देखदे हां होर मन दीयां सेवावां की ने। अगली स्लाइड ते चलदे हां जी। हुण मन की सेवा मैं बेनती कीती सी ना भी कुछ असीं समझदा भी ये तां वैसे जी कल्ली सिमरन करना, मैनूं माफ करिया जे, असीं सिमरन की परिभाषा भी होर लै लई। हुण सिमरन की सी? सिमरती याद, ਉਹਦੀ ਯਾਦ ਹਮੇਸ਼ਾ ਬਣੀ ਰਵੇ। ਮੈਂ ਅੱਗੇ ਜਾ ਕੇ ਗੱਲ ਕਰੂੰਗਾ। ਉਹ ਅਸੀਂ ਉਹਦੇ ਅਰਥ ਹੋਰ ਲੈ, ਅਸੀਂ ਮਨ ਦੀ ਸੇਵਾ ਜਿਹੜੀ ਹੈ ਉਹ ਕੇਵਲ ਕੁਝ ਲਿਮਟਿਡ ਏਰੀਆ ਦੇ ਵਿੱਚ ਸਮਝ ਲਈ ਵੀ ਬਸ ਆਹੀ ਸੇਵਾ ਹੈ। ਪਰ ਗੁਰੂ ਪਿਆਰਿਓ, ਜੇ ਚੰਗਿਆਈ ਤੇ ਗੁਣ ਧਾਰਨ ਕਰਨ ਲਈ ਜਿੱਥੇ ਮੈਂ ਆਪ ਪਹਿਲਾਂ ਮੈਂ ਬੇਨਤੀ ਕਰ ਹਟਿਆ ਨਾ, ਆਪਣੇ ਜਿਹੜੇ ਫੁਰਨੇ ਨੇ, ਆਪਣੇ ਵਿਚਾਰ ਨੇ, ਉਹ ਸ਼ੁੱਧ ਕਰਨੇ ਨੇ। ਮਨ ਵਿੱਚ ਕਿਸੇ ਪ੍ਰਤੀ ਮਾੜਾ ਫੁਰਨਾ ਹੀ ਨਾ ਆਵੇ। ਜਿੱਥੇ ਮੈਂ ਆਪਣੇ ਵਿੱਚ ਗੁਰੂ ਦੀ ਦਿੱਤੀ ਮੱਤ ਅਨੁਸਾਰ ਗੁਰੂ ਦੇ ਚਰਨਾਂ ਚ ਨਿਮਾਣਾ ਹੋ ਕੇ ਜਿਹੜੇ ਗੁਣ ਧਾਰਨ ਕੀਤੇ ਨੇ ਨਾ, ਤੇ ਦੂਸਰਿਆਂ ਨੂੰ ਉਹ ਚੰਗਿਆਈ ਤੇ ਗੁਣ ਧਾਰਨ ਕਰਨ ਦੀ ਪ੍ਰੇਰਨਾ ਕਰਨੀ, ਇਹ ਵੀ ਮਨ ਰੂਪੀ ਸੇਵਾ ਹੈ। ਅੱਜ ਅਸੀਂ ਘਰੇ ਬੈਠੇ ਸਾਰੇ ਉਹ ਬੈਠੇ ਆ, ਪਰ ਜੇ ਕਿਸੇ ਦੇ ਮਨ ਵਿੱਚ ਆਇਆ ਵੀ ਇਸ ਤਰ੍ਹਾਂ ਸਾਰੇ ਜੁੜ ਮਿਲ ਕੇ ਆਓ, ਗੁਰੂ ਕੀ ਸੰਗਤ ਕਰੀਏ, ਗੁਰੂ ਕੇ ਬਚਨਾਂ ਨੂੰ ਸਰਵਣ ਕਰੀਏ, ਗੁਰੂ ਕੀ ਸੋਚ ਨੂੰ ਇੱਕ ਦੂਜੇ ਵੀਰਾਂ ਤੱਕ ਪਹੁੰਚਾਈਏ, ਅਸੀਂ ਆਪਣੇ ਆਪ ਚ ਨੈਤਿਕ ਕਦਰਾਂ ਕੀਮਤਾਂ ਲਿਆਉਣ ਦੇ ਲਈ, ਸਮਾਜ ਪਰਿਵਰਤਨ ਦੇ ਲਈ ਇਕੱਠੇ ਹੋ ਕਰਕੇ ਕੋਈ ਗੁਣਾਂ ਦੀ ਇੱਕ ਲਹਿਰ ਪੈਦਾ ਕਰੀਏ, ਇੱਕ ਕਾਫਲਾ ਬਣਾਈਏ ਸਚਿਆਰ ਮਨੁੱਖਾਂ ਦਾ, ਤਾਂ ਇਹ ਤੋਂ ਵੱਡੀ ਮਨ ਦੀ ਸੇਵਾ ਕੀ ਹੋ ਸਕਦੀ ਹੈ? ਇੱਕ ਚੰਗੀ ਸੰਗਤ ਨਾਲ ਆਪ ਜੁੜਨਾ ਤੇ ਦੂਜਿਆਂ ਨਾਲ ਜੋੜ ਦੇਣਾ। मैं कहना भी मन की सेवा जिथे असीं दूजियां सेवावां सिमरन करने ने, वो बड़ी वड्डी सेवा है। किसी का मनोबल वधा देना, उहदे गुण धारण कराने, उहदा मनोबल वधाउणा, ये मन की सेवा गुरु प्यारे। सो मेरी बेनती है, जिथे किसी तरह की कोई राजनीतिक ताकत लैण वास्ते, कोई होर किसी तरह का किसी संसार दीयां संस्थावां तो फंड लेण वास्ते कोई भी ऐसा जिहड़ा है स्टडी सर्कल का कोई छुपा एजेंडा नहीं। इको एक जिहड़ा मनसा है गुरु के जिहड़े है उस सरबत दी भले दी सोच दा बोलबाला होवे, दुनिया दे विच हर एक मनुख तक गुरबाणी दे सरबत दे भले दी सोच जावे, असीं रल मिल के एक चंगा समाज, नैतिक कदरां कीमतां वाला समाज सिरजण वाले पासे तुरीए। ते जे तुसीं गुरु प्यारिओ आप सानूं अपना समा दे के इत्थे कौमी कारजां लई अगे आके मन करके अगे आ जाने ना, ते मैं समझदा इदों वड्डी होर साडे लई जीवन सफल करन वाली ते मन दी सेवा होर नहीं है। गुरु कृपा करे आपां अगे चलीए जी। सो ये है मन दी सेवा। आपां तन दी सेवा, धन दी सेवा ते मन दी सेवा ते विचार कीते। ਇਹ ਸੇਵਾਵਾਂ ਗੁਰੂ ਦਰ ਤੇ ਪ੍ਰਵਾਨ ਹੁੰਦੀਆਂ ਨੇ। ਹੁਣ ਅੱਗੇ ਮੈਂ ਆਪ ਜੀ ਨਾਲ ਜਿਹੜਾ ਦੂਸਰਾ ਪਾਰਟ ਹੈ ਉਹ ਹੈ ਸਿਮਰਨ। ਉਹਦੇ ਤੇ ਬੇਨਤੀ ਕਰਾਂ, ਜਿਵੇਂ ਮੈਂ ਪਹਿਲਾਂ ਵੀ ਇਸ ਗੱਲ ਨੂੰ ਵਿਸ਼ੇ ਨੂੰ ਥੋੜਾ ਸੋਚ ਚੁੱਕਿਆ ਕਿ ਸਿਮਰਨ ਕੀ ਹੈ। ਹੁਣ ਸਿਮਰਨ ਹੈ ਜੀ ਸਮਿਰਤੀ। ਸਿਮਰਨ ਸਮਿਰਤੀ ਤੋਂ ਬਣਿਆ। ਸਮਿਰਤੀ ਗ੍ਰੰਥ ਤੋਂ ਭਾਵ ਨਹੀਂ ਹੈ ਮੇਰਾ, ਸਮਿਰਤੀ ਤੋਂ ਭਾਵ ਹੈ ਚੇਤਾ, ਯਾਦ ਸ਼ਕਤੀ, ਚੇਤਾ ਕਿਸੇ ਨੂੰ ਯਾਦ ਰੱਖਣਾ। ਹੁਣ ਇਹਦੀਆਂ ਉਦਾਹਰਨਾਂ ਭਗਤ ਨਾਮਦੇਵ ਜੀ ਨੇ ਰਾਮਕਲੀ ਰਾਗ ਦੇ ਵਿੱਚ ਦਿੱਤੀਆਂ ਨੇ।
ਜਦੋਂ ਰਾਮਕਲੀ ਰਾਗ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਸ਼ਬਦਾਂ ਦੇ ਰਾਹੀਂ ਜਦੋਂ ਭਗਤ ਨਾਮਦੇਵ ਜੀ ਕਹਿੰਦੇ ਨੇ ਨਾ, ਉਹਨਾਂ ਦਾ ਸ਼ਬਦ ਹੈ ਆਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਧੇ ਭਰਮਈਲੇ ਸ਼ਬਦ ਹੈ। ਮੈਂ ਕੇਵਲ ਉਹਨਾਂ ਦੇ ਅਰਥ ਹੀ ਆਪ ਜੀ ਨਾਲ ਸਾਂਝੇ ਕਰਾਂਗਾ। ਉਹ ਕਹਿੰਦੇ ਨੇ ਵੀ ਜਿਵੇਂ ਸਿਮਰਨ ਕੀ ਹੈ, ਉਹ ਕਹਿੰਦੇ ਜਿਵੇਂ ਇੱਕ ਲੜਕਾ ਪਤੰਗ ਉਡਾਈ ਜਾਂਦਾ ਹੈ, ਪਤੰਗ ਹਵਾ ਵਿੱਚ ਉੜਦੀ ਆ, ਉਹ ਨਾਲ ਦੇ ਬੱਚਿਆਂ ਨਾਲ ਗੱਪਾਂ ਮਾਰੀ ਜਾਂਦਾ, ਪਰ ਉਹਦਾ ਧਿਆਨ ਕੇਵਲ ਆਪਦੀ ਡੋਰੀ ਵਿੱਚ ਹੈ। ਪਤੰਗ ਦੀ ਡੋਰ ਦੇ ਵੱਲ ਧਿਆਨ ਹੈ, ਗੱਲਾਂ ਉਧਰ ਕਰੀ ਜਾਂਦਾ, ਪਰ ਧਿਆਨ ਉਹਦਾ ਹਮੇਸ਼ਾ ਡੋਰ ਵਿੱਚ ਰਹਿੰਦਾ। ਇਸੇ ਤਰ੍ਹਾਂ ਇਹ ਲੜਕੀਆਂ, ਨੌਜਵਾਨ ਸਾਡੀਆਂ ਬੇਟੀਆਂ ਜਦੋਂ ਪਹਿਲਾਂ ਖੂਹਾਂ ਤੋਂ ਪਾਣੀ ਭਰਦੀਆਂ ਸੀ, ਉਹ ਖੂਹਾਂ ਤੋਂ ਘੜੇ ਲੈ ਕੇ ਆਉਂਦੀਆਂ, ਇੱਕ ਦੂਜੀ ਨਾਲ ਹੱਸਦੀਆਂ ਖੇਡਦੀਆਂ ਆਉਂਦੀਆਂ, ਪਰ ਹਮੇਸ਼ਾ ਉਹਨਾਂ ਦਾ ਧਿਆਨ ਆਪਦੇ ਘੜੇ ਵਿੱਚ ਹੁੰਦਾ ਸੀ, ਕਿਤੇ ਡੋਲ ਨਾ ਜਾਵੇ। ਇਸੇ ਤਰ੍ਹਾਂ ਭਗਤ ਜੀ ਉਸੇ ਸ਼ਬਦ ਵਿੱਚ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਭਈ ਗਊਆਂ ਨੂੰ ਇੱਕ ਘਰ ਦੇ ਵਿੱਚੋਂ ਛੱਡਿਆ ਜਾਂਦਾ ਹੈ ਤੇ ਉਹ 5 ਕੋਹ ਤੇ ਜਾ ਕੇ ਖਾਣਾ ਖਾਂਦੀਆਂ ਨੇ, ਘਾਹ ਚਰਦੀਆਂ ਨੇ, ਤੇ ਜਦੋਂ ਉੱਥੇ ਘਾਹ ਚਰਦੀਆਂ ਉੱਥੇ ਮਸਤ ਨਹੀਂ ਹੁੰਦੀਆਂ, ਉਹ ਭੁੱਲਦੀਆਂ ਨੇ ਕਿਹਨੂੰ? ਬਛੜੇ ਨੂੰ। 5 ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਵਾਲੇ, ਚਿੱਤ ਉਹਨਾਂ ਦਾ ਮਗਰ ਬਛੜੇ ਵਿੱਚ ਪਿਆ ਹੁੰਦਾ। ਗੁਰੂ ਪਿਆਰਿਓ, ਇਸੇ ਤਰ੍ਹਾਂ ਹੀ ਜਿਵੇਂ ਇੱਕ ਮਾਂ ਹੈ, ਉਹ ਬੱਚਾ ਉਹਦਾ ਪੰਘੂੜੇ 'ਚ ਪਿਆ ਤੇ ਮਾਂ ਅੰਦਰ ਬਾਹਰ ਕੰਮ ਕਰਦੀ ਫਿਰਦੀ ਹੈ, ਘਰ ਦੇ ਕੰਮ ਕਰਦੀ ਫਿਰਦੀ ਹੈ, ਪਰ ਚਿੱਤ ਉਹਦਾ ਆਪਣੇ ਬੱਚੇ ਵਿੱਚ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਭਾਈ ਤੂੰ ਦੁਨੀਆ ਦੇ ਕੰਮਕਾਰ ਕਰਦਿਆਂ ਤੇਰਾ ਚਿੱਤ ਕਰਤਾਰ ਨਾਲ ਹੋਣਾ ਚਾਹੀਦਾ, ਤੂੰ ਉਹਨੂੰ ਭੁੱਲੀ ਨਾ। ਤੇਰਾ ਜੇ ਚਿੱਤ ਕਰਤਾਰ ਵਿੱਚ ਹੈ, ਗੁਰੂ ਪਿਆਰਿਓ ਇਹੋ ਸਿਮਰਨ ਹੈ, ਉਹਦੇ ਸ਼ੁਕਰਾਨੇ ਵਿੱਚ ਜੁੜਨਾ, ਉਹਨੂੰ ਯਾਦ ਰੱਖਣਾ। ਜਦੋਂ ਵੀ ਮੈਂ ਕੁਝ ਕਰਨ ਲੱਗਿਆ ਵੀ ਇਹ ਕੰਮ ਉਸ ਵੇਲੇ ਮੈਨੂੰ ਇਹ ਹੋਵੇ ਵੀ ਇੱਥੇ ਵੀ ਪਰਮਾਤਮਾ ਸਿਮਰਨ ਸਮਿਤੀ ਯਾਦ ਚੇਤਾ। ਮੈਂ ਇਹ ਉਦਾਹਰਨਾਂ ਤਾਂ ਦਿੱਤੀਆਂ ਨੇ ਤਾਂ ਕਿ ਸਾਨੂੰ ਦ੍ਰਿੜ ਹੋ ਜਾਵੇ ਵੀ ਇਹ ਸਿਮਰਨ ਜਿਹੜਾ ਹੈ ਉਹ ਕੀ ਹੁੰਦਾ। ਮੈਂ ਬੇਨਤੀ ਕਰਾਂਗਾ ਅਸੀਂ ਅੱਗੇ ਚੱਲੀਏ ਵੀ ਜੀ। ਸੋ ਹੁਣ ਇੱਕ ਵਾਰ ਬਾਣੀ ਪੜ੍ਹਨਾ ਸੁਣਨਾ, ਇਹ ਵੀ ਅਸੀਂ ਕਹਿੰਦੇ ਸਿਮਰਨ ਹੈ। ਹੁਣ ਕਈ ਵਾਰੀ ਸਾਡੇ ਮਨ 'ਚ ਸਵਾਲ ਬਣ ਜਾਂਦਾ ਵੀ ਜੇ ਉਹ ਚੇਤਾ ਹੈ, ਜੇ ਚੇਤੇ ਰੱਖਣਾ ਹੀ ਸਿਮਰਨ ਹੈ, ਫਿਰ ਅਸੀਂ ਬਾਣੀ ਕਿਉਂ ਪੜ੍ਹਦੇ ਹਾਂ ਬਈ? ਵਾਰ-ਵਾਰ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਫਿਰ ਕਹਿੰਦੇ ਜੀ ਬਾਣੀ ਸੁਣੋ, ਤੇ ਬਾਣੀ ਸੁਣਨਾ ਵੀ ਸਿਮਰਨ ਹੈ। ਕਿਉਂ ਸੁਣਦੇ ਆ? ਜਦੋਂ ਉਹਨੂੰ ਚੇਤੇ ਰੱਖਣਾ ਹੀ ਉਹਦਾ ਸਿਮਰਨ ਹੈ, ਅਸੀਂ ਚੇਤੇ ਰੱਖ ਲਾਂਗੇ ਬਾਣੀ ਕਿਉਂ ਪੜ੍ਹਦੇ ਆ? ਭਾਈ ਗੁਰੂ ਪਿਆਰਿਓ, ਜਿਹੜਾ ਮਨ ਹੈ ਨਾ ਸਾਡਾ, ਮਨ ਹਰ ਵੇਲੇ ਕਿਤੇ ਨਾ ਕਿਤੇ ਵੱਖਰਾ ਪ੍ਰਭਾਵ ਕਬੂਲਦਾ ਰਹਿੰਦਾ। ਅਸੀਂ ਸਾਰਾ ਦਿਨ ਕਾਰਜ ਕਰਦੇ ਹਾਂ, ਮਨ ਵਿੱਚ ਕਈਆਂ ਦੇ ਵਿਚਾਰ ਸੁਣਦੇ ਆ, ਕਈ ਗੱਲਾਂ ਇਸ ਤਰ੍ਹਾਂ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਸਾਡੇ ਜਿਹੜੀ ਬਿਰਤੀ ਨੂੰ, ਸਾਡੇ ਚਿੱਤ ਮਾਫ ਕਰਨਾ, ਸਾਡੀ ਸੁਰਤ ਨੂੰ ਭੜਕਾ ਦਿੰਦੀਆਂ ਨੇ। ਹੁਣ ਜਿਹੜੀ ਬਾਣੀ ਹੈ ਉਹ ਅਕਾਲੀ ਬਾਣੀ, ਅਕਾਲ ਰੂਪ ਬਾਣੀ, ਉਹ ਸਾਨੂੰ ਉਦਾਹਰਨਾਂ ਦੇ ਕੇ, ਪਿਆਰ ਨਾਲ ਪ੍ਰੇਰਨਾ ਦੇ ਕੇ, ਉਹਨਾਂ ਗੱਲਾਂ ਦੇ ਵਾਲੇ ਪਾਸਿਓਂ ਸਾਡਾ ਧਿਆਨ ਹੈ ਜਿਹੜਾ ਉਹ ਇਕਾਗਰ ਕਰਨ ਵਾਸਤੇ। ਜਿਵੇਂ ਹੁਣ ਅਸੀਂ ਕਹਿੰਦੇ ਹਾਂ ਵੀ ਸਾਡਾ ਘਰ ਹੈ, ਘਰ ਦੇ ਵਿੱਚ ਅਸੀਂ ਇੱਕ ਦਿਨ ਝਾੜੂ ਪੋਚਾ ਕੀਤਾ, ਅਸੀਂ ਕਹਿੰਦੇ ਜੀ ਸਾਡੇ ਬਾਰ ਬੰਦ ਹੁੰਦੇ, ਉੱਥੇ ਕੀ ਹੋ ਜਾਂਦਾ? ਸ਼ੀਸ਼ੇ ਲੱਗੇ ਹੋਏ ਆ, ਕੋਈ ਬਾਹਰੋਂ ਡਸਟ ਨਹੀਂ ਆਉਂਦੀ, ਪਰ ਫਿਰ ਵੀ ਅਸੀਂ ਜਿਹੜਾ ਹੈਗਾ ਉਹ ਝਾੜੂ ਮਾਰਦੇ ਆ। ਗੁਰੂ ਪਿਆਰਿਓ, ਤਾਂ ਮਾਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਡਸਟ ਭਾਵੇਂ ਨਾ ਆਵੇ, ਜੇ ਕਿਤੇ ਅਸੀਂ ਘਰ ਦੀ ਸਾਫ਼ ਸਫਾਈ ਨਾ ਕਰੀਏ ਤੇ ਜਿਹੜੇ ਕਾਰਨਰਸ ਹੁੰਦੇ ਨੇ ਜਾਂ ਐਸੋ ਸਥਾਨ ਹੁੰਦੇ ਨੇ, ਉਹਨਾਂ ਦੇ ਵਿੱਚ ਮੱਕੜੀਆਂ ਦੇ ਜਾਲੇ ਬੜੇ ਪੈਦਾ ਹੋ ਜਾਂਦੇ ਨੇ। ਕਈ ਵਿਥਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਅਣਚਾਹੇ ਜੀਵ ਜੰਤੂ ਪੈਦਾ ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਹੀ ਸਾਡੇ ਸਾਰੇ ਦਿਨ ਦੇ ਕੰਮਕਾਰ ਕਰਦਿਆਂ, ਕੰਨਾਂ ਰਾਹੀਂ ਸੁਣਦਿਆਂ, ਅੱਖਾਂ ਰਾਹੀਂ ਵੇਖਦਿਆਂ, ਕਾਰਜ ਕਰਦਿਆਂ ਬੜਾ ਕੁਛ ਐਸਾ ਆ ਜਾਂਦਾ ਹੈ ਜਿਹੜਾ ਇੱਕ ਫਸਲ ਦੇ ਵਿੱਚ ਨਦੀਨਾਂ ਵਾਂਗੂ ਹੁੰਦਾ ਹੈ। ਤੇ ਬਾਣੀ ਪੜ੍ਹਨ ਤੇ ਸੁਣਨ ਦੇ ਨਾਲ ਸਾਡੇ ਉਹ ਵਿਕਾਰਾਂ ਦੇ ਵਿੱਚੋਂ ਨਦੀਨ ਰੂਪੀ ਜਿਹੜੀ ਉਹ ਚੀਜ਼ਾਂ ਹੁੰਦੀਆਂ ਨੇ, ਮਾੜੇ ਵਿਕਾਰ ਹੁੰਦੇ ਨੇ, ਉਹ ਨਿਕਲਦੇ ਰਹਿੰਦੇ ਨੇ। ਕਿਉਂਕਿ ਮਨ ਨੂੰ ਵਾਰ-ਵਾਰ ਸਮਝਾਉਣਾ ਪੈਂਦਾ ਹੈ। ਮਨ ਹਰ ਵੇਲੇ ਸਾਡਾ ਜਿਹੜਾ ਉਹ ਕਿਸੇ ਨਾ ਕਿਸੇ ਪਾਸੋਂ ਕੋਈ ਸੰਦੇਸ਼ ਲੱਭਦਾ ਹੈ। ਤਾਂ ਬਾਣੀ ਸਵੇਰੇ ਸ਼ਾਮ ਅਸੀਂ ਤਾਂ ਪੜ੍ਹਦੇ ਹਾਂ ਕਿਉਂਕਿ ਦਿਨ ਦੇ ਜਿਹੜੇ ਸਾਡੇ ਵਿਕਾਰ ਸੀ, ਵਿਚਾਰ ਸੀ, ਅਸੀਂ ਉਹ ਬਾਣੀ ਨਾਲ ਜੁੜ ਕੇ ਉਧਰੋਂ ਉਦਾਹਰਨਾਂ ਲੈ ਕੇ ਆਪਣੇ ਆਪ ਨੂੰ ਸਵਾਰ ਸਕੀਏ ਤੇ ਉਧਾਰ ਸਕੀਏ। ਬਾਣੀ ਸਾਨੂੰ ਉਦਾਹਰਨਾਂ ਦੇ ਕੇ ਸਾਨੂੰ ਚੇਤੇ ਕਰਾਉਂਦੀ ਹੈ, ਭਾਈ ਤੂੰ ਉਹ ਪ੍ਰਮਾਤਮਾ ਨੂੰ ਚੇਤੇ ਰੱਖਣਾ ਹੈ। ਚੇਤੇ ਰੱਖਣ ਵਾਸਤੇ ਹੀ ਅਸੀਂ ਬਾਣੀ ਪੜ੍ਹਦੇ ਹਾਂ। ਤੋ ਇਸ ਕਰਕੇ ਦੂਜੀ ਗੱਲ ਇਹ ਹੈ ਵੀ ਸ਼ਬਦ ਹੈ ਜਿਹੜਾ ਉਹ ਸਾਨੂੰ ਸ਼ਬਦ, ਕਿਉਂਕਿ ਸ਼ਬਦ ਦੇ ਪ੍ਰਕਾਸ਼ ਇਹ ਵਾਸਤੇ ਵੀ ਅਸੀਂ ਬਾਣੀ ਪੜ੍ਹਦੇ ਹਾਂ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਿਹੋ ਜਿਹਾ ਕੋਈ ਜੈਸਾ ਸੇਵੇ ਤੈਸੋ ਹੋਏ। ਬੜੀਆਂ ਥਾਵਾਂ ਤੇ ਉਦਾਹਰਨਾਂ ਗੁਰੂ ਸਾਹਿਬ ਨੇ ਦਿੱਤੀਆਂ। ਜੇ ਕੋਈ ਬੰਦਾ ਕਿਸੇ ਦਾ ਧਿਆਨ ਧਰਦਾ ਉਹੋ ਜਿਹਾ ਹੋ ਜਾਂਦਾ। ਹੁਣ ਜਿਹੜਾ ਕੋਈ ਚੋਰੀ ਕਰਨ ਵਾਲਾ, ਉਹਦੇ ਧਿਆਨ ਦੇ ਵਿੱਚ ਕੋਈ ਵੱਡਾ ਚੋਰ ਵਸਿਆ ਹੁੰਦਾ, ਫਿਰ ਉਹ ਆਪਦੇ ਉਸ ਪਾਸੇ ਜਾਂਦਾ ਹੈ। ਤੇ ਜਿਹੜਾ ਕੋਈ
ਚੰਗੇ ਵਾਲੇ ਪਾਸੇ ਤੁਰਦਾ ਹੈ, ਕੋਈ ਵਧੀਆ ਅਧਿਆਪਕ ਬਣਦਾ, ਕੋਈ ਵਧੀਆ ਆਈਡਲ ਕੋਈ ਚੀਜ਼ ਬਣਦਾ, ਤੁਸੀਂ ਉਹਨੂੰ ਪੁੱਛ ਕੇ ਵੇਖਿਓ ਵੀ ਤੁਸੀਂ ਇਹ ਪ੍ਰੇਰਨਾ ਕਿੱਥੋਂ ਲਈ। ਉਹ ਕਹੇਗਾ ਜੀ ਮੈਨੂੰ ਫਲਾਣੇ ਮੇਰੇ ਅਧਿਆਪਕ ਬੜੇ ਵਧੀਆ ਲੱਗੇ, ਮੈਨੂੰ ਲੱਗਿਆ ਵੀ ਮੈਂ ਇਹਨਾਂ ਵਰਗਾ ਬਣਨਾ ਤੇ ਮੈਂ ਇਹਨਾਂ ਵਰਗਾ ਬਣ ਗਿਆ। ਸੋ ਇਸੇ ਕਰਕੇ ਅਸੀਂ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ ਜਦੋਂ ਚੇਤੇ ਕਰਦੇ ਆ, ਬਾਣੀ ਪੜ੍ਹਦੇ ਆ, ਉਹਦੇ ਗੁਣਾਂ ਨੂੰ ਗਾਉਂਦੇ ਆ ਨਾ, ਤੇ ਸਾਡੇ ਮਨਾਂ ਵਿੱਚ ਵੀ ਉਹ ਅਕਾਲ ਪੁਰਖ ਦੇ ਗੁਣਾਂ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸਾਡਾ ਆਈਡਲ ਕੀ ਹੈ? ਪ੍ਰਮਾਤਮਾ ਹੈ, ਗਿਆਨ ਹੈ, ਗੁਣ ਨੇ। ਤੇ ਜਦੋਂ ਸਾਡੇ ਆਈਡਲ ਗਿਆਨ ਪ੍ਰਕਾਸ਼ ਤੇ ਗੁਣ ਹੋਣਗੇ ਤੇ ਸਾਡੇ ਅੰਦਰ ਵੀ ਗਿਆਨ ਗੁਣ ਤੇ ਪ੍ਰਕਾਸ਼ ਆ ਜਾਏਗਾ। ਇਸ ਕਰਕੇ ਅਸੀਂ ਬਾਣੀ ਪੜ੍ਹਦੇ ਹਾਂ। ਸੋ ਅੱਗੇ ਚੱਲੀਏ ਜੀ। ਸੋ ਇਹ ਵੀ ਸਾਡਾ ਜਿਹੜਾ ਹੈ ਇੱਕ ਸਿਮਰਨ ਹੈ, ਉਹਨੂੰ ਚੇਤੇ ਰੱਖਣ ਦਾ ਵਾਹਿਗੁਰੂ ਨੂੰ ਢੰਗ ਹੈ। ਤਾਂ ਸਿਮਰਨ ਕੀ ਹੈ? ਅੱਗੇ ਮੈਂ ਖੁਦ ਬੇਨਤੀ ਕਰਾਂ, ਫਰਜ਼ਾਂ ਨੂੰ ਚੇਤੇ ਰੱਖਣਾ, ਫਰਜ਼ਾਂ ਦੀ ਪਹਿਚਾਣ, ਇਹ ਵੀ ਉਹ ਵਾਹਿਗੁਰੂ ਦਾ, ਕਿਉਂਕਿ ਸਾਡੀ ਡਿਊਟੀ ਕਿਹਨੇ ਲਾਈ ਹੈ ਜੀ? ਵਾਹਿਗੁਰੂ ਨੇ ਲਾਈ ਹੈ। ਸਾਡੇ ਕੋਈ ਔਕਾਤ ਨਹੀਂ ਸੀ, ਅਸੀਂ ਚਾਹ ਕੇ ਕਿਸੇ ਘਰੇ ਪੈਦਾ ਨਹੀਂ ਹੋਏ, ਸਾਡੀ ਮਰਜ਼ੀ ਨਾਲ ਸਾਨੂੰ ਘਰ ਨਹੀਂ ਮਿਲਿਆ, ਜਨਮ ਦਾ ਸਥਾਨ ਨਹੀਂ ਮਿਲਿਆ, ਸਾਡੀ ਮਰਜ਼ੀ ਨਾਲ ਸਾਨੂੰ ਤਰੀਕ ਨਹੀਂ ਮਿਲੀ, ਕਿਹੜੇ ਸਮੇਂ ਸਾਡੀ ਮਰਜ਼ੀ ਦੇ ਨਾਲ ਸਾਡਾ ਰੰਗ ਰੂਪ ਇਹ ਨਹੀਂ ਬਣਿਆ। ਇਹ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੈ। ਉਹਨੇ ਸਾਨੂੰ ਕਿਸੇ ਵਿਸ਼ੇਸ਼ ਕਾਰਜ ਵਾਸਤੇ ਦੁਨੀਆ ਤੇ ਭੇਜਿਆ। ਗੁਰੂ ਸਾਹਿਬ ਕਹਿੰਦੇ ਨੇ ਨਾ, ਭਾਈ ਇਹ ਜਿਹੜਾ ਤੇਰਾ ਜੀਵਨ ਹੈ ਨਾ, ਇਹ ਤੈਨੂੰ ਕਿਸੇ ਵਿਸ਼ੇਸ਼ ਕਾਰਜ ਕਰਕੇ ਦਿੱਤਾ ਹੈ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲ ਕੀ ਤੇਰੀ ਬਰੀਆ, ਵੱਡੇ ਕਾਰਜ ਕਰਕੇ ਦਿੱਤਾ ਹੈ। ਤੇ ਅਸੀਂ ਇੱਥੇ ਫਰਜ਼ਾਂ ਦੀ ਪਹਿਚਾਣ ਕਰਨਾ ਹੈ, ਜਿਹੜੀ ਸਾਨੂੰ ਅਕਾਲ ਪੁਰਖ ਨੇ ਸਾਡੀ ਡਿਊਟੀ ਲਾਈ ਹੈ। ਉਹ ਡਿਊਟੀਆਂ ਕੀ ਕੀ ਨੇ? ਸਭ ਤੋਂ ਪਹਿਲਾਂ ਅਸੀਂ ਆਪਣੇ ਪ੍ਰਤੀ, ਮੈਨੂੰ ਮਾਫ ਕਰਿਆ ਜੇ ਅਸੀਂ ਆਪਣੇ ਪ੍ਰਤੀ ਸੁਚੇਤ ਨਹੀਂ, ਖਾਣ ਪ੍ਰਤੀ ਅਸੀਂ ਸੁਚੇਤ ਨਹੀਂ, ਆਪਣੇ ਸਰੀਰ ਨੂੰ ਸਾਫ਼ ਰੱਖਣ ਪ੍ਰਤੀ ਸੁਚੇਤ ਨਹੀਂ। ਸਾਫ਼ ਰੱਖਣ ਤੋਂ ਕੀ ਭਾਵ ਹੈ? ਹੁਣ ਗੁਰੂ ਸਾਹਿਬ ਦਾ ਉਪਦੇਸ਼ ਹੈ, ਅੰਮ੍ਰਿਤ ਵੇਲੇ ਉੱਠ ਕੇ ਭਾਈ ਇਹਨੂੰ ਸਰੀਰ ਨੂੰ ਸਫਾਈ ਕਰਕੇ, ਇਹਨੂੰ ਅਕਾਲ ਪੁਰਖ ਨਾਲ ਜੋੜ ਕੇ, ਇਹਨੂੰ ਐਕਸਰਸਾਈਜ਼ ਕਰਨੀ, ਸ਼ੁੱਧ ਹਵਾ ਦਵਾਉਣੀ, ਬਾਹਰ ਅੰਦਰ ਜਾ ਕਰਕੇ ਇਹਨੂੰ ਜਿਹੜਾ ਹੈ ਨਿਰੋਗ ਰੱਖਣਾ। ਪਰ ਅਸੀਂ ਤੇ ਅੰਦਰ ਘਰਾਂ ਦੇ ਵਿੱਚ ਬੈਠ ਕੇ ਉਲਟਾ ਸੁਲਟਾ ਖਾ ਕੇ, ਇਸ ਤਰ੍ਹਾਂ ਖਾ ਕੇ, ਸਲੂਣੇ ਖਾ ਕੇ, ਗੁਰੂ ਪਿਆਰਿਓ, ਇਹ ਸਰੀਰ 'ਚ ਵਿਗਾੜ ਪੈਦਾ ਕਰੀ ਜਾ ਰਹੇ ਆ, ਆਪਣੀ ਮੱਤ ਦੇ ਵਿੱਚ ਬੜੇ ਵਿਗਾੜ ਪੈਦਾ ਕਰੀ ਜਾ ਰਹੇ ਆ। ਇਹੋ ਜਿਹਾ ਕੁਝ ਨੈਟ ਤੋਂ ਦੇਖਣਾ, ਇਹੋ ਜਿਹੇ ਸੀਰੀਅਲ ਦੇਖਣੇ ਜਿਹੜੇ ਸਾਡੇ ਪ੍ਰਤੀ ਸੁਚੇਤ ਨਹੀਂ, ਅਚੇਤਤਾ ਦਿੰਦੇ ਨੇ, ਸਾਨੂੰ ਸਾਡੇ ਰਾਹ ਤੋਂ ਭਟਕਾਉਂਦੇ ਨੇ, ਉਹ ਵੀ ਦੇਖਣਾ। ਇਹਦਾ ਮਤਲਬ ਹੈ ਅਸੀਂ ਆਪਣੇ ਪ੍ਰਤੀ ਫਰਜ਼ ਨਹੀਂ ਪੂਰੇ ਕਰ ਰਹੇ। ਆਪਣੇ ਆਪ ਦੀ ਸੋਚ ਨੂੰ ਸਿੱਧੇ ਰਾਹ ਤੋਰ ਕੇ ਰੱਖਣਾ, ਆਪਣੇ ਸਰੀਰ ਨੂੰ ਸਾਂਭ ਕੇ ਰੱਖਣਾ, ਗੁਰੂ ਪਿਆਰਿਓ ਆਪਣੇ ਅਵਸਥਾ ਨੂੰ ਸਾਂਭ ਕੇ ਰੱਖਣਾ, ਇਹ ਵੀ ਆਪਣੇ ਪ੍ਰਤੀ ਫਰਜ਼ ਨੇ। ਪਰ ਅਸੀਂ ਅਚੇਤ ਹਾਂ। ਮੈਂ ਅੱਗੇ ਚੱਲਾਂ। ਕੌਮ ਪ੍ਰਤੀ ਤੇ ਅਸੀਂ ਤੇ ਮੈਨੂੰ ਮਾਫ ਕਰਿਆ ਜੇ, ਕੌਮ ਤਾਂ ਸਾਨੂੰ ਇਸ ਦਾ ਜਦੋਂ ਕਿਤੇ ਇਹ ਸ਼ਬਦ ਵਰਤਿਆ ਜਾਂਦਾ ਨਾ, ਕੌਮ ਪੰਥ, ਤਾਂ ਇੱਥੇ ਸਾਨੂੰ ਐ ਲੱਗਦਾ ਵੀ ਇਹ ਤਾਂ ਕੱਟੜ ਹੋ ਗਿਆ ਜੀ ਕੰਮ। ਗੁਰੂ ਪਿਆਰਿਓ ਨਹੀਂ, ਯਾਦ ਕਰੋ ਉਹਨਾਂ ਨੂੰ ਜਿਨ੍ਹਾਂ ਨੇ ਇਹ ਰਾਹ ਬਣਾਉਣ ਵਾਸਤੇ, ਜਿਨ੍ਹਾਂ ਨੇ ਸਾਡੀ ਇਹ ਪਛਾਣ ਬਣਾਉਣ ਵਾਸਤੇ ਬੰਦ ਕਟਵਾਏ ਨੇ, ਖੋਪੜ ਲਹਾਏ ਨੇ, ਆਰਿਆਂ ਨਾਲ ਚਿਰੇ ਨੇ, ਬੱਚਿਆਂ ਦੇ ਟੋਟੇ ਕਰਵਾ ਕੇ ਮਾਵਾਂ ਨੇ ਆਪਦੇ ਗਲਾਂ 'ਚ ਹਾਰ ਪਵਾਏ ਨੇ, ਆਪਦੇ ਪੁੱਤਾਂ ਨੂੰ ਸਾਹਮਣੇ ਬਰਛਿਆਂ ਤੇ ਟੰਗੀ ਦੇ ਵੇਖਿਆ। ਉਹਨਾਂ ਪ੍ਰਤੀ ਸਾਡੇ ਕੋਈ ਫਰਜ਼ ਨਹੀਂ ਕਿ ਉਹਨਾਂ ਦੇ ਵਿਸ਼ਵਾਸ ਨੂੰ ਪੂਰਾ ਕਰਨਾ ਸਾਡਾ ਫਰਜ਼ ਨਹੀਂ। ਸੋ ਆਓ ਅਸੀਂ ਕੌਮ ਪ੍ਰਤੀ ਵੀ ਆਪਣੇ ਫਰਜ਼ ਪਛਾਣੀਏ। ਰਿਸ਼ਤਿਆਂ ਪ੍ਰਤੀ ਅੱਜ ਸੰਸਾਰ ਹੈ ਜਿਹੜਾ, ਉਹ ਮਨੁੱਖ ਹੈ ਜਿਹੜਾ, ਉਹ ਜਾਨਵਰਾਂ ਪ੍ਰਤੀ ਵੀ, ਜਾਨਵਰਾਂ ਤੋਂ ਵੀ ਲੰਘ ਚੁੱਕਿਆ। ਅਸੀਂ ਦੇਖਦੇ ਹਾਂ, ਆਮ ਅਖਬਾਰਾਂ 'ਚ ਪੜ੍ਹਦੇ ਹਾਂ, ਅਸੀਂ ਰਿਸ਼ਤਿਆਂ ਪ੍ਰਤੀ ਸੁਚੇਤ ਨਹੀਂ, ਵੱਡਿਆਂ ਨੂੰ ਵੱਡੇ ਨਹੀਂ ਕਰਕੇ ਜਾਣਨਾ, ਛੋਟਿਆਂ ਨੂੰ ਛੋਟੇ ਕਰਕੇ ਨਹੀਂ ਜਾਣਨਾ, ਭੈਣ ਭਰਾ ਚਾਚੇ ਤਾਏ, ਅਸੀਂ ਕਈ ਵਾਰੀ ਇਹ ਸੋਚਦੇ ਹੁੰਦੇ ਆ ਇਸੇ ਰਿਸ਼ਤੇ ਜਿਹੜੇ ਆ ਬੜੇ ਸੰਕੀਰਣ ਹੋ ਗਏ ਨੇ। ਸਾਨੂੰ ਜਿਹੜਾ ਕੇਵਲ ਸਾਡੀ ਘਰ ਦੀ ਚਾਰ ਦੀਵਾਰੀ ਦੇ ਵਿੱਚ ਜੰਮੀ ਭੈਣ ਹੀ ਭੈਣ ਲੱਗਦੀ ਹੈ, ਦੂਜੀ ਸਾਨੂੰ ਭੈਣ ਹੀ ਨਹੀਂ ਲੱਗਦੀ। ਮੈਂ ਜਲਦੀ ਸਮਾਪਤ ਕਰ ਰਿਹਾ ਵੀਰ ਜੀ। ਸੋ ਅਸੀਂ ਇਹ ਰਿਸ਼ਤੇ ਪ੍ਰਤੀ ਵੀ ਸੁਚੇਤ ਹੋਣਾ ਹੈ, ਫਰਜ਼ਾਂ ਦੀ ਪਛਾਣ ਕਰਨੀ ਹੈ, ਤੇ ਸੰਸਾਰ ਪ੍ਰਤੀ ਸਤਿਗੁਰ ਨੇ ਸਾਡੀ ਕਿੰਨੀ ਵੱਡੀ ਡਿਊਟੀ ਲਾਈ ਹੈ। ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ, ਵਿੱਚ ਦੁਨੀਆ ਸੇਵਕ ਮਾਈਆ ਵਾਲੀ, ਤੇ ਉਸ ਤੋਂ ਵੀ ਵੱਡੀ ਸੋਚ। ਗੁਰੂ ਸਾਹਿਬ ਕਹਿੰਦੇ ਨੇ ਨਾ, ਸਿੱਖਾ ਹੇ ਗੁਰੂ ਕੇ ਪਿਆਰਿਆ, ਤੇਰਾ ਸਭ ਤੋਂ ਵੱਡਾ ਫਰਜ਼ ਕੀ ਹੈ? ਤੇਰੇ ਫਰਜ਼ ਕਿੱਥੋਂ ਤੱਕ ਪੂਰੇ ਹੋਣਗੇ? ਗੁਰੂ ਸਾਹਿਬ ਕਹਿੰਦੇ, ਜਿੰਨਾ ਚਿਰ ਦੁਨੀਆ ਦੇ ਵਿੱਚ ਕਿਸੇ ਇੱਕ ਵੀ ਵਿਅਕਤੀ ਦਾ ਭਲਾ ਹੋਣਾ ਜ਼ਰੂਰ ਬਾਕੀ ਹੈ ਨਾ, ਤੇ ਉਹਨਾਂ ਚਿਰ ਤੇਰੇ ਫਰਜ਼ ਪੂਰੇ ਨਹੀਂ ਹੋਏ। ਤੇਰਾ ਹਜੇ ਨਿਰੰਤਰ ਕਾਰਜਾਂ ਦਾ, ਸਿਮਰਨ ਦਾ, ਫਰਜ਼ਾਂ ਦਾ ਕਾਫਲਾ ਅਜੇ ਚੱਲਦਾ ਰਹਿਣਾ ਚਾਹੀਦਾ ਹੈ। ਸੋ ਇਹੋ ਹੀ ਸਟੱਡੀ ਸਰਕਲ ਦੀ ਇਹ ਸੋਚ ਹੈ, ਸਰਬੱਤ ਦੇ ਭਲੇ ਦੀ ਸੋਚ ਹੈ। ਸੋ ਅਸੀਂ ਅੱਗੇ ਚੱਲਦੇ ਹਾਂ ਜੀ। ਫਰਜ਼ਾਂ ਦੀ ਪਛਾਣ ਕਰਨਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਹੈ। ਅਸੀਂ ਫਰਜ਼ਾਂ ਨੂੰ ਪਛਾਣੀਏ ਤਾਂ ਵਾਹਿਗੁਰੂ ਦਾ ਸਿਮਰਨ ਕਰਨਾ ਵੀ ਸਾਡਾ ਇੱਕ ਫਰਜ਼ ਹੈ। ਮੈਂ ਬੇਨਤੀ ਕਰਾਂ, ਅੱਗੇ ਚੱਲਦੇ ਹਾਂ ਜੀ। ਸੋ ਉਸ ਤੋਂ ਵੱਡਾ ਅੱਗੇ ਸਿਮਰਨ ਦੀ ਇੱਕ ਹੋਰ, ਮੈਂ ਜੋ ਮੇਰੇ ਤੁਛ ਬੁੱਧੀ ਅਨੁਸਾਰ ਸਤਿਗੁਰੂ ਨੇ ਜੋ ਬਖਸ਼ਿਸ਼ ਕੀਤੀ, ਮੈਂ ਉਹ ਸਾਂਝੀ ਕਰਾਂ। ਸਮੇਂ ਦਾ ਵੀਰ ਜੀ ਧਿਆਨ ਰੱਖੋ। ਹਾਂ ਵੀਰ ਜੀ, ਬਸ ਸਿਰਫ 1 ਜਾਂ 2 ਮਿੰਟ ਹੀ ਲਵਾਂਗਾ। ਨਿਸ਼ਾਨੇ ਪ੍ਰਤੀ ਸੁਹਿਰਦਤਾ। ਹੁਣ ਦੇਖੋ, ਪਹਿਲਾ ਨਿਸ਼ਾਨਾ ਸਾਨੂੰ ਵਾਹਿਗੁਰੂ ਨੇ ਦਿੱਤਾ ਹੈ, ਪ੍ਰਮਾਤਮਾ ਨੇ ਦਿੱਤਾ ਹੈ। ਬਾਣੀ ਦੇ ਵਿੱਚ ਸਾਡਾ ਵੱਡਾ ਨਿਸ਼ਾਨਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲਣਾ, ਉਹਦੇ ਵਿੱਚ ਅਭੇਦ ਹੋਣਾ, ਇਹ ਸਾਡਾ ਨਿਸ਼ਾਨਾ ਹੈ। ਤੇ ਉਹਦੇ ਨਾਲ ਹੀ ਗੁਰੂ ਪਿਆਰਿਓ, ਜਿਹੜਾ ਤੁਸੀਂ ਤੁਹਾਡੇ ਮਾਂ-ਬਾਪ ਚਾਹੁੰਦੇ ਨੇ ਉਹਨਾਂ ਦਾ
ਜਿਹੜਾ ਹੈ ਨਾਮ ਉੱਚਾ ਕਰਨਾ, ਆਪਣੇ ਆਪ ਨੂੰ ਕਿਸੇ ਉੱਚੇ ਅਹੁਦੇ ਤੇ ਪਹੁੰਚਾਉਣਾ, ਉਸ ਨਿਸ਼ਾਨੇ ਪ੍ਰਤੀ ਅਸੀਂ ਸੁਹਿਰਦ ਰਹਿ ਕੇ ਜਾਤ ਸੱਤ ਦੇ ਧਾਰਨੀ ਹੋ ਕੇ ਆਪਣੀਆਂ ਬਿਰਤੀਆਂ ਨੂੰ ਕੇਵਲ ਇੱਕ ਥਾਂ ਇਕਾਗਰ ਕਰਕੇ ਨਿਸ਼ਾਨੇ ਪ੍ਰਤੀ ਸੁਹਿਰਦਤਾ, ਇਹ ਵੀ ਸਿਮਰਨ ਹੈ। ਜੀਵਨ ਦੀ ਕੀਮਤ ਚੇਤੇ ਰੱਖਣਾ, ਸਾਨੂੰ ਤਾਂ ਇਹ ਹੀ ਨਹੀਂ ਪਤਾ, ਜਿਵੇਂ ਪਿਛਲੇ ਦਿਨਾਂ 'ਚ ਵੀਰ ਜੀ ਹੋਰਾਂ ਨੇ ਲੈਕਚਰ ਲੈਂਦਿਆਂ ਸਾਨੂੰ ਜੀਵਨ ਦੀ ਮਹੱਤਤਾ ਚੇਤੇ ਕਰਾਈ ਸੀ ਨਾ, ਵੀ ਜਿੰਨਾ ਕੋਈ ਕਿਸੇ ਦੀ ਕੀਮਤ ਜਾਣਦਾ ਉਹ ਉਹਨਾਂ ਕੁ ਮੁੱਲ ਪਾ ਲੈਂਦਾ ਹੈ। ਅਸੀਂ ਤਾਂ ਜੀਵਨ ਦੀ ਕੀਮਤ ਹੀ ਬੜੀ ਤੁੱਛ ਸਮਝੀ ਹੈ, ਸਰੀਰਕ ਰਸਾਂ ਦੀ ਕੀਮਤ ਸਮਝ ਲਈ। ਜੇ ਕੋਈ ਸਰੀਰ ਮੈਨੂੰ ਨਹੀਂ ਮਿਲਿਆ ਤੇ ਅਸੀਂ, ਜਿਹੜਾ ਅੱਜ ਦਾ ਨੌਜਵਾਨ ਉਹ ਜਾ ਕੇ ਖੁਦਕੁਸ਼ੀਆਂ ਕਰਦਾ, ਭੈਣ ਜੀ ਨੇ ਵਿਚਾਰ 'ਚ ਵੀ ਦੱਸਿਆ। ਸੋ ਅੱਜ ਦਾ ਨੌਜਵਾਨ ਆ ਜਿਹੜਾ, ਉਹ ਇੱਕ ਛੋਟੀ ਜਿਹੀ ਚੀਜ਼ ਪਿੱਛੇ ਮਾਂ-ਬਾਪ ਨੂੰ ਕਹਿੰਦਾ ਮੈਨੂੰ ਆਹ ਲੈ ਕੇ ਦਿਓ, ਨਹੀਂ ਲੈ ਕੇ ਦਿੰਦੀ, ਆਪਣਾ ਜੀਵਨ ਖਤਮ ਕਰ ਲੈਂਦਾ। ਗੁਰੂ ਪਿਆਰੋ, ਕੀ ਸਾਡੇ ਜੀਵਨ ਦਾ ਕੀਮਤ ਇੰਨੀ ਕੀ ਹੈ? ਸੋ ਅਸੀਂ ਜੀਵਨ ਦੀ ਕੀਮਤ ਨੂੰ ਚੇਤੇ ਰੱਖਣਾ, ਜਿਹੜਾ ਇਹ ਅਮੁੱਲਾ ਜੀਵਨ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੈ, ਇਹਨੂੰ ਵੀ ਮੈਂ ਚੇਤੇ ਰੱਖਾਂ, ਇਹ ਵੀ ਗੁਰੂ ਪਿਆਰੋ ਸਿਮਰਨ ਹੈ। ਵਿਰਸੇ ਦੀ ਪਹਿਚਾਣ, ਸਾਨੂੰ ਸਾਡੇ ਵਿਰਸੇ ਤੇ ਮਾਣ ਹੋਵੇ, ਸਾਡੇ ਸਦਾ ਵਿਰਸਾ ਚੇਤੇ ਰਵੇ। ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹਦੇ ਵਿੱਚ ਸਾਨੂੰ ਵਿਰਸਾ ਚੇਤੇ ਕਰਾਇਆ ਜਾਂਦਾ ਹੈ। ਬਾਣੀ ਪੜ੍ਹਦੇ ਹਾਂ, ਸਤਿਗੁਰੂ ਸਾਨੂੰ ਵਾਰ-ਵਾਰ ਸਾਡਾ ਜਿਹੜਾ ਹੈ ਉਹ ਫਰਜ਼ ਸਿਮਰਨ, ਜਿਹੜਾ ਫਰਜ਼ ਮੈਂ ਫਿਰ ਬੇਨਤੀ ਕਰਾਂ, ਉਹ ਫਰਜ਼ ਚੇਤੇ ਕਰਾਉਂਦੇ ਨੇ। ਅਸੀਂ ਵਿਰਸੇ ਦੀ ਪਹਿਚਾਣ ਰੱਖਣੀ ਹੈ, ਵਿਰਸੇ ਤੇ ਮਾਣ ਕਰਨਾ, ਇਹ ਵੀ ਬਹੁਤ ਵੱਡਾ ਸਿਮਰਨ ਹੈ। ਮੈਂ ਅੱਗੇ ਚੱਲਾਂ ਵੀਰ ਜੀ। ਸੋ ਅਸੀਂ, ਸਾਡਾ ਵਿਰਸਾ ਜਿਹੜਾ ਉਹ ਸਾਡਾ ਮਾਣ ਹੈ, ਸਾਨੂੰ ਸਾਡੇ ਵਿਰਸੇ ਤੇ ਮਾਣ ਹੋਣਾ ਚਾਹੀਦਾ ਹੈ। ਤੋ ਬੇਨਤੀ ਕਰਾਂ ਵੀਰ ਜੀ ਨੂੰ, ਅਸੀਂ ਅੱਗੇ ਚੱਲੀਏ ਜੀ। ਸੋ ਸਾਡਾ ਵਿਰਸਾ ਉਹ ਸਾਡਾ ਗੌਰਵ ਹੈ, ਸਾਡਾ ਮਾਣ ਹੈ। ਜਿਹੜਾ ਸਾਡਾ ਜਿੰਨਾ ਵੀ ਕੌਮ ਦਾ ਸਰਮਾਇਆ ਹੈ, ਉਹ ਸਾਰਾ ਸਾਡਾ ਮਾਨਾਮਤੀ ਤੇ ਸ਼ਾਨਾਮਤੀ ਇਤਿਹਾਸ ਹੈ, ਉਹਦੇ ਦੀ ਮਾਣ ਕਰੀਏ ਜੀ। ਅੱਗੇ ਚੱਲੀਏ ਜੀ। ਤੋ ਮੈਂ ਸਮਾਪਤੀ ਵੱਲ ਵਧ ਰਿਹਾ। ਸੋ ਸਮਾਪਤੀ ਦੇ ਸ਼ਬਦਾਂ ਦੇ ਵਿੱਚ ਜਿੰਨਾ ਵੀ ਮੈਂ ਆਪ ਜੀ ਨਾਲ, ਜਿੰਨਾ ਵਾਹਿਗੁਰੂ ਨੇ ਤੁਛ ਬੁੱਧੀ ਬਖਸ਼ਿਸ਼ ਕੀਤੀ ਸੀ, ਜਿੰਨੇ ਕੁ ਸਤਿਗੁਰੂ ਨੇ ਮੈਨੂੰ ਸਮਰੱਥਾ ਬਖਸ਼ੀ ਸੀ, ਮੈਂ ਉਹ ਸ਼ਬਦਾਂ ਦੀ ਸਾਂਝ ਆਪ ਜੀ ਨਾਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਨਾਲ ਹੀ ਇਹ ਬੇਨਤੀਆਂ ਨੇ, ਜੇ ਕੋਈ ਸ਼ਬਦ ਗਲਤ ਹੋਵੇ, ਭੁੱਲ ਚੁੱਕ ਹੋ ਗਈ ਹੋਵੇ, ਤੇ ਉਹ ਮੇਰੀ ਝੋਲੀ ਪਾ ਦੇਣਾ, ਭੁੱਲ ਚੁੱਕ ਲਈ ਖਿਮਾ। ਪਰ ਜੇ ਕਿਤੇ ਕੋਈ ਬਚਨ ਐਸਾ ਲੱਗਿਆ ਹੋਵੇ ਵੀ ਹਾਂ ਇਹ ਸਾਡੇ ਜੀਵਨ ਦੇ ਲਈ, ਸਮਾਜ ਦੇ ਲਈ, ਸਾਡੇ ਆਉਣ ਵਾਲੀਆਂ ਕੌਮ ਦੀਆਂ ਪੀੜ੍ਹੀਆਂ ਦੇ ਲਈ ਕੰਮ ਦੇ ਹੈ, ਉਹਨੂੰ ਜ਼ਰੂਰ ਆਪਦੇ ਪੱਲੇ ਬੰਨ੍ਹ ਕੇ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ। ਇੱਕ ਵਾਰ ਫੇਰ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਭੁੱਲ ਚੁੱਕ ਲਈ ਖਿਮਾ ਜੀ। ਆਓ ਸਾਰੇ ਜੁੜ ਕੇ ਇੱਕ ਕਾਫਲਾ ਬਣਾ ਕੇ ਚੱਲੀਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਜਿੰਨਾ ਕਿ ਤੁਸੀਂ ਸਮਾਂ ਦੇ ਸਕਦੇ ਹੋ, ਜਿੰਨਾ ਸਹਿਯੋਗ ਦੇ ਸਕਦੇ ਹੋ, ਜ਼ਰੂਰ ਦਿਓ ਜੀ। ਇਹਨੀਆਂ ਬੇਨਤੀਆਂ ਦੇ ਨਾਲ ਗੁਰੂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬੜੇ ਵਿਸਤਾਰ ਨਾਲ ਦੱਸਿਆ। ਸੋ ਬੱਚਿਆਂ ਨੇ, ਵਿਦਿਆਰਥੀਆਂ ਨੇ ਬਹੁਤ ਲਾਹਾ ਲਿਆ ਹੋਵੇਗਾ। ਸਾਡੇ ਕੋਲੇ ਹੁਣ ਪ੍ਰਸ਼ਨ ਉੱਤਰਾਂ ਦਾ ਸਮਾਂ ਹੈ। ਕੁਝ ਕੁ ਹੈਂਡ ਰੇਜ਼ ਹੋਏ ਹਨ, ਪਰ ਮੈਂ ਇਸ ਤੋਂ ਪਹਿਲਾਂ ਇੱਕ ਸਾਰੇ ਕੈਂਪਸ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਅਸੀਂ ਅਟੈਂਡੈਂਸ ਲੈ ਰਹੇ ਹਾਂ, ਚੈਟ ਬਾਕਸ ਓਪਨ ਕਰ ਰਹੇ ਹਾਂ। ਹੁਣ ਨਾਲ ਦੀ ਨਾਲ ਹੀ ਜਿਹੜਾ ਤੁਸੀਂ ਆਪਦੀ ਅਟੈਂਡੈਂਸ ਦੇ ਵਿੱਚ ਆਪਣਾ ਨਾਮ, ਆਪਣਾ ਫੋਨ ਨੰਬਰ ਲਿਖ ਕੇ ਪਾ ਦਿਓ, ਤਾਂ ਕਿ ਤੁਹਾਡੀ ਅਟੈਂਡੈਂਸ ਦੇ ਆਧਾਰ ਤੇ ਅਸੀਂ ਸਰਟੀਫਿਕੇਟ ਜਾਰੀ ਕਰ ਸਕਾਂਗੇ। ਸੋ ਬੇਨਤੀ ਹੈ ਸਾਰੇ ਕੈਂਪਸ ਨੂੰ ਕਿ ਆਪਣੇ ਜਿਹੜਾ ਹੈ ਅਟੈਂਡੈਂਸ ਚੈਟ ਬਾਕਸ ਵਿੱਚ ਜ਼ਰੂਰ ਭੇਜੋ। ਤੇ ਸਾਡੇ ਕੋਲੇ ਕੁਝ ਹੈਂਡ ਰੇਜ਼ ਹੋਏ ਆ, ਉਹਨਾਂ ਦੇ ਕੁਐਸਚਨ ਮੈਂ ਵੀਰ ਜੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦਾ ਮਾਈਕ ਔਨ ਕਰ ਦਿਓ। ਸਾਡੇ ਕੋਲ ਨਵਜੋਤ ਕੌਰ ਦਾ ਹੈਂਡ ਰੇਜ਼ ਹੈ ਵੀਰ ਜੀ। ਉਹ ਗਲਤੀ ਨਾਲ ਹੋ ਗਿਆ ਸੀ ਕਹਿੰਦੇ ਜੀ। ਇੱਕ ਹੀਨਾ ਦਾ ਹੋਇਆ ਸੀਗਾ ਜੀ, ਇੱਕ ਜਸਟ ਹੁਣੇ ਹੋਇਆ ਜੀ। ਨਹੀਂ ਉਧਰ ਬਿਜ਼ੀ ਹੋ ਗਏ ਜੀ ਅਟੈਂਡੈਂਸ ਵਾਲੇ ਪਾਸੇ। ਕੁਐਸਚਨ ਰਾਏ ਜਿਨ੍ਹਾਂ ਦੇ ਹੈਗੇ ਉਹ ਪਲੀਜ਼ ਹੈਂਡ ਰੇਜ਼ ਕਰ ਦਿਓ, ਜਿਨ੍ਹਾਂ ਦੇ ਕੁਐਸਚਨ ਹੈਗੇ ਆ ਉਹ ਹੈਂਡ ਰੇਜ਼ ਕਰ ਦਿਓ, ਤਾਂ ਜੋ ਤੁਹਾਨੂੰ ਅਸੀਂ ਅਨਮਿਊਟ ਕਰ ਸਕੀਏ। ਨਾਲ ਹੀ ਵੀਰ ਜੀ ਨੇ ਜਿੱਦਾਂ ਬੇਨਤੀ ਕੀਤੀ ਹੈ ਕਿ ਸਾਰੇ ਕੈਂਪਸ ਨੂੰ ਬੇਨਤੀ ਹੈ ਕਿ ਕੁਝ ਨਾ ਕੁਝ ਸਮਾਂ ਜ਼ਰੂਰ ਕੱਢੋ। ਤੁਹਾਡੇ ਕੋਲ ਇੱਕ ਫੋਨ ਨੰਬਰ 9881636017 9881636017 ਚੈਟ ਬਾਕਸ ਵਿੱਚ ਪਾਇਆ ਗਿਆ, ਤਾਂ ਉਸ ਤੇ ਸਾਡੇ ਨਾਲ ਸੰਪਰਕ ਕਰੋ, ਨੇੜੇ ਦੇ ਵੀਰਾਂ ਨਾਲ ਸੰਪਰਕ ਕਰੋ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਾਫਲੇ ਦਾ ਹਿੱਸਾ ਬਣੋ। ਆਓ ਕੁਛ ਨਾ ਕੁਛ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ, ਇਹ ਸਮਾਜ ਦੇ ਸੁਧਾਰ ਲਈ ਕੁਛ ਨਾ ਕੁਛ ਜਿਹੜਾ ਆਪਦਾ ਹਿੱਸਾ ਪਾ ਸਕੀਏ। ਤਾਂ ਕੁਐਸਚਨ ਤੁਹਾਡੇ ਹੁਣ ਵੀਰ ਜੀ ਜਵਾਬ ਦੇਣਗੇ। ਕੁਐਸਚਨ ਲਈ ਹੈਂਡ ਰੇਜ਼ ਕਰੋ। ਰੋਹਿਤ ਮੋਂਗਾ ਜੀ ਨੇ ਹੈਂਡ ਰੇਜ਼ ਕੀਤਾ ਵੀਰ ਜੀ। ਹੈਲੋ ਸਰ। ਜੀ ਵੀਰ ਜੀ ਪੁੱਛੋ ਜੀ ਆਪਦਾ ਸਵਾਲ। ਹਾਂਜੀ ਸਰ, ਮੇਰਾ ਕੁਐਸਚਨ ਇਹ ਹੈ ਕਿ ਜਿਵੇਂ ਸਰ ਥੋੜਾ ਉੱਚੀ ਬੋਲੋ ਜੀ। ਸਰ ਮੇਰਾ ਸਵਾਲ ਇਹ ਹੈ ਜੀ, ਜਿਵੇਂ ਅਸੀਂ ਕਿਸੇ ਨੂੰ ਦਾਨ ਦੇ ਵਿੱਚ ਪੈਸੇ ਦੇ ਦਿੰਦੇ ਹਾਂ,
ਪਰ ਸਰ ਕਈ ਵਾਰੀ ਉਹ ਉਹਨਾਂ ਦਾ ਗਲਤ ਇਸਤੇਮਾਲ ਕਰ ਲੈਂਦਾ ਵਾ, ਜਿਵੇਂ ਕਿ ਉਹ ਨਸ਼ਿਆਂ ਵਿੱਚ ਲਾ ਦਿੰਦਾ ਜਾਂ ਕਿਸੇ ਹੋਰ ਵੀ ਚੀਜ਼ਾਂ ਤੇ ਲਾ ਦਿੰਦਾ। ਤਾਂ ਸਰ ਇਹਦੇ ਨਾਲ ਸਾਡੇ ਪੈਸੇ, ਅਸੀਂ ਤਾਂ ਆਪਣੇ ਵੱਲੋਂ ਸੇਵਾ ਹੀ ਕੀਤੀ ਹੈ, ਦਾਨ ਹੀ ਦਿੱਤਾ ਹੈ, ਪਰ ਸਰ ਇਹਦੇ ਤੇ ਸਾਡੇ ਤੇ ਤਾਂ ਨਹੀਂ ਕੋਈ ਬੁਰਾ ਪ੍ਰਭਾਵ ਪੈ ਸਕਦਾ ਜੀ? ਹਾਂਜੀ ਮੰਗਾ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਹੈ। ਵੀ ਜੋ ਅਸੀਂ ਦਾਨ ਕਰਦੇ ਹਾਂ ਅਸੀਂ ਆਪਣੇ ਵੱਲੋਂ ਦਾਨ ਸਮਝ ਕੇ ਕੀਤਾ ਹੈ, ਪਰ ਜਿਹੜੇ ਬਹੁਤੇ ਲੋਕ ਨੇ ਉਹਦਾ ਮਿਸਯੂਜ਼ ਕਰਦੇ ਨੇ ਜਾਂ ਹੋ ਸਕਦਾ ਤਾਂ ਉਹਦਾ ਸਾਡੇ ਤੇ ਬੁਰਾ ਪ੍ਰਭਾਵ ਤਾਂ ਨਹੀਂ ਪੈਂਦਾ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਨਾ ਪੁੰਨ ਪਾਪ ਦੀ ਸਾਡੀ ਆਮ ਕਰਕੇ ਡੈਫੀਨੇਸ਼ਨ ਹੈਗੀ ਹੈ ਵੀ ਜੇ ਮੈਂ ਆਹ ਕਰਤਾ, ਜੇ ਮੈਂ ਇੱਕ ਤੋਂ ਦਾਨ ਗਲਤ ਦਿੱਤਾ ਗਿਆ, ਕਿਤੇ ਪੁੰਨ ਜਾਂ ਪਾਪ ਤੇ ਨਹੀਂ ਹੋਏਗਾ। ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਨਾ ਪਾਪ ਪੁੰਨ ਦੇ ਵਿਚਾਰ ਨੂੰ ਪਾਸੇ ਰੱਖ ਕੇ ਮੈਂ ਇੱਕ ਬੇਨਤੀ ਕਰਾਂ, ਕਿਉਂਕਿ ਜਿਹੜਾ ਕਰਮ ਤੁਸੀਂ ਜਿਹੜਾ ਕਰ ਰਹੇ ਹੋ ਨਾ ਉਹ ਤੁਹਾਡੀ ਭਾਵਨਾ ਤੇ ਨਿਰਭਰ ਹੈ। ਤੁਸੀਂ ਸ਼ੁਭ ਭਾਵਨਾ ਨਾਲ ਉਹ ਚੀਜ਼ ਕਰ ਦਿੱਤੀ, ਚੰਗੀ ਭਾਵਨਾ ਨਾਲ ਕੀਤੀ ਹੈ, ਇਹਦਾ ਤੁਹਾਡੇ ਤੇ ਨੈਗੇਟਿਵ ਇਫੈਕਟ ਇਹ ਨਾ ਸਮਝੋ ਵੀ ਮੈਨੂੰ ਕਿਤੇ ਉਹ ਹੋਏਗਾ। ਬਿਲਕੁਲ ਇਸ ਚੋਂ ਨਿਸ਼ਚਿੰਤ ਹੋ ਜਾਓ, ਤੁਹਾਡਾ ਇਹ ਨਹੀਂ, ਕਿਉਂਕਿ ਤੁਹਾਡੀ ਭਾਵਨਾ ਨੂੰ ਅਕਾਲ ਪੁਰਖ ਨੇ ਸੁਣਨਾ ਹੈ। ਜਿਹੜੇ ਅਸੀਂ ਆਮ ਸ਼ਬਦਾਂ ਦੀ ਕਈ ਵਾਰੀ ਮੈਂ ਬੇਨਤੀ ਕਰਦਾ ਹੁੰਨਾ ਵੀ ਜਿਹੜੇ ਅਸੀਂ ਆਮ ਕਰਕੇ ਕਹਿੰਦੇ ਹਾਂ ਨਾ ਜੀ ਲੱਛੇਦਾਰ ਗੱਲ ਕਰਨੀ, ਲੱਛੇਦਾਰ ਅਰਦਾਸ ਕਰਨੀ, ਅਰਦਾਸ ਸੰਖੇਪ ਜਿਹੜਾ ਸਾਡਾ ਬਣਿਆ ਹੋਇਆ ਠੀਕ ਹੈ ਉਹ ਪੈਟਰਨ ਵੀ ਸਾਨੂੰ ਵਿਰਸਾ ਚੇਤੇ ਆ ਜਾਂਦਾ ਹੈ, ਸਾਡਾ ਧਿਆਨ ਇਕਾਗਰ ਹੋ ਜਾਂਦਾ, ਅਸੀਂ ਅਰਦਾਸ ਕਰਦੇ। ਪਰ ਜਿਹੜਾ ਪ੍ਰਮਾਤਮਾ ਹੈ ਨਾ ਉਹ ਭਾਵਨਾ ਦਾ ਭੁੱਖਾ ਹੈ, ਔਰ ਉਹਨੇ ਸਾਡੀ ਭਾਵਨਾ ਦੇਖਣੀ ਹੈ ਵੀ ਭਾਵਨਾ ਕੀ ਹੈ। ਤੁਸੀਂ ਸ਼ੁਭ ਭਾਵਨਾ ਨਾਲ ਦਾਨ ਦਿੱਤਾ, ਉਹਦੇ ਚ ਕੋਈ ਐਸੀ ਨਹੀਂ ਹੈ ਵੀ ਤੁਹਾਨੂੰ ਕੋਈ ਪੁੰਨ ਜਾਂ ਪਾਪ ਲੱਗੇਗਾ। ਪੁੰਨ ਲੱਗੇਗਾ ਜੇ ਸ਼ੁਭ ਭਾਵਨਾ ਨਾਲ ਦਿੱਤਾ, ਨੂੰ ਮਾਫ ਕਰਿਆ ਜੇ। ਉਸ ਤੋਂ ਬਾਅਦ ਪਰ ਮੈਂ ਇੱਕ ਗੱਲ ਕਰਦਾ, ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਅਸੀਂ ਦਾਨ ਕਰਨ ਵੇਲੇ ਸੁਚੇਤ ਜ਼ਰੂਰ ਰਹਿਣਾ, ਜਿੱਥੇ ਸਾਨੂੰ ਪਤਾ ਲੱਗਦਾ ਨਾ। ਆਮ ਕਰਕੇ ਇਸ ਚੀਜ਼ ਦਾ ਵਾਕਿਆ ਹੀ ਹੈਗਾ, ਜਿੱਥੇ ਲੋੜ ਹੁੰਦੀ ਹੈ ਉੱਥੇ ਅਸੀਂ ਦੇਣੋਂ ਕਈ ਵਾਰੀ ਖੁੰਝ ਜਾਂਦੇ ਹਾਂ। ਕਿਉਂ? ਕਿਉਂਕਿ ਇਹੋ ਜਿਹੇ ਲੋਕਾਂ ਨੇ ਕਈ ਵਾਰੀ ਸਾਨੂੰ ਇਹੋ ਜਿਹੀ ਚੀਜ਼ਾਂ ਦਿਖਾਈਆਂ ਹੁੰਦੀਆਂ ਵੀ ਸਾਡਾ ਮਨ ਖੱਟਾ ਹੋ ਜਾਂਦਾ ਹੈ। ਸੋ ਪਹਿਲਾਂ ਜ਼ਰੂਰ ਸਾਨੂੰ ਜਿਹੜਾ ਨਾ ਦਾਨ ਦੇਣ ਵੇਲੇ ਥੋੜਾ ਜਿਹਾ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਹੈ। ਪਰ ਜੇ ਕਿਤੇ ਚੇਤ ਰੂਪ ਦੇ ਵਿੱਚ ਤੁਹਾਡੇ ਕੋਲ ਇਸ ਤਰ੍ਹਾਂ ਕਿਤੇ ਇਮੋਸ਼ਨਲ ਹੋ ਕੇ ਦਿੱਤਾ ਗਿਆ, ਉਹਦਾ ਕੋਈ ਮਿਸਯੂਜ਼ ਕਰ ਲੈਂਦਾ ਹੈ, ਤਾਂ ਪਲੀਜ਼ ਉਹਨੂੰ ਇਹ ਆਪਣੇ ਮਨ ਦੇ ਵਿੱਚ ਉਹਦਾ ਬੁਰਾ ਪ੍ਰਭਾਵ ਲੈ ਕੇ ਜਾਂ ਇਸ ਤਰ੍ਹਾਂ ਫੀਲ ਕਰਕੇ ਆਪਣੇ ਆਪ ਨੂੰ ਇੱਕ ਦੋਸ਼ੀ ਠਹਿਰਾ ਦੇਣਾ, ਇਹ ਵੀ ਕਿਤੇ ਸਹੀ ਨਹੀਂ ਹੈਗਾ। ਤਾਂ ਅਸੀਂ ਦਾਨ ਕਰਨ ਵੇਲੇ ਸੁਚੇਤ ਜ਼ਰੂਰ ਹੋਣਾ। ਵੀਰ ਜੀ ਮੈਨੂੰ ਆਸ ਹੈ ਵੀ ਤੁਹਾਡਾ ਜਿਹੜਾ ਸਵਾਲ ਜਿਹੜਾ ਉਹਦਾ ਉੱਤਰ ਮਿਲ ਗਿਆ ਹੋਵੇਗਾ। ਧੰਨਵਾਦ ਜੀ। ਵੀਰ ਜੀ ਇੱਕ ਸਵਾਲ ਸਾਡੇ ਕੋਲ ਆਇਆ ਸਰ, ਕਈ ਵਾਰ ਆਪਾਂ ਕਿਸੇ ਨੂੰ ਸਿੱਧਾ ਰਾਹ ਦਿਖਾਉਂਦੇ ਆ ਪਰ ਉਹ ਆਪਾਂ ਨੂੰ ਹੀ ਗਲਤ ਮੰਨਦਾ ਹੈ, ਤਾਂ ਫਿਰ ਆਪਾਂ ਕੀ ਕਰ ਸਕਦੇ? ਬਹੁਤ ਵਧੀਆ ਵੀਰ ਜੀ। ਹੁਣ ਅਸੀਂ ਨਾ ਥੋੜਾ ਜਿਹਾ ਪਿੱਛੇ ਚੱਲੀਏ ਵੀ ਅਸੀਂ ਅੱਜ ਆਈਡਲ ਜਾਂ ਇਹ ਕਹਿਣਾ, ਮੈਂ ਕਹਿੰਦਾ ਵੀ ਦੁਨੀਆ ਦੇ ਵਿੱਚ ਇਹ ਮੰਨਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਦੇ ਨਹੀਂ ਇਕੱਲੇ। ਅੱਜ ਉਹਨੂੰ ਮੁਸਲਮਾਨ ਕਹਿੰਦਾ ਸਾਡਾ ਪੀਰ ਹੈ, ਹਿੰਦੂ ਕਹਿੰਦੇ ਨੇ ਸਾਡੇ ਦੇਵ ਨੇ, ਪਰ ਸਿੱਖ ਕਹਿੰਦਾ ਵੀ ਉਹ ਸਾਡੇ ਗੁਰੂ ਨੇ। ਪਰ ਜਦੋਂ ਗੁਰੂ ਸਾਹਿਬ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦਾ ਰਸਤਾ ਚੁਣਿਆ, ਉਦਾਸੀਆਂ ਦਾ ਮਾਰਗ ਚੁਣਿਆ, ਗੁਰੂ ਨਾਨਕ ਆਪ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ। ਤੇ ਉਹ ਲੋਕਾਂ ਨੇ ਉਹਨੂੰ ਇਹ ਨਹੀਂ ਕਿਹਾ ਵੀ ਹਾਂ ਇਹ ਸਹੀ ਸੋਚ ਲੈ ਕੇ ਆਏ ਨੇ, ਕਿਉਂਕਿ ਜਿਹੜਾ ਕੋਈ ਮਨੁੱਖ ਜਾਂ ਜਿਹੜੀ ਸੋਚ ਲੈ ਕੇ ਕੋਈ ਚੱਲ ਰਿਹਾ ਹੁੰਦਾ ਨਾ ਜੀ, ਉਹਨੂੰ ਆਪਦੀ ਉਹ ਸੋਚ ਛੱਡਣੀ, ਆਪਦਾ ਰਾਹ ਛੱਡਣਾ ਬਹੁਤ ਔਖਾ ਹੁੰਦਾ ਹੈ। ਤੋ ਇਸ ਕਰਕੇ ਜਦੋਂ ਅਸੀਂ ਕਿਸੇ ਨੂੰ ਦੂਜੇ ਰਾਹ ਤੋਂ ਮੋੜ ਕੇ ਸਿੱਧੇ ਰਾਹ ਪਾਉਂਦੇ ਆ, ਉਹ ਕੁਝ ਸਮੇਂ ਦੇ ਲਈ ਸਾਨੂੰ ਇਸ ਤਰ੍ਹਾਂ ਸਮਝ ਸਕਦਾ ਹੈ। ਪਰ ਹਾਂ ਇਹ ਨਹੀਂ ਹੁੰਦਾ ਵੀ ਤੁਸੀਂ ਸੱਚ ਦਾ ਮਾਰਗ ਦਿਖਾਇਆ, ਉਹ ਬੰਦਾ ਸਜ਼ਾ ਲਈ ਤੁਹਾਡੇ ਨਾਲ ਇਹ ਕਰੂਗਾ। ਕਦੇ ਐਸਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਉਹਨੂੰ ਤੁਸੀਂ ਜੇ ਵਾਰ-ਵਾਰ ਕਹਿੰਦੇ ਰਹੋਗੇ, ਜੇ ਉਹ ਛੇਤੀ ਮੁੜਿਆ ਆ ਤਾਂ ਪ੍ਰਮਾਤਮਾ ਕਰੇ ਉਹ ਬੰਦੇ ਦਾ ਜੀਵਨ ਸੁਧਰ ਸਕਦਾ ਹੈ। ਪਰ ਇਹ ਗੱਲ ਡੈਡ ਸ਼ੋਰ ਹੈ ਵੀ ਜੇਕਰ ਕਿਤੇ ਉਹ 2 ਕਦਮਾਂ ਫਿਰ ਉਸ ਤੋਂ ਵੀ ਅੱਗੇ ਵੱਧ ਗਿਆ ਨਾ, ਉੱਥੇ ਜਾ ਕੇ ਉਹਨੂੰ ਜ਼ਰੂਰ ਉਹ ਸੱਚ ਦੀ ਚੋਟ ਵੱਜੇਗੀ। ਉਹ ਸੱਚ ਦੀ ਚੋਟ ਉਹਨੂੰ ਵਾਪਸ ਫਿਰ ਇਹ ਦ੍ਰਿੜ ਕਰਾ ਦੇਗੀ, ਨਹੀਂ ਤੁਸੀਂ ਠੀਕ ਸੀ, ਉਹ ਗਲਤ ਹੈ। ਇਹ ਮਹਿਸੂਸ ਕਰਨਾ ਵੀ ਜੇ ਮੈਂ ਕਿਸੇ ਨੂੰ ਇਹ ਸੱਚ ਦਾ ਰਾਹ ਦੱਸਿਆ ਤੇ ਉਹ ਮੈਨੂੰ ਗਲਤ ਸਮਝੂਗਾ, ਕਿਉਂਕਿ ਉਹ ਪਹਿਲਾਂ ਹੀ ਆਹ ਕੁਛ ਕਰੀ ਜਾਂਦਾ। ਇਸ ਕਰਕੇ ਅਸੀਂ ਸੱਚ ਦੀ ਗੱਲ ਕਰਨੋਂ ਝਿਜਕਣਾ ਨਹੀਂ ਗੁਰੂ ਪਿਆਰਿਓ। ਸਾਨੂੰ ਤਾਂ ਸੱਚ ਦਾ ਦੱਸਿਆ ਹੀ ਸੱਚ ਦਾ ਮਾਰਗ ਹੈ। ਜੇ ਸੱਚ ਦੇ ਮਾਰਗ ਤੇ ਚੱਲਾਂਗੇ, ਸੱਚ ਦੇ ਮਾਰਗ ਤੇ ਚੱਲਣ ਤੋਂ ਝਿਜਕਣਾ ਨਹੀਂ। ਲੋਕ ਚਾਹੇ ਬੁਰਾ ਕਹਿਣ ਚਾਹੇ ਭਲਾ ਕਹਿਣ, ਅਸੀਂ ਸੱਚ ਦੀ ਗੱਲ ਹੀ ਕਰਨੀ ਹੈ। ਤੇ ਇੱਕ ਟਾਈਮ ਸੱਚ ਕੂੜ ਨਖੁੱਟੇ ਨਾਨਕਾ, ਉੜਕ ਸੱਚ ਰਹੀ, ਉੜਕ ਸੱਚ ਦੀ ਜਿੱਤ ਹੁੰਦੀ ਹੈ, ਤੁਹਾਡੀ ਜਿੱਤ ਹੋਈ। 2 ਹੈਂਡ ਰੇਜ਼ ਹੈਗੇ ਜੀ, ਉਹਨਾਂ ਨੂੰ ਦੇਖ ਹਾਂਜੀ ਹਾਂਜੀ, ਇੱਕ ਸੁਖਮਨਦੀਪ ਕੌਰ ਦਾ ਹੈਂਡ ਰੇਜ਼ ਹੈ ਜੀ। ਹਾਂਜੀ ਮੈਡਮ ਆਪਣਾ ਸਵਾਲ ਪੁੱਛੋ। ਹਾਂਜੀ ਹਾਂਜੀ ਬੋਲੋ ਬੇਟਾ। ਪੁੱਛੋ ਸਵਾਲ ਜੀ। ਜੇ ਬੱਚੇ ਘਰੇ ਆਪਣੀ ਪੜ੍ਹਾਈ ਵੀ ਚੰਗੀ ਤਰ੍ਹਾਂ ਕਰ ਰਹੇ ਆ ਤੇ ਘਰੇ ਫਿਰ ਆਪਣੇ ਪੇਰੈਂਟਸ ਨਾਲ ਵੀ ਕੰਮ ਕਰਵਾ ਰਿਹਾ, ਫਿਰ ਵੀ ਬੱਚਿਆਂ ਨੂੰ ਗੁਰਦੁਆਰੇ ਜਾ ਕੇ ਸੇਵਾ ਕਰਨ ਦੀ ਜ਼ਰੂਰਤ ਹੈ ਕਿ ਨਹੀਂ? ਬਹੁਤ ਅੱਛਾ ਸਵਾਲ ਬੇਟਾ। ਦੇਖੋ 2 ਚੀਜ਼ਾਂ ਨੇ। ਜਿਹੜਾ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ
ਕਿਸੇ ਕੰਮ ਨੂੰ ਕਰਨ ਦੇ ਲਈ ਕੁਝ ਸੰਸਥਾਵਾਂ ਜਾਂ ਕੁਝ ਚੀਜ਼ਾਂ ਹੁੰਦੀਆਂ ਨੇ ਜਿੱਥੋਂ ਸਾਡਾ ਮੂਲ ਜਾਂ ਉਹ ਸਿਧਾਂਤ ਹੁੰਦਾ। ਹੁਣ ਅਸੀਂ ਇੱਕ ਕਾਰਜ ਜਿਹੜਾ ਕਰ ਰਹੇ ਹਾਂ, ਆਪਣੇ ਆਪ ਨੂੰ ਫਰਜ਼ਾਂ ਪ੍ਰਤੀ ਸੁਚੇਤ ਹਾਂ ਅਸੀਂ, ਠੀਕ ਹੈ ਜੀ, ਫਰਜ਼ਾਂ ਪ੍ਰਤੀ ਸੁਚੇਤ ਹਾਂ, ਮਾਂ-ਬਾਪ ਦੀ ਹੈਲਪ ਵੀ ਕਰ ਰਹੇ ਹਾਂ, ਵਧੀਆ ਪੜ੍ਹਾਈ ਵੀ ਕਰ ਰਹੇ ਹਾਂ, ਔਰ ਨਾਲ ਉਹਦੇ ਕੀ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ। ਪਹਿਲੀ ਮੇਰੀ ਬੇਨਤੀ ਸਮਝੋ, ਮੈਂ ਪਹਿਲਾਂ ਹੀ ਆਰੰਭ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਕਦੇ ਇਹ ਨਾ ਮੇਰੀ ਗੱਲ ਨੂੰ ਸਮਝ ਲੈਣਾ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਜਾਂ ਲੰਗਰਾਂ ਦੀ ਸੇਵਾ ਕਰਨ ਤੋਂ ਮੈਂ ਮਨਾ ਕਰ ਰਿਹਾ, ਨਹੀਂ ਜੀ, ਇਹ ਮੁਬਾਰਕ ਨੇ, ਕਰਨੇ ਨੇ। ਮੈਂ ਫਿਰ ਬੇਨਤੀ ਕਰਾਂ, ਤੁਸੀਂ ਇੱਕ ਪਾਠ ਸੰਪੂਰਨ ਕਰ ਰਹੇ ਹੋ ਇੱਥੇ, ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ, ਮਾਂ-ਬਾਪ ਦੀ ਸੇਵਾ ਕਰ ਰਹੇ ਹੋ, ਨਾਲ ਹੈਲਪ ਕਰ ਰਹੇ ਹੋ, ਵਧੀਆ ਪੜ੍ਹਾਈ ਕਰ ਰਹੇ ਹੋ, ਤੁਸੀਂ ਆਪਣੇ ਆਪ ਪ੍ਰਤੀ, ਆਪਣੇ ਕਿੱਤੇ ਪ੍ਰਤੀ, ਆਪਣੇ ਉਸ ਸਿਮਰਨ ਵਾਲਾ ਤੁਹਾਡਾ ਪਾਠ ਪੂਰਾ ਹੈ। ਪਰ ਇਹ ਸਿਮਰਨ ਮੇਰਾ ਬਣਿਆ ਰਵੇ, ਇਹ ਸਿਮਰਨ ਮੇਰਾ ਪੱਕਾ ਰਵੇ, ਮੈਂ ਇਹ ਸਿਮਰਨ ਦੇ ਰਾਹ ਤੋਂ ਆਪਦੇ ਫਰਜ਼ਾਂ ਦੀ ਪੂਰਤੀ ਤੋਂ ਭਟਕ ਨਾ ਜਾਵਾਂ, ਇਹਦੇ ਲਈ ਮੈਨੂੰ ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਨੂੰ ਸੁਣਨਾ ਪਏਗਾ, ਸੰਗਤ ਕਰਨੀ ਪਏਗੀ। ਸੋ ਉਹਦੇ ਲਈ ਬੇਟਾ ਜਦੋਂ ਵੀ ਸਮਾਂ ਲੱਗੇ ਸਾਨੂੰ ਜਾ ਆਉਣਾ ਚਾਹੀਦਾ ਹੈ, ਚੰਗੀ ਸੰਗਤ ਕਰ ਲੈਣੀ ਚਾਹੀਦੀ ਹੈ। ਇੱਕ ਬੇਨਤੀ ਨਾਲ ਇਹ ਕਰਦੇ ਹਾਂ ਵੀ ਕੇਵਲ ਜਿਹੜਾ ਰਸਮੀ ਤੌਰ ਤੇ ਵੀ ਮੈਂ ਕੇਵਲ ਇਹ ਸਮਝਾਂ ਵੀ ਬਸ ਕੱਲਾ ਮੱਥਾ ਟੇਕ ਕੇ ਮੁੜੇ ਆਉਣਾ ਹੈ, ਤੇ ਇਹ ਚੀਜ਼ ਕਰਕੇ ਸਿਰਫ ਇੱਕ ਜਿਵੇਂ ਮੈਂ ਕਹਾਂ ਵੀ ਇੱਕ ਕਰਮਕਾਂਡ ਵਜੋਂ ਹੀ ਅਸੀਂ ਕੇਵਲ ਗੁਰੂ ਸਾਹਿਬ ਦੇ ਦਰ ਤੇ ਨਾ ਜਾਈਏ। ਅਸੀਂ ਉੱਥੇ ਜਦੋਂ ਵੀ ਸੰਗਤ ਜੁੜਦੀ ਹੈ, ਵਿਚਾਰਾਂ ਹੁੰਦੀਆਂ ਨੇ, ਗੁਰੂ ਦਾ ਕੀਰਤਨ ਹੁੰਦਾ ਹੈ, ਤਾਂ ਉਹਦੇ ਵਿੱਚ ਜ਼ਰੂਰ ਹਾਜ਼ਰੀ ਭਰੀਏ, ਤਾਂ ਬਹੁਤ ਲਾਹਾ ਮਿਲੇਗਾ। ਗੁਰੂ ਸਾਹਿਬ ਦੇ ਵੈਸੇ ਵੀ ਚਲੋ ਦਰਸ਼ਨ ਕਰਨ ਜਾਂਦੇ ਹੋ, ਤਾਂ ਮੈਂ ਬੇਨਤੀ ਕਰਾਂ ਵੀ ਇਹਦੇ ਨਾਲੋਂ ਜੇ ਬਹੁਤਾ ਲਾਹਾ ਲੈਣਾ ਚਾਹੁੰਦੇ ਆ ਤਾਂ ਅਸੀਂ ਜਦੋਂ ਕਦੇ ਗੁਰੂ ਕੇ ਸ਼ਬਦ ਦੀ ਵਿਚਾਰ ਹੁੰਦੀ ਹੈ, ਕੀਰਤਨ ਹੁੰਦਾ ਹੈ, ਤਾਂ ਉਸ ਵੇਲੇ ਜ਼ਰੂਰ ਲਾਹੇ ਲਈਏ, ਜ਼ਰੂਰ ਜਾਣਾ ਜੀ ਗੁਰੂ ਸਾਹਿਬ ਦੇ ਦਰ ਤੇ ਜਦੋਂ ਵੀ ਸਮਾਂ ਮਿਲਦਾ ਹੈ। ਸੋ ਇਹ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਇੱਕ ਹੈਂਡ ਰੇਜ਼ ਹੈ ਉਹ ਲਵਾਂਗੇ, ਉਸ ਤੋਂ ਬਾਅਦ ਇੱਕ ਮੈਂ ਬੇਨਤੀ ਕਰਦਾ ਵੀ ਅਟੈਂਡੈਂਸ ਜਿਹੜੀ ਹੈਗੀ ਹੈ ਸਾਰੇ ਕੈਂਪਸ ਆਪਦੀ ਜ਼ਰੂਰ ਭੇਜ ਦੇਣ, ਗਰੁੱਪਾਂ ਦੇ ਵਿੱਚ ਵੀ ਭੇਜੀ ਜਾ ਸਕਦੀ, ਸਮਾਂ ਇਹੀ ਰਹੂਗਾ। ਉਸ ਤੋਂ ਬਾਅਦ ਗਰੁੱਪ ਵੀ ਜਿਹੜੇ ਬੰਦ ਕੀਤੇ ਜਾਣਗੇ ਤੇ ਚੈਟ ਬਾਕਸ ਵੀ ਬੰਦ ਕਰ ਦਿੱਤਾ ਜਾਏਗਾ। ਗੁਲਸ਼ਨ ਰਾਜ ਹੈਗਾ ਜੀ ਸਾਡੇ ਕੋਲ ਹੈਂਡ ਰੇਜ਼। ਗੁਲਸ਼ਨ ਰਾਜ ਦੋ ਤਿੰਨ ਵਾਰੀ ਅਨਮਿਊਟ ਕੀਤਾ ਜੀ, ਨਹੀਂ ਦੇਖ ਰਹੇ ਜੀ। ਹਾਂਜੀ ਆਈਏਗਾ ਜੀ। ਹਾਂਜੀ ਬੋਲੋ ਵੀਰ ਜੀ। ਆਵਾਜ਼ ਨਹੀਂ ਆਉਂਦੀ ਵੀਰ ਜੀ। ਅਸੀਂ ਇਸ ਤੋਂ ਅੱਗੇ ਜਿਹੜਾ ਹੈਗਾ ਵੀਰ ਜੀ ਬੰਦ ਕਰ, ਸਮਝ ਨਹੀਂ ਆ ਰਹੀ ਵੀਰ ਜੀ ਜਮਾਂ ਹੀ ਆਵਾਜ਼ ਦੀ ਤੁਹਾਡੀ। ਤੁਸੀਂ ਆਪਦਾ ਸਵਾਲ ਦਿੱਤੇ ਹੋਏ ਫੋਨ ਨੰਬਰਾਂ ਤੇ ਵੀ ਲੈ ਸਕਦੇ ਹੋ। ਅਸੀਂ 2 ਨੰਬਰ ਚੈਟ ਬਾਕਸ ਵਿੱਚ ਪਾਉਣੇ ਆ, ਡੇਲੀ ਪਾਉਂਦੇ ਆ, ਉਹਨਾਂ ਤੇ ਤੁਸੀਂ ਸਾਰੇ ਜਿਹੜੇ ਵੀ ਰਹਿ ਗਏ ਸਾਡੇ ਕੋਲੇ ਕੈਂਪਸ, ਉਹ ਆਪਦੇ ਸਵਾਲਾਂ ਦੇ ਜਵਾਬ ਉਹਨਾਂ ਫੋਨ ਨੰਬਰਾਂ ਤੇ ਫੋਨ ਕਰਕੇ ਪੁੱਛ ਸਕਦੇ ਹਨ। ਵੀਰ ਜੀ ਉਹਨਾਂ ਨਾਲ ਜਿਹੜੇ ਪਰਸਨਲ ਰੂਪ ਚ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦੇਣਗੇ। ਤਾਂ ਹੁਣ ਸਮਾਂ ਹੋ ਗਿਆ ਸਾਡੇ ਕੋਲੇ ਸੌਫਟਵੇਅਰ ਟ੍ਰੇਨਿੰਗ ਹੈਗੀ ਹੈ। ਉਸ ਤੋਂ ਪਹਿਲਾਂ ਜਿਹੜੇ ਪੰਜਾਬੀ ਦੇ ਸ਼ਬਦ ਜਿਹੜੇ ਸਾਡੇ ਕੋਲੋਂ ਵਿਸਰ ਚੁੱਕੇ ਹੈ, ਜਿਨ੍ਹਾਂ ਦੀ ਅਸੀਂ ਵਰਤੋਂ ਅੱਜ ਘੱਟ ਕਰਦੇ ਹਾਂ, ਤਾਂ ਮੈਂ ਬੇਨਤੀ ਕਰਦਾ ਹਾਂ ਵੀਰ ਜੀ ਪਰਮਜੀਤ ਸਿੰਘ ਉਹ ਸਾਡੇ ਨਾਲ ਸ਼ਬਦਾਂ ਦੀ ਸਾਂਝ ਪਾਉਣਗੇ। ਵੀਰ ਜੀ ਨਹੀਂ ਹੈਗੇ ਉਹ ਪਰਮਜੀਤ ਸਿੰਘ ਆਏ ਨਹੀਂ? ਨਹੀਂ ਜੀ ਕੋਈ ਗੱਲ ਨਹੀਂ, ਆਪਾਂ ਸੌਫਟਵੇਅਰ ਦੀ ਟ੍ਰੇਨਿੰਗ ਸ਼ੁਰੂ ਕਰਦੇ ਹਾਂ। ਅੱਗੇ ਅਸੀਂ ਸੌਫਟਵੇਅਰ ਟ੍ਰੇਨਿੰਗ ਹੈਗੀ ਹੈ, ਉਹ ਅਸੀਂ ਤੁਹਾਨੂੰ ਜਿਹੜੇ ਅੱਜ ਦੇ ਇਸ ਕੈਂਪ ਦਾ ਹਿੱਸਾ ਬਣਾਉਣ ਜਾ ਰਹੇ ਹਾਂ ਜੀ। ਵੀਰ ਜੀ ਸਟਾਰਟ ਕਰ ਰਹੇ 1-2 ਸਕਿੰਟ ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਬਾਣੀ ਦੀ ਖੋਜ ਲਈ, ਅਧਿਐਨ ਦੇ ਲਈ ਵਰਤੀਆਂ ਜਾਣ ਵਾਲੀਆਂ ਐਪਸ ਵਿੱਚੋਂ ਇੱਕ ਐਪ ਸਿੱਖੀ ਟੂ ਦਾ ਮੈਕਸ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਇਹ ਐਪ ਐਂਡਰੋਇਡ, ਐਪਲ ਦੇ iOS ਅਤੇ ਵਿੰਡੋਜ਼ ਲੈਪਟਾਪ ਵਿੱਚ ਇੰਸਟਾਲ ਕੀਤੀ ਜਾ ਸਕਦੀ ਹੈ। ਸੋ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਆਪਾਂ ਪਲੇ ਸਟੋਰ ਤੇ ਜਾ ਕੇ ਸਿੱਖੀ ਟੂ ਦਾ ਮੈਕਸ ਸਰਚ ਕਰਾਂਗੇ, ਸਭ ਤੋਂ ਉੱਪਰ ਇੱਕ ਐਪ ਆਏਗੀ। ਇਸ ਆਈਕਨ ਨਾਲ ਅਸੀਂ ਉਹਦੇ ਤੇ ਕਲਿੱਕ ਕੀਤਾ, ਸਿੱਖੀ ਟੂ ਦਾ ਮੈਕਸ ਤੇ। ਐਪ ਇੰਸਟਾਲ ਹੋਣ ਤੋਂ ਬਾਅਦ ਅਸੀਂ ਉਸਨੂੰ ਓਪਨ ਕਰਾਂਗੇ। ਐਪ ਦਾ ਇਹ ਹੋਮ ਸਕਰੀਨ ਇਸ ਤਰ੍ਹਾਂ ਆਏਗਾ। ਤੁਸੀਂ ਸੱਜੇ ਕੋਨੇ ਤੋਂ ਜਾ ਕੇ ਇਹਦੀਆਂ ਸੈਟਿੰਗਸ, ਇੱਥੇ ਇਹਦੀਆਂ ਸੈਟਿੰਗਸ ਨੇ, ਬਾਕੀ ਹੋਰ ਆਪਸ਼ਨ ਜਿਹੜੇ ਨੇ ਉਹਨਾਂ ਨੂੰ ਤੁਸੀਂ ਐਡਜਸਟ ਕਰ ਸਕਦੇ ਹੋ। ਸੋ ਇੱਧਰ ਖੱਬੇ ਹੱਥ ਉੱਪਰ ਜੋ ਹੈ ਇਸ ਦਾ ਮੇਨ ਮੈਨੂ ਹੈ। ਸੋ ਮੇਨ ਆਪਾਂ ਜੋ ਇਸ ਵਿੱਚ ਅੱਜ ਚੀਜ਼ ਇੱਕ ਚਲਾਉਣੀ ਸਿੱਖਾਂਗੇ ਉਹ ਹੈ ਗੁਰਬਾਣੀ ਦੀ ਸਰਚ ਕਰਨੀ। ਆਮ ਤਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਗੁਰਬਾਣੀ ਦੀ ਪੰਕਤੀਆਂ ਨੂੰ ਜਦੋਂ ਸਰਚ ਕਰਦੇ ਹੋ ਉਹਨਾਂ ਦੇ ਪਹਿਲੇ ਅੱਖਰ ਭਰ ਕੇ ਜਾਂ ਗੁਰਬਾਣੀ ਦਾ ਕੋਈ ਸ਼ਬਦ ਭਰ ਕੇ ਉਹਦੇ ਅਰਥ ਕਰਦੇ ਹੋ। ਪਰ ਇੱਕ
ਜੋ ਹੋਰ ਚੀਜ਼ ਆਪਾਂ ਅੱਜ ਸਿੱਖਾਂਗੇ, ਗੁਰਬਾਣੀ ਦੇ ਅਰਥਾਂ ਤੋਂ ਕਿਵੇਂ ਗੁਰਬਾਣੀ ਦੀ ਪੰਕਤੀ ਨੂੰ ਲੱਭਿਆ ਜਾਏ। ਸੋ ਸਾਨੂੰ ਪਤਾ ਹੈ ਕਈ ਵਾਰੀ ਗੁਰਬਾਣੀ ਦੇ ਵਿੱਚ ਜਿੱਦਾਂ ਸਾਨੂੰ ਕਈ ਵਾਰੀ ਗੁਰਬਾਣੀ ਦੇ ਅਰਥ ਯਾਦ ਰਹਿ ਜਾਂਦੇ ਨੇ, ਕਈ ਵਾਰੀ ਕੋਈ ਸਿਚੁਏਸ਼ਨ ਜਾਂ ਜੋ ਐਗਜ਼ਾਮਪਲ ਦਿੱਤੀ ਹੁੰਦੀ ਹੈ ਉਹ ਯਾਦ ਰਹਿ ਜਾਂਦੀ ਹੈ, ਪਰ ਗੁਰਬਾਣੀ ਦੀ ਪੰਕਤੀ ਯਾਦ ਨਹੀਂ ਆਉਂਦੀ। ਉਦਾਹਰਨ ਦੇ ਤੌਰ 'ਤੇ ਮੰਨ ਲਓ ਕਿ ਜਿਵੇਂ ਸਾਡੇ ਨਾਲ ਕੋਈ ਡਿਸਕਸ ਕੀਤੀ ਸੀ ਪੰਕਤੀ ਵੀਰ ਜੀ ਨੇ ਕੱਲ੍ਹ ਕੈਂਪ ਦੇ ਦੌਰਾਨ ਕਿ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ ਮਿੱਤਰ ਸਾਡੜੇ ਸਹੀ। ਸੋ ਇਸ ਪੰਕਤੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਟਰੂ ਫਰੈਂਡਸ ਦੀ, ਵੀ ਟਰੂ ਫਰੈਂਡਸ ਕੌਣ ਨੇ। ਸੋ ਮੰਨ ਲਓ ਸਾਨੂੰ ਗੁਰਬਾਣੀ ਦੀ ਪੰਕਤੀ ਯਾਦ ਨਹੀਂ ਰਹਿੰਦੀ, ਸੋ ਆਪਾਂ ਇਹਦੇ 'ਚ ਮੇਨ ਮੈਨਿਊ 'ਚ ਜਾ ਕੇ ਸਰਚ ਜਾਵਾਂਗੇ, ਐਡਵਾਂਸ ਸਰਚ ਵਿੱਚ ਗਏ, ਇੱਥੇ ਆਪਾਂ ਗੁਰਮੁਖੀ 'ਚ ਵੀ ਸਰਚ ਕਰ ਸਕਦੇ ਹਾਂ, ਇੰਗਲਿਸ਼ ਸਰਚ ਕਰ ਸਕਦੇ ਹਾਂ। ਸੋ ਆਪਾਂ ਇੰਗਲਿਸ਼ ਦੇ ਵਿੱਚ ਜੋ ਹੈ ਸਰਚ ਉਹਦੇ ਅਰਥਾਂ ਤੋਂ ਸਰਚ ਕਰਾਂਗੇ। ਮੈਚ ਆਲ ਵਰਡਸ ਥੱਲੇ ਆਪਸ਼ਨ ਆ ਰਿਹਾ, ਇਹਦੇ 'ਚ ਆਪਾਂ ਸਰਚ ਕਰਨਾ ਹੈ ਜਿਵੇਂ ਆਪਾਂ ਟਰੂ ਫਰੈਂਡਸ, ਠੀਕ ਹੈ। ਨਾਲ ਵੀਰ ਜੀ ਨੇ ਕੀਤਾ ਸੀਗਾ ਕਿ ਕੌਣ ਨੇ ਸੱਚੇ ਮਿੱਤਰ, ਜਿਨ੍ਹਾਂ ਨੂੰ ਦੇਖ ਕੇ, ਜਿਨ੍ਹਾਂ ਦੇ ਨਾਲ ਵਿਚਰ ਕੇ ਸਾਡੀ ਭੈੜੀ ਮੱਤ ਜਾਂਦੀ ਹੈ। ਸੋ ਭੈੜੀ ਮੱਤ ਨੂੰ ਕੀ ਕਹਿੰਦੇ ਆ, ਈਵਲ ਮਾਈਂਡਡਨੈਸ। ਸੋ ਆਪਾਂ ਇੱਥੇ ਇੱਕ ਵਰਡ ਨਾਲ ਈਵਲ ਵੀ ਪਾ ਦਿੰਦੇ ਹਾਂ। ਸੋ ਹੁਣ ਜਦੋਂ ਆਪਾਂ ਸਰਚ ਕੀਤਾ ਟਰੂ ਫਰੈਂਡਸ ਤੇ ਈਵਲ ਦੇ ਨਾਲ ਜੋ ਜਿੱਥੇ ਅਰਥ ਹੋਣਗੇ ਉਹ ਪੰਕਤੀਆਂ ਸਰਚ ਹੋ ਜਾਣਗੀਆਂ। ਸੋ ਆ ਦੇਖ ਲਓ ਸਾਡੇ ਸਾਹਮਣੇ ਪੰਕਤੀ ਆ ਗਈ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ ਮਿੱਤਰ ਸਾਡੜੇ ਸਹੀ। ਆਪਾਂ ਹੋਰ ਇੱਕ ਐਗਜ਼ਾਮਪਲ ਲੈਂਦੇ ਹਾਂ। ਭਗਤ ਕਬੀਰ ਜੀ ਆਪਣੇ ਇੱਕ ਸ਼ਲੋਕ ਦੇ ਵਿੱਚ ਕਹਿੰਦੇ ਆ ਕਿ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ, ਤੇ ਨਾਲ ਇੱਕ ਉਦਾਹਰਨ ਦਿੰਦੇ ਨੇ ਕਿ ਜਿਵੇਂ ਬੇਰੀ ਦੇ ਕੋਲ ਜੇ ਕੋਈ ਕੇਲੇ ਦਾ ਜੋ ਹੈ ਬੂਟਾ ਹੋਵੇ ਤਾਂ ਕੀ ਹੁੰਦਾ ਹੈ ਕਿ ਬੇਰੀ ਜਦੋਂ ਝੂਲਦੀ ਹੈ ਹਵਾ ਦੇ ਨਾਲ, ਤੇ ਉਹ ਕੇਲੇ ਦੇ ਪੱਤੇ ਵੀ ਜੋ ਹੈ, ਕੇਲੇ ਦੇ ਜੋ ਬੂਟੇ ਦੇ ਪੱਤੇ ਵੀ ਜੋ ਹੈ ਉਹਨਾਂ ਨੂੰ ਚੀਰ ਦਿੰਦੀ ਹੈ। ਸੋ ਆਪਾਂ ਨੂੰ ਇਹਦੇ 'ਚ ਆਪਾਂ ਪੰਕਤੀ ਲੱਭਣੀ ਹੈ ਜਿਹਦੇ ਵਿੱਚ ਗੱਲ ਕੀਤੀ ਹੋਏ ਬੈਡ ਕੰਪਨੀ ਦੀ, ਮਾੜੀ ਸੰਗਤ ਦੀ, ਤੇ ਨਾਲ ਐਗਜ਼ਾਮਪਲ ਦਿੱਤੀ ਹੋਈ ਹੈ ਕੇਲੇ ਦੇ ਬੂਟੇ ਦੀ। ਠੀਕ ਹੈ ਜੀ। ਤੇ ਸਾਨੂੰ ਇਹ ਵੀ ਪਤਾ ਹੈ, ਇਹਦੇ ਥੱਲੇ ਆਪਾਂ ਹੋਰ ਫਿਲਟਰ ਲਾ ਸਕਦੇ ਹਾਂ ਕਿ ਸਾਨੂੰ ਇਹ ਵੀ ਪਤਾ ਹੈ ਕਿ ਇਸ ਬਾਣੀ ਦੇ ਉਚਾਰਨਕਰਤਾ ਕੌਣ ਨੇ। ਆਪਾਂ ਇੱਥੇ ਫਿਲਟਰ ਬਾਏ ਰਾਈਟਰ ਤੇ ਕਲਿੱਕ ਕਰਾਂਗੇ। ਇਹਦੇ 'ਚ ਆਪਾਂ ਭਗਤ ਕਬੀਰ ਜੀ, ਸੋ ਇਹਨੂੰ ਆਪਾਂ ਹੁਣ ਸਰਚ ਕਰਾਂਗੇ। ਦੇਖੋ ਇਹ ਪੰਕਤੀ ਆ ਗਈ, ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ। ਜਦੋਂ ਆਪਾਂ ਇੱਥੇ ਕਲਿੱਕ ਕਰਾਂਗੇ ਪੂਰਾ ਇਹ ਸ਼ਲੋਕ ਖੁੱਲ ਜਾਏਗਾ। ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਸੋ ਇਸੇ ਤਰੀਕੇ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਜਾਂ ਹੋਰ ਵੀ ਜੋ ਐਗਜ਼ਾਮਪਲ ਅਰਥਾਂ ਤੋਂ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਲੱਭ ਸਕਦੇ ਹਾਂ। ਮੰਨ ਲਓ ਅਸੀਂ ਕੋਈ ਭਾਸ਼ਣ ਮੁਕਾਬਲੇ 'ਚ ਹਿੱਸਾ ਲਿਆ ਜਾਂ ਸਾਨੂੰ ਕੁਛ ਇਹੋ ਜਿਹੀਆਂ ਪੰਕਤੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਅਸੀਂ ਕੋਈ ਜਾਤ ਪਾਤ ਉੱਤੇ ਜਾਂ ਕੁਛ ਉਹਦੇ ਉੱਤੇ ਆਪਾਂ ਡਿਸਕਸ ਕਰਨਾ ਚਾਹੁੰਦਾ ਕਿ ਸੋਸ਼ਲ ਪ੍ਰਾਈਡ, ਸੋਸ਼ਲ ਕਾਸਟ। ਸੋ ਆਪਾਂ ਜਿਵੇਂ ਇਹਦੇ 'ਚ ਹੁਣ ਕਰਾਂਗੇ, ਸਰਚ ਕਰਾਂਗੇ ਸੋਸ਼ਲ ਕਲਾਸ। ਸੋ ਜਦੋਂ ਆਪਾਂ ਸਰਚ ਕੀਤਾ, ਠੀਕ ਹੈ, ਫਿਲਟਰ ਬਾਏ ਰਾਈਟਰ ਨੂੰ ਬੰਦ ਕਰ ਦਿਆਂਗੇ ਸਾਰੀ, ਠੀਕ ਹੈ। ਸੋ ਜੋ ਵੀ ਗੁਰਬਾਣੀ ਦੇ ਵਿੱਚ ਪੰਕਤੀਆਂ ਹੋਣਗੀਆਂ, ਸੋ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੇ ਪੰਕਤੀਆਂ ਉਹ ਆ ਰਹੀਆਂ ਨੇ, ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਜੋ ਪੰਕਤੀਆਂ ਹੋਣਗੀਆਂ ਉਹ ਵੀ ਆਉਣਗੀਆਂ। ਪਰ ਜੇਕਰ ਆਪਾਂ ਚੂਜ਼ ਕਰਨਾ ਚਾਹੁੰਦੇ ਹੋ ਕਿ ਆਪਾਂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਰਚ ਕਰਨਾ ਚਾਹੁੰਦੇ ਹਾਂ, ਤਾਂ ਸੋਸ਼ਲ ਕਲਾਸ ਸਰਚ ਕੀਵਰਡ ਹੈ ਸਾਡਾ, ਫਿਲਟਰ ਬਾਏ ਸੋਰਸ ਗੁਰੂ ਗ੍ਰੰਥ ਸਾਹਿਬ ਜੀ। ਜੇਕਰ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਕਰਨਾ ਚਾਹੁੰਦੇ ਹਾਂ, ਦਸਮ ਬਾਣੀ 'ਚੋਂ ਕਰਨਾ ਚਾਹੁੰਦੇ ਹਾਂ, ਤਾਂ ਉਹ ਵੀ ਆਪਾਂ ਅਲੱਗ-ਅਲੱਗ ਜੋ ਹੈ ਸੋਰਸ ਚੂਜ਼ ਕਰ ਸਕਦੇ ਹਾਂ। ਪਰ ਜੇਕਰ ਆਪਾਂ ਫਿਲਟਰ ਇਹ ਨਹੀਂ ਲਗਾਉਣਾ ਚਾਹੁੰਦੇ ਤਾਂ ਇਹਨੂੰ ਆਪਾਂ ਸਿਲੈਕਟ ਨਹੀਂ ਕਰਾਂਗੇ। ਜੇਕਰ ਆਪਾਂ ਖਾਸ ਰਾਗ ਦੇ ਵਿੱਚੋਂ ਦੇਖਣਾ ਚਾਹੁੰਦੇ ਹਾਂ ਤੇ ਉਸ ਰਾਗ ਦੇ ਵਿੱਚੋਂ ਦੀ ਆਪਾਂ ਦੇਖ ਲਾਂਗੇ ਵੀ ਕਿਸ ਰਾਗ ਦੇ ਵਿੱਚੋਂ ਆਪਾਂ ਪੰਕਤੀ ਜਿਹੜੀ ਆ ਉਹ ਲੱਭਣੀ ਹੈ। ਸੋ ਇਸ ਤਰੀਕੇ ਆਪਾਂ ਇਸ ਐਪ ਦੀ ਵਰਤੋਂ ਨਾਲ ਗੁਰਬਾਣੀ ਦੇ ਅਰਥਾਂ ਤੋਂ ਆਪਾਂ ਪੰਕਤੀਆਂ ਜਿਹੜੀਆਂ ਨੇ ਉਹ ਲੱਭ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਅਸੀਂ ਟ੍ਰੇਨਿੰਗ ਲਈ ਹੈ। ਸਾਰੇ ਕੈਂਪਸ ਨੇ ਇਹਨਾਂ ਸੌਫਟਵੇਅਰਸ ਨੂੰ ਅਸੀਂ ਵਰਤੀਏ ਤਾਂ ਜਿੱਥੇ ਜਿੱਥੇ ਮਨ ਵਿੱਚ ਸ਼ੰਕਾਵਾਂ ਹੈਗੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਅਸੀਂ ਉਸ ਦੀ ਸੇਧ ਲੈ ਸਕਦੇ ਹਾਂ। ਕਿਸੇ ਤੋਂ ਅਸੀਂ ਅਰਥ ਪੁੱਛਣ ਦੀ ਬਜਾਏ ਪੁੱਛ ਲਈਏ, ਭਾਵ ਅਰਥ ਸਮਝਾ ਸਕਦਾ ਹੈ। ਪਰ ਕਾਫੀ ਹੱਦ ਤੱਕ ਅਸੀਂ ਇਹਨਾਂ ਜਿਹੜੇ ਸੌਫਟਵੇਅਰ ਜਿਹੜੇ ਸਾਡੇ ਕੋਲ ਹੈਗੇ ਉਹਨਾਂ ਤੋਂ ਅਸੀਂ ਇਹਦੇ ਨਾਲ ਗੁਰਬਾਣੀ ਸਰਚਰ ਹੈਗਾ, ਆਈ ਗ੍ਰੰਥ ਹੈਗਾ, ਉਹ ਤੁਸੀਂ ਜਿਹੜੇ ਹੈ ਐਪਸ ਜਿਹੜੇ ਆ ਆਪਦੇ ਫੋਨ ਵਿੱਚ ਡਾਊਨਲੋਡ ਕਰਕੇ ਉਹਨਾਂ ਦੇ ਅਰਥ ਜਿਹੜੇ ਸੌਖੇ ਰੂਪ ਵਿੱਚ ਅੰਗਰੇਜ਼ੀ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਦੇਖ ਸਕਦੇ ਹੋ। ਇੱਕ ਤੁਹਾਡੇ ਕੋਲੇ ਨੰਬਰ ਅਸੀਂ ਸਾਂਝਾ ਕੀਤਾ ਹੈ 9881 ਜਿੱਥੇ ਤੁਸੀਂ ਹਾਜ਼ਰੀ ਲਾ ਰਹੇ ਹੋ ਚੈਟ ਬਾਕਸ ਦੇ ਵਿੱਚ। ਨਾਲ ਇਸ ਨੰਬਰ ਦੇ ਉੱਤੇ ਤੁਸੀਂ ਆਪਦਾ ਰਿਵਿਊ ਲਈ ਨਾਮ ਲਿਖਾਉਣਾ ਹੈ। ਤੇ ਮੈਂ ਸਾਰੇ ਕੈਂਪਸ ਨੂੰ ਇੱਕ ਦੱਸ ਦਿਆਂ ਕਿ ਅਸੀਂ ਸਿਰਫ 10 ਨਾਮ ਹੀ ਲੈ ਸਕਾਂਗੇ। ਜਿਹੜੇ 10 ਨਾਮ ਪਹਿਲਾਂ ਸਾਡੇ ਕੋਲੇ ਆ ਜਾਣਗੇ ਅਸੀਂ ਉਹਨਾਂ ਦਾ ਰਿਵਿਊ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਰਿਵਿਊ ਦੇ ਵਿੱਚ ਤੁਹਾਨੂੰ ਇਹ ਕੈਂਪ ਕਿਸ ਤਰ੍ਹਾਂ ਦਾ ਲੱਗਾ, ਇਸ ਵਿੱਚ ਤੁਸੀਂ ਕੀ ਹੋਰ ਚਾਹੁੰਦੇ ਹੋ ਸ਼ਾਮਲ ਕਰਨਾ, ਕੀ ਚਾਹੁੰਦੇ ਹੋ, ਕਿਹੜੇ ਬੁਲਾਰੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ, ਉਹਨਾਂ ਦੀ ਵਿਸ਼ੇਸ਼ ਗੱਲ ਜ਼ਰੂਰ ਲਿਖੋ ਵੀ ਇਹ ਗੱਲ ਸਾਨੂੰ ਜਿਹੜੀ ਉਹਨਾਂ ਨੇ ਕੀਤੀ ਹੈ ਬਹੁਤ ਵਧੀਆ ਲੱਗੀ। ਤਾਂ ਮੈਂ ਬੇਨਤੀ ਕਰਦਾ ਜਿਹੜੇ ਹੈਂਡ ਰੇਜ਼ ਹੋ ਰਹੇ ਆ ਇਹ ਆਪਦੇ ਸਵਾਲਾਂ ਦੇ ਜਵਾਬ ਜਿਹੜੇ 2 ਨੰਬਰ ਅਸੀਂ ਸਾਂਝੇ ਕੀਤੇ ਆ ਉਹਨਾਂ 'ਚ ਤੁਸੀਂ ਪੁੱਛ ਸਕਦੇ ਹੋ ਫੋਨ ਕਰਕੇ। ਤੇ ਸਾਡੇ ਕੋਲੇ ਇੱਕ ਮੈਂ ਬੇਨਤੀ ਕਰਾਂ ਵੀ ਤੁਸੀਂ ਜਿਹੜੇ ਕੈਂਪਸ ਅੱਗੇ ਤੋਂ ਵੀ ਕੈਂਪ ਲਗਾਉਣਾ ਚਾਹੁੰਦੇ ਹੋ ਤਾਂ ਅਸੀਂ 2 ਨੰਬਰ ਜਿਹੜੇ ਤੁਹਾਡੇ ਕੋਲੇ ਇੱਕ ਨੰਬਰ ਸਾਂਝਾ ਕਰਾਂਗੇ ਗੁਰਚਰਨ ਸਿੰਘ ਵੀਰ ਜੀ ਜੈਤੋ ਵਾਲਿਆਂ ਦਾ। ਤਾਂ ਉਹ ਵੀਰ ਜੀ ਦੇ ਨੰਬਰ ਤੇ ਤੁਸੀਂ ਮੈਸੇਜ ਭੇਜ ਸਕਦੇ ਹੋ ਵੀ ਅਸੀਂ ਹਫ਼ਤੇ ਦੇ ਵਿੱਚ 2 ਦਿਨ ਕਲਾਸ ਲਗਾਵਾਂਗੇ ਇਸ ਤਰ੍ਹਾਂ ਕੈਂਪ ਦੀ। ਤਾਂ ਤੁਸੀਂ ਉਸ ਨੂੰ ਅਟੈਂਡ ਕਰ ਸਕਦੇ ਹੋ, ਸਮਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ। ਉਸ ਫੋਨ ਨੰਬਰ ਦੇ ਵਿੱਚ ਤੇ ਤੁਸੀਂ ਆਪਦਾ ਮੈਸੇਜ ਭੇਜ ਦਿਓ WhatsApp ਤੇ ਉਸ ਨੂੰ ਅਸੀਂ ਕੰਟੀਨਿਊਸ ਕਰਾਂਗੇ ਤੇ ਤੁਹਾਨੂੰ ਉਸ ਗਰੁੱਪ ਦੇ ਵਿੱਚ ਐਡ ਕਰ ਲਿੱਤਾ ਜਾਵੇਗਾ। ਤਾਂ ਇੱਕ ਸਾਡੇ ਕੋਲ ਵਿਸ਼ਾ ਅੱਜ ਦਾ ਬਾਕੀ ਹੈ, ਸਮਾਂ ਬਹੁਤ ਹੋ ਚੁੱਕਿਆ। ਅਹਿਸਾਸ ਅਸੀਂ ਕਰੀਏ ਇਤਿਹਾਸ ਦਾ, ਇਤਿਹਾਸ ਅਹਿਸਾਸ। ਅਸੀਂ ਹਰ ਰੋਜ਼ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਦੇਖਦੇ ਹਾਂ ਤਾਂ ਅੱਜ ਵੀ ਅਸੀਂ ਟਾਈਮ ਬਹੁਤ ਹੋ ਜਾਊਗਾ 5-7 ਮਿੰਟ ਦਾ। ਸਮਾਂ ਵੈਸੇ ਇਜਾਜ਼ਤ ਨਹੀਂ ਦਿੰਦਾ ਤੇ ਕੱਲ ਸਮਾਂ ਲੱਗਾ ਤਾਂ ਅਸੀਂ ਜ਼ਰੂਰ ਦੇਖਾਂਗੇ। ਤੇ ਮੈਂ ਇੱਕ ਬੇਨਤੀ ਕਰਦੇ ਹਾਂ ਜਿਹੜੇ ਤੁਸੀਂ ਆਪਦੀ ਅਟੈਂਡੈਂਸ ਇੱਥੇ ਚੈਟ ਬਾਕਸ ਵਿੱਚ ਭੇਜ ਦਿੱਤੀ ਹੈ, ਤੁਹਾਡਾ ਉਸ ਦਾ ਸਰਟੀਫਿਕੇਟ ਅਸੀਂ ਜਾਰੀ ਕਰਨ ਵਿੱਚ ਕਾਮਯਾਬ ਹੋ ਸਕਾਂਗੇ। ਤੇ ਨਾਲ ਹੀ ਜਿਹੜੇ ਰਹਿ ਗਏ ਆ ਉਹ ਆਪਣੇ ਗਰੁੱਪਾਂ ਦੇ ਵਿੱਚ ਜਿਹੜਾ ਹੈ ਇਹ ਸਮਾਂ ਅਸੀਂ ਕੁਝ ਸਮੇਂ ਲਈ ਗਰੁੱਪ ਖੋਲ੍ਹੇ ਹੈ ਤਾਂ ਉਹ ਫਟਾਫਟ ਜਿਹੜੀ ਆਪਦੀ ਅਟੈਂਡੈਂਸ ਭੇਜ ਦਿਓ। ਜਿਨ੍ਹਾਂ ਦੀ ਅਟੈਂਡੈਂਸ ਮੈਕਸਿਮਮ ਹੋਏਗੀ ਅਸੀਂ ਉਹਨਾਂ ਨੂੰ ਹੀ ਸਰਟੀਫਿਕੇਟ ਜਾਰੀ ਕਰ ਸਕਾਂਗੇ। ਤੇ ਕੱਲ ਲਈ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਇੱਕ ਨਵੇਂ ਉਤਸ਼ਾਹ ਦੇ ਨਾਲ ਨਵੀਆਂ ਗੱਲਾਂ ਸਿੱਖਣ ਵਾਸਤੇ, ਗੁਣਾਂ ਦੀ ਸਾਂਝ ਪਾਉਣ ਵਾਸਤੇ, ਆਪਦੇ ਵਿੱਚ ਉਹ ਅਹਿਸਾਸ ਇਤਿਹਾਸ ਦਾ, ਬਾਣੀ ਦਾ ਤੇ ਨਾਲ ਆਉਣ ਵਾਲੇ ਸਮੇਂ ਨੂੰ ਆਪਦੇ ਜੀਵਨ ਨੂੰ ਸੁਧਾਰਨ ਦਾ, ਆਪਦੇ ਆਲਾ ਦੁਆਲਾ ਸੁਧਾਰਨ ਦੀ ਕੋਸ਼ਿਸ਼ ਲਈ ਫਿਰ ਜੁੜਾਂਗੇ ਜੀ। ਕੱਲ ਫਿਰ 4 ਵਜੇ YouTube ਤੇ ਵੀ ਅਸੀਂ ਜੁੜਾਂਗੇ ਤੇ ਨਾਲ ਜਿਹੜਾ ਤੁਹਾਡੇ ਕੋਲ ਇਹ ਜ਼ੂਮ ਐਪ ਤੇ ਜਿਹੜਾ ਤੁਹਾਨੂੰ ਲਿੰਕ ਦਿੱਤਾ ਗਿਆ ਇਸ ਦੇ ਰਾਹੀਂ ਵੀ ਅਸੀਂ ਜੁੜਾਂਗੇ ਜੀ। ਇੱਕ ਵਾਰੀ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।